जिन्हां दी लिव लगी हुंदी है। जद लिव वाहिगुरू दे चरनां विच लग जावे फिर दुख सुख थोड़ा जा तां सानू भी इत्थे महसूस हुंदा। तुसीं रोज फील कर लिओ, आपे समझ लिओ। संगत विच आके बैठ जाओ, कथा कीर्तन सुणन लग जाओ। ਜਿਹੜੀ ਢੂਹੀ ਦੁਖਦੀ ਸੀ ਹੇਠ ਪੌੜੀਆਂ ਚੜ੍ਹਨ ਲੱਗਿਆਂ ਨੂੰ ਗੋਡੇ ਦੁਖਦੇ ਸੀ, ਮਾਈਗ੍ਰੇਨ ਹੁੰਦੀ ਸੀ, ਇਹ ਥੋੜਾ ਬਹੁਤਾ ਇੱਥੇ ਆਪੇ ਘਟਣ ਲੱਗ ਜਾਂਦਾ ਹੈ। ਆ ਕੇ ਕਿਉਂ ਘਟਦਾ ਹੈ? ਉਹ ਹਟਿਆ ਨਹੀਂ ਹੁੰਦਾ ਤਾਂ ਹੁਣ ਵੀ ਹੈਗਾ ਗੋਡਿਆਂ 'ਚ ਦਰਦ, ਪਰ ਹੁਣ ਲਿਵ ਗੋਡਿਆਂ 'ਚ ਨਹੀਂ ਰਹੀ। ਹੁਣ ਧਿਆਨ ਗੁਰੂ ਦੇ ਸ਼ਬਦ ਵਿੱਚ ਜੁੜ ਗਿਆ, ਜਿਸ ਕਰਕੇ ਉਹ ਦੁੱਖ ਫੇਰ ਮਹਿਸੂਸ ਹੋਣ ਤੋਂ ਹਟ ਜਾਂਦਾ ਹੈ। ਇਹ ਸਤਿਗੁਰ ਜੀ, ਉਹ ਸ਼ੇਸ਼ਨਾਗ ਵੀ ਤੁਹਾਡੀ ਲਿਵ ਲਾਈ ਬੈਠਾ ਹੈ, ਜਿਸ ਕਰਕੇ ਉਹ ਧਰਤੀ ਦਾ ਭਾਰ ਫੁੱਲ ਮੰਗ ਸਹੀ ਬੈਠਾ ਹੈ। ਪੈ ਪੰਜਨ ਪਰ ਪੀਰ ਨਿਵਾਰਨ। ਤੁਸੀਂ ਸਾਰੀਆਂ ਭੈ, ਰਾਤ ਵੀ ਬਚਨ ਆਇਆ ਸੀ, ਇਹ ਸਾਰੇ ਭੈ ਜਿੰਨੇ ਵੀ ਹਨ, ਮਨ ਕਰਕੇ, ਤਨ ਕਰਕੇ, ਬਚਨਾ ਕਰਕੇ, ਸਾਡੇ ਬੋਲਾਂ ਵਿੱਚ ਵੀ ਭੈ ਹੈ। ਸ਼ੁਭ ਆਦਮੀ ਜਿਹੜਾ ਗਿਆਨਵਾਨ ਹੁੰਦਾ ਹੈ ਉਹ ਵਿਚਾਰ ਕੇ ਬੋਲਦਾ, ਮੇਰੇ ਮੂੰਹ ਤੋਂ ਗਲਤ ਸ਼ਬਦ ਨਾ ਨਿਕਲ ਜਾਵੇ। ਸਾਨੂੰ ਬੋਲਣ ਲੱਗਿਆਂ ਵੀ ਭੈ ਹੈ ਗੁਰਸਿੱਖ ਪਿਆਰਿਓ, ਸਾਨੂੰ ਕਰਮ ਕਰਨ ਲੱਗਿਆਂ ਵੀ ਭੈ ਹੈ। ਅਸੀਂ ਕਹਾਂਗੇ ਕੋਈ ਗਲਤ ਕੰਮ ਨਾ ਹੋ ਜਾਵੇ, ਲੋਕ ਮੈਨੂੰ ਮਾੜਾ ਕਹਿਣਗੇ, ਨਿੰਦਿਆ ਕਹਿਣਗੇ। ਮਨ ਦੇ ਸੰਕਲਪ ਕਲਪਾਂ ਨੂੰ ਤੁਹਾਡਾ ਵਿਚਾਰ ਇਹੀ ਹੈ ਕਿ ਮਨ ਨੂੰ ਰੋਕਿਆ ਜਾਵੇ। ਸੰਕਲਪਾਂ ਵਿਕਲਪ ਪਤਾ ਨਹੀਂ ਕਦ ਨੇ ਬੁਰਾ ਸੋਚ ਲੈਣਾ ਕਿਸੇ ਦਾ ਗੁਰਸਿੱਖ ਪਿਆਰਿਓ। ਭੈ ਦੇ ਅਧੀਨ ਅਸੀਂ ਮਨ ਬਚ ਕਰਮ ਕਰਕੇ, ਤਿੰਨਾਂ ਕਾਲਾਂ ਕਰਕੇ, ਪਿਛਲੇ ਸਮੇਂ ਵਿੱਚ ਵੀ ਆਪਾਂ ਭੈ ਦੇ ਅਧੀਨ ਸੀ, ਉਹ ਵੀ ਡਰਨ ਵਾਲੇ ਲੰਘੇ ਹੈ। ਹੁਣ ਵਰਤਮਾਨ ਉਹ ਵੀ ਡਰਨ ਵਾਲੇ ਹੈ। ਆਉਣ ਵਾਲਾ ਕੱਲ ਵਾਹਿਗੁਰੂ ਸੁੱਖ ਰੱਖੀਆਂ ਆਪਾਂ ਅਰਦਾਸ ਕਰਾਂਗੇ, ਭਲਾ ਸਮਾਂ ਦਈ, ਉਹਦੀ ਆਉਣ ਵਾਲੇ ਦੀ ਵੀ ਭੈ ਹੈ। ਪਰ ਜਿਹੜੇ ਸਤਿਗੁਰ ਗੁਰੂ ਅਰਜਨ ਦੇਵ ਜੀ ਆਪ ਹੋ, ਇਹ ਤਿੰਨਾਂ ਕਾਲਾਂ ਦਾ, ਬਾਲ ਜਵਾਨੀ ਬਿਰਧ, ਤਿੰਨੇ ਅਵਸਥਾ ਦਾ ਭੈ ਦੂਰ ਮਨ ਬਚ ਕਰਮ ਕਰਕੇ ਸਿੱਖਾਂ ਦਾ, ਉਹਨਾਂ ਦੀ ਬੋਲੀ ਐਸੀ ਹੋ ਜਾਂਦੀ ਹੈ, ਜੋ ਵੀ ਬੋਲਦੇ ਹਨ ਪਿਆਰੇ ਲੱਗਦੇ ਹਨ। ਉਹ ਹੱਥਾਂ ਪੈਰਾਂ ਸਰੀਰ ਨਾਲ ਕਰਮ ਐਸਾ ਕਰਦੇ ਆ, ਲੋਕ ਉਹਨਾਂ ਨੂੰ ਪਰਵਕਾਰ ਕਹਿੰਦੇ ਨੇ। ਉਹ ਮਨ ਵਿੱਚ ਕਦੇ ਵੀ ਪਰਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਉਹਨਾਂ ਦੇ ਸੰਕਲਪ ਵਿਕਲਪ ਵੀ ਬਹੁਤ ਸ਼ੁੱਧ ਹੋ ਜਾਂਦੇ ਹਨ। ਇਸ ਤਰ੍ਹਾਂ ਤੁਸੀਂ ਸੰਸਾਰ ਸਿੱਖਾਂ ਦੇ ਭੈ ਨਿਵਾਰਦੇ ਹੋ। ਪਰ ਪੀਰ ਨਿਵਾਰਨ, ਪਰਾਏ ਦੀ ਪੀਰ ਦੂਰ ਕਰਨੀ ਗੁਰਸਿੱਖ ਪਿਆਰਿਓ। ਤੇ ਸਿੱਖਾਂ ਦੇ ਭੈ ਕੈਸੇ ਨਿਵਾਰੇ? ਭਾਈ ਕਲਿਆਣਾ ਜੀ ਹੋਏ ਨੇ ਗੁਰਮੁਖ ਪਿਆਰਿਓ, ਸਤਿਗੁਰ ਪਾਤਸ਼ਾਹ ਦੇ ਸਿੱਖ ਸੀ, ਪੰਜਵੇਂ ਪਾਤਸ਼ਾਹ ਦੇ। ਉਹ ਮੰਡੀ ਸਕੇਤ ਗਏ ਸੀ। ਮੰਡੀ ਸਕੇਤ ਜਦੋਂ ਕੁੱਲੂ ਨੂੰ ਜਾਓ ਤੁਸੀਂ, ਰਸਤੇ ਵਿੱਚ ਆਉਂਦੀ ਹੈ ਮੰਡੀ ਸਕੇਤ। ਦੋ ਰਿਆਸਤਾਂ ਨੇ ਪਹਾੜੀ ਰਾਜਿਆਂ ਦੀਆਂ, ਸਕੇਤ ਜੁਦੀ ਹੈ, ਮੰਡੀ ਜੁਦੀ ਹੈ। ਉੱਥੇ ਦਾ ਰਾਜਾ ਸੀ, ਉਹਨੇ ਭਾਈ ਕਲਿਆਣੇ ਨੂੰ ਭਾਈ ਸਜ਼ਾ ਲਾ ਸੀ। ਉਦੋਂ ਰਾਜੇ ਹੀ ਸਜ਼ਾ ਲਾਉਂਦੇ ਹੁੰਦੇ ਸੀ, ਇਹਦੀਆਂ ਲੱਤਾਂ ਵੱਢਣੀਆਂ ਭਾਈ ਕਲਿਆਣੇ ਦੀਆਂ। ਕੋਈ ਸੱਚੀ ਗੱਲ ਵੀ ਕਿਸੇ ਨੂੰ ਭਾਉਂਦੀ ਨਹੀਂ ਗੁਰਸਿੱਖ ਪਿਆਰੇ। ਉਹਨੇ ਗੁਰਮਤ ਦਾ ਪ੍ਰਚਾਰ ਕੀਤਾ ਤੇ ਉਹਦੀ ਪੀਰ ਨੇ ਵਾਰੀ ਮਹਾਰਾਜ ਨੇ। ਰਾਜਾ ਜਦੋਂ ਲੱਤ ਵਢਾਉਣ ਲੱਗਿਆ ਜਲਾਦਾਂ ਤੋਂ, ਗੁਰਮੁਖ ਪਿਆਰੇ, ਉਹ ਤਲਵਾਰ ਚੱਕੀ ਹੋਈ, ਗੁਰੂ ਦਾ ਸਿੱਖ ਭਰੋਸੇ ਨਾਲ ਖੜਾ ਸੀ, ਲਿਵ ਲਾਹੀ। ਉਹ ਰਾਜਾ ਉਦੋਂ ਬੇਹੋਸ਼ ਹੋ ਕੇ ਗਿਰ ਗਿਆ ਸੀ ਮੰਡੀ ਦਾ ਗੁਰਸਿੱਖ ਪਿਆਰੇ। ਫਿਰ ਉਹਨੂੰ ਪਤਾ ਲੱਗਿਆ ਮੈਂ ਤਾਂ ਕੋਈ ਕਰਮ ਕਰਨ ਲੱਗੇ। ਜਿਵੇਂ ਬੇਹੋਸ਼ ਹੋ ਕੇ ਬੰਦਾ ਗਿਰ ਜਾਂਦਾ ਹੈ ਨਾ, ਐਦਾਂ ਬਚਾਇਆ ਸੀ। ਪਰ ਪੀਰ ਨਿਵਾਰਨ, ਪਰਾਇਆਂ ਦੇ ਦੁੱਖ ਨਿਵਾਰਨ ਵੀ ਤੁਸੀਂ ਸਮਰੱਥ ਹੋ। ਕਲ ਸਹਾਰ ਤੋਹੇ ਜਸ ਬਖਤਾ। ਇਹ ਕਲ ਸਹਾਰ ਜੀ ਜਿਹੜੇ ਭੱਟ ਨੇ, ਹੇ ਗੁਰੂ ਅਰਜਨ ਦੇਵ ਜੀ, ਮੈਂ ਵੀ ਆਪ ਜੀ ਦਾ ਜਸ ਗਾਉਂਦਾ ਹਾਂ। ਕੁਲ ਸੋਢੀ ਗੁਰੂ ਰਾਮਦਾਸ ਤਨ। ਤਨ ਕਹਿੰਦੇ ਨੇ ਫਾਰਸੀ ਵਿੱਚ ਪੁੱਤਰ ਨੂੰ ਭਾਈ, ਬਹੁਤ ਵਾਰ ਪਾਠ ਹੈ। ਤੇਜੋ ਤਨਾ ਗੁਰੂ ਅਮਰਦਾਸ ਜੀ ਵਾਸਤੇ ਵੀ ਆਇਆ ਸੀ। ਤਨ ਸੰਤਨ ਕਾ ਮਨ ਸੰਤਨ ਕਾ ਧਨ ਸੰਤਨ ਕਾ ਕੀਆ। ਉੱਥੇ ਵੀ ਗੁਰੂ ਅਰਜਨ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਬੋਧਨ ਕਰਕੇ ਕੀਤਾ ਹੈ, ਹੇ ਵਾਹਿਗੁਰੂ, ਇਹ ਜਿਹੜਾ ਪੁੱਤਰ ਹਰਗੋਬਿੰਦ ਸਾਹਿਬ ਤੁਸੀਂ ਬਖਸ਼ਿਆ, ਤਨ ਸੰਤਨ ਕਾ, ਇਹ ਤਾਂ ਤੁਸੀਂ ਅਰਦਾਸ ਕੀਤੀ ਹੈ, ਤੁਸੀਂ ਬਖਸ਼ਿਸ਼ ਕੀਤਾ ਹੈ। ਮੇਰਾ ਤਨ ਵੀ ਪੁੱਤਰ ਵੀ ਸਭ ਕੁਝ ਤੁਹਾਡੇ ਹਨ। ਇੱਥੇ ਰਾਮਦਾਸ ਤਨ ਭਾਵ ਗੁਰੂ ਰਾਮਦਾਸ ਜੀ ਦੇ ਤੁਸੀਂ ਸੁਪੁੱਤਰ। ਕੁਲ ਸੋਢੀ, ਸੋਢੀਆਂ ਦੀ ਕੁਲ ਵਿੱਚ ਆਪ ਜੀ ਦਾ ਪ੍ਰਕਾਸ਼ ਹੋਇਆ ਹੈ। ਧਰਮ ਤੁਜਾ ਅਰਜਨ ਹਰ ਭਗਤਾ। ਹੇ ਗੁਰੂ ਅਰਜਨ ਪਾਤਸ਼ਾਹ ਜੀ, ਤੁਸੀਂ ਐਸੇ ਖਰੀਦੇ ਰੂਪ ਹੋ, ਤੁਸੀਂ ਭਗਤੀ ਦੀ ਧੁਜਾ, ਧਰਮ ਦੀ ਧੁਜਾ, ਧੁਜਾ ਲਹਿਰਾ ਦੇਣੀ ਗੁਰਮੁਖ ਪਿਆਰਿਓ। ਆ ਨਿਸ਼ਾਨ ਸਾਹਿਬ ਕਾਹਤੇ ਲਹਿਰਾਇਆ ਹੈ? ਇਹ ਧੁਜਾ ਹੈ, ਨਿਸ਼ਾਨ ਕਹਿ ਲੋ, ਧੁਜਾ ਕਹਿ ਲੋ। ਇਹ ਲਹਿਰਾ ਰਿਹਾ ਗੁਰਮੁਖ ਪਿਆਰਿਓ, ਇਹ ਦੁਨੀਆ ਨੂੰ ਸੰਕੇਤ ਦੇ ਰਿਹਾ, ਦੱਸ ਰਿਹਾ ਕਿ ਆਓ ਭਾਈ, ਮੈਂ ਉਸ ਦੇ ਦਰ ਤੇ ਖੜਾ ਹਾਂ। ਜੇ ਇਸ ਦਰ ਤੇ ਤੁਸੀਂ ਆ ਜਾਓਗੇ ਤੁਹਾਡਾ ਭੈ ਦੂਰ ਹੋ ਜਾਊਗਾ। ਉੱਪਰ ਲਹਿਰਾਉਂਦਾ ਹੁੰਦਾ ਜਿਹੜਾ ਪਟਕਾ ਹੁੰਦਾ, ਉਹ 2 ਗਿੱਠ ਦੀ ਲੀਰ ਉੱਪਰ ਕਾਹਤੇ ਤਕੋਨੀ ਬੰਨ੍ਹਦੇ ਆਪਾਂ, ਉਹ ਸਦਾ ਹਿਲਦਾ ਰਹਿੰਦਾ। ਇਹ ਜਿਹੜਾ ਉੱਪਰ ਪਤਾਕ ਹੁੰਦਾ, ਇਹਨੂੰ ਸੰਸਕ੍ਰਿਤ ਵਿੱਚ ਪਤਾਕ ਕਹਿੰਦੇ। ਪੀਪਲ ਪਤ, ਪਤਾਕ ਪਟ। ਇਹ ਗੁਰਮੁਖ ਪਿਆਰਿਓ, ਜਿਹੜੇ ਪਿੱਪਲ ਦੇ ਪੱਤੇ ਹਨ ਆਪਾਂ ਨੂੰ ਦਿਖਦੇ ਹੁੰਦੇ ਆ ਕਿ ਖੜੇ ਆ, ਪਰ ਸਦਾ ਹੀ ਥੋੜੇ ਥੋੜੇ ਹਿਲਦੇ ਰਹਿਣਗੇ। ਜੇ ਕਦੇ ਵੀ ਪਿੱਪਲ ਦਾ ਪੱਤਾ ਖੜਿਆ ਨਹੀਂ। ਤੇ ਗੁਰਮੁਖ ਪਿਆਰਿਓ, ਇੱਕ ਦੀਵੇ ਦੀ ਲਾਟ
ਇਹ ਵੀ ਆਪਾਂ ਨੂੰ ਖੜੀ ਦਿਖਦੀ ਹੈ, ਪਰ ਹਮੇਸ਼ਾ ਇਹਦੇ ਵਿੱਚ ਵਾਈਬ੍ਰੇਸ਼ਨ ਹਿੱਲ ਹੁੰਦੀ ਹੈ। ਪੀਪਲ ਪਾਤ ਪਤਾਕ ਪਟ, ਇੱਕ ਨਿਸ਼ਾਨ ਸਾਹਿਬ ਦਾ ਉੱਪਰਲਾ ਪਟਾਕ। ਇਹ ਗੁਰਮੁਖ ਪਿਆਰਿਓ ਕਦੇ ਖੜਦੇ ਨਹੀਂ ਹੁੰਦੇ, ਲਹਿਰਾਉਂਦੇ ਹਿੱਲਦੇ ਨੇ। ਲਹਿਰਾਉਣਾ ਇਹ ਨਿਸ਼ਾਨ ਸਾਹਿਬ ਦਾ ਉੱਪਰਲਾ ਪਤਾਕ ਦੁਨੀਆ ਨੂੰ ਕਹਿੰਦਾ ਆ ਜਾਓ, ਮੈਂ ਉਸਦੇ ਦਰ ਤੇ ਖੜਾ। ਜੇ ਇਸ ਦਰ ਨਾਲ ਤੁਸੀਂ ਜੁੜੋਗੇ ਤੁਸੀਂ ਵੀ ਲਹਿਰਾਓਗੇ, ਖੁਸ਼ੀਆਂ ਵਿੱਚ ਆ ਜਾਓਗੇ। ਇਹ ਪੀਲੇ ਪਟਕੇ ਕਾਤੇ ਬੰਨੇ ਜਾਂਦੇ ਨੇ? ਪੀਲੇ ਰੰਗ ਦਾ ਨਿਸ਼ਾਨ ਸਾਹਿਬ ਨੂੰ ਚੋਲਾ ਚੜਾਇਆ ਜਾਂਦਾ ਹੈ। ਪੀਲਾ ਗੁਰਮੁਖ ਪਿਆਰਿਓ ਤੁਸੀਂ ਬਹੁਤ ਵਾਰ ਪੰਜਾਬੀ ਦੇ ਗੀਤ ਵੀ ਸੁਣੇ ਹੈ, ਮੇਰੇ ਬੰਦੇ ਬਸੰਤੀ ਚੋਲਾ, ਜਦੋਂ ਮੌਤ ਦਾ ਡਰ ਚੱਕ ਹੋ ਜਾਵੇ। ਇਹ ਨਿਸ਼ਾਨ ਸਾਹਿਬ ਦਾ ਪੀਲਾ ਰੰਗ ਕਹਿੰਦਾ ਇਸ ਦਰ ਤੇ ਆ ਜਾਓ, ਮੈਂ ਉਸ ਦਰ ਤੇ ਖੜਾ, ਤੁਹਾਡਾ ਮੌਤ ਦਾ ਡਰ ਵੀ ਖਤਮ ਹੋ ਜਾਊਗਾ। ਇਹ ਚਾਰ ਸਵੇਰੇ ਦਾ ਇੱਕ ਰੰਗ ਹੈ, ਚਾਰੇ ਵਰਨਾਂ ਦੇ ਆ ਜਾਓ, 24 ਘੰਟੇ ਦਰ ਤੁਹਾਡੇ ਖਾਤਰ ਖੁੱਲਾ ਹੈ। ਐਸੀ ਧਰਮ ਦੀ ਧੁਜਾ, ਧਰਮ ਦਾ ਨਿਸ਼ਾਨ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਚਲਾ ਦਿੱਤਾ। ਧਰਮ ਧੁਜਾ, हे ਗੁਰੂ ਅਰਜਨ ਪਾਤਸ਼ਾਹ ਜੀ ਤੁਸੀਂ ਭਗਤੀ ਦਾ ਸਰੂਪ, ਤੁਸੀਂ ਹਰੀ ਦਾ ਸਰੂਪ ਹੋ। ਧਰਮ ਧੀਰ ਗੁਰਮਤ ਗੰਭੀਰ, ਧੀਰ ਕਹੀਏ ਧੀਰ ਜਵਾਨ, ਤੁਸੀਂ ਧਰਮ ਨੂੰ ਧੀਰਜ ਦਿੱਤਾ ਹੈ, ਧਰ ਦਿੱਤੀ ਹੈ, ਆਸਰਾ ਦਿੱਤਾ ਹੈ। ਅਸੀਂ ਦੰਦੇ ਨਹੀਂ ਆਸਰਾ ਗੁਰਮੁਖ ਪਿਆਰਿਓ, ਅਸੀਂ ਤਾਂ ਧੱਕੇ ਮਾਰ ਕੇ ਧਰਮ ਨੂੰ ਪਰੇ ਕਰਦੇ ਹਾਂ। ਆਸਰਾ ਦੇਣਾ ਹੁੰਦਾ ਕਿਸੇ ਨੂੰ ਆਪਣੇ ਵਿੱਚ ਜਗ੍ਹਾ ਦੇ ਦੇਣੀ, ਆਪਣੇ ਕੋਲ ਬਿਠਾ ਲੈਣਾ। ਗੁਰਮੁਖ ਪਿਆਰਿਓ ਅਸੀਂ ਧਰਮ ਨੂੰ ਆਸਰਾ, ਗੁਰੂ ਅਰਜਨ ਪਾਤਸ਼ਾਹ ਜੀ ਤੁਸੀਂ ਧਰਮ ਦੇ ਧੀਰ ਹੋ, ਧਰਮ ਦੇ ਆਸਰਾ ਹੋ। ਗੁਰਮਤ ਗੰਭੀਰ, ਬੜੀ ਗੰਭੀਰ ਭਾਰੀ ਗੁਰੂ ਦੀ ਮੱਤ ਤੁਹਾਨੂੰ ਗੁਰੂ ਰਾਮਦਾਸ ਜੀ ਤੋਂ ਮਿਲੀ ਹੈ, ਤੇ ਤੁਸੀਂ ਉਹੀ ਗੰਭੀਰ ਮੱਤ ਸੰਸਾਰ ਨੂੰ ਦੇ ਰਹੇ ਹੋ। ਪਰ ਦੁੱਖ ਵਿਸਾਰਨ, ਪਰਾਏ ਦੇ ਦੁੱਖਾਂ ਨੂੰ ਦਾਸ ਕਰਨਾ ਤੁਹਾਡੇ ਮਨ ਵਿੱਚ ਇਹੀ ਪਰਪਕਾਰ ਹੈ 24 ਘੰਟੇ। ਜੋ ਗੁਰੂ ਨਾਨਕ ਨੇ ਨਾਰਾ ਲਾਇਆ ਉਹ ਆਪਾਂ ਵੀ ਯਾਦ ਰੱਖੀਏ, ਤੇਰੇ ਭਾਣੇ ਸਰਬੱਤ ਕਾ ਭਲਾ, ਸਾਰਿਆਂ ਦਾ ਭਲਾ, ਸਾਰਿਆਂ ਦੇ ਦੁੱਖ ਵਿੱਚ ਸਾਂਝੀ ਹੋਣਾ। ਸ਼ਬਦ ਸਾਰ ਹਰ ਸਮ ਉਦਾਰ, ਤੇ ਤੁਸੀਂ ਕਾਹਦੇ ਨਾਲ? ਇੱਕੋ ਉਪਦੇਸ਼ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ ਸਾਰ, ਜੋ ਸਾਰਿਆਂ ਤੋਂ ਸ੍ਰੇਸ਼ਟ ਹੈ, ਸਾਰਿਆਂ ਤੋਂ ਸ਼ੁਭ ਉਪਦੇਸ਼ ਹੈ। ਸ਼ਬਦ ਸਾਰ ਹਰ ਸਮ ਉਦਾਰ, ਹਰ ਸਮ ਉਦਾਰ, ਹਰੀ ਪ੍ਰਮਾਤਮਾ ਦੇ ਬਰਾਬਰ, ਕਿਉਂਕਿ ਗੁਰੂ ਅਰਜਨ ਪ੍ਰਤੱਖ ਉਦਾਰ। ਜੋ ਹਰੀ ਦਾ ਸ਼ਬਦ ਹੈ ਭਾਈ, ਉਹਨਾਂ ਨੂੰ ਸਮ ਉਦਾਰ, ਜਿਹੜਾ ਚਾਰੇ ਵਰਨਾਂ ਨੂੰ, ਉੱਚੇ ਨੀਵਿਆਂ ਨੂੰ, ਖੱਤਰੀ ਬ੍ਰਾਹਮਣਾਂ ਨੂੰ ਇੱਕ ਬਰਾਬਰ ਉਧਾਰ ਕਰਨ ਵਾਲਾ ਹੈ। ਕੋਈ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ, ਕੋ ਉਪਦੇਸ਼ੈ ਕੋ ਦੜੇ ਤਿਸਕਾ ਹੋਏ ਉਧਾਰ। ਜਿਵੇਂ ਪਾਣੀ ਨੂੰ ਕੋਈ ਪੀ ਲਵੇ ਉਹਦੀ ਪਿਆਸ ਬੁਝਾ ਦੇਣੀ, ਉਹਨੇ ਦੇਖਣਾ ਹੀ ਨਹੀਂ ਹਿੰਦੂ ਕਿ ਮੁਸਲਮਾਨ ਹੈ, ਕਿ ਸਿੱਖ ਹੈ ਕਿ ਕਸਾਈ ਹੈ, ਨਹੀਂ ਦੇਖਦਾ ਪਾਣੀ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਦੇ ਕੇ ਤੁਸੀਂ ਸਾਰੇ ਸੰਸਾਰ ਦਾ ਇੱਕ ਬਰਾਬਰ ਉਧਾਰ ਕੀਤਾ ਹੈ। ਮੇਵ ਨਿਵਾਰਨ, ਤੇ ਤੁਸੀਂ ਸ਼ਬਦ ਦਾ ਗਿਆਨ ਦੇ ਕੇ ਅਹੰ ਮੇਵ, ਜੋ ਅਹੰਕਾਰ ਹੈ, ਇਹ ਵੀ ਭਾਈ ਸ਼ਬਦ ਦੇ ਅਭਿਆਸ ਨਾਲੇ ਕੱਟਿਆ ਜਾਂਦਾ ਹੈ। ਸੁਖਮਨੀ ਸਾਹਿਬ ਵਿੱਚ ਹੁਣੀ ਸੁਣਿਆ ਹੋਣਾ ਤੁਸੀਂ, ਹਉ ਮਹਿਲਾ ਮਲ ਕਬੂ ਨ ਧੋਵੇ, ਹਰ ਕਾ ਨਾਮ ਕੋਟ ਪਾਪ ਖੋਵੇ। ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਹਉਮੈ ਦੀ ਮੈਲ ਕੱਟ ਕੇ ਪਾਪਾਂ ਨੂੰ ਧੋ ਦਿੰਦਾ ਹੈ। ਮਹਾਦਾਨ ਸਤਿਗੁਰ ਗਿਆਨ, ਇਹ ਸਤਿਗੁਰ ਜੀ ਤੁਸੀਂ ਮਹਾਦਾਨੀ ਹੋ, ਸਭ ਤੋਂ ਵੱਡੇ ਦਾਨੀ। ਸਭ ਤੋਂ ਵੱਡਾ ਦਾਨ ਕਿਹਦਾ? ਜੋ ਵੱਡੀ ਚੀਜ਼ ਦਾਨ ਕਰੇ ਉਹਨੂੰ ਵੱਡਾ ਦਾਨੀ ਕਹੋਗੇ। ਵੱਡਾ ਹੈ ਵਾਹਿਗੁਰੂ ਦਾ ਨਾਮ, ਸਭ ਤੋਂ ਵੱਡਾ ਵਾਹਿਗੁਰੂ ਦਾ ਨਾਮ ਹੈ। ਜੋ ਨਾਮ ਦਾ ਦਾਨ ਦੇਵੇ ਉਹ ਸਭ ਤੋਂ ਵੱਡਾ ਦਾਨੀ। ਵੱਡੇ ਦਾਨ ਦੇਣ ਵਾਲੇ ਨੂੰ ਆਪਾਂ ਵੱਡਾ ਕਹਿੰਦੇ ਦਾਨੀ, ਤੋਂ ਵੱਡਾ ਤਾਂ ਵਾਹਿਗੁਰੂ ਦਾ ਨਾਮ ਹੈ ਭਾਈ। ਮਹਾਦਾਨ, ਤੁਸੀਂ ਸਭ ਤੋਂ ਵੱਡੇ ਦਾਨੀ ਹੋ, ਕਿਉਂਕਿ ਸੰਸਾਰ ਨੂੰ ਤੁਸੀਂ ਵਾਹਿਗੁਰੂ ਦਾ ਵੱਡਾ ਨਾਮ ਵੰਡ ਰਹੇ ਹੋ, ਵਾਹਿਗੁਰੂ ਦੇ ਨਾਮ ਦਾ ਗਿਆਨ ਵੰਡ ਰਹੇ ਹੋ। ਬ੍ਰਹਮ ਗਿਆਨ ਦੇਣ ਵਰਗਾ ਹੋਰ ਦਾਨ ਕੀ ਹੈ? ਗੁਰਸਿੱਖ ਪਿਆਰੇ ਜੀ ਦਾਨ ਦੇ ਭਗਤੀ ਲਾਇਨ, ਹਰਸ਼ਿਵ ਲੈਣ ਮੰਡਾਏ। 150 ਪਾਉਂਡ ਦੇ ਦੋ, ਕੱਲ ਨੂੰ ਮੁੱਕ ਜਾਣਗੇ। 1000 2000 ਦੇ ਦੋ, ਮਹੀਨੇ ਚ ਮੁੱਕ ਜਾਣਗੇ। ਇਹ ਤਾਂ ਮੁੱਕਣ ਵਾਲੀਆਂ ਚੀਜ਼ਾਂ, ਘਟਣ ਵਾਲੀਆਂ ਚੀਜ਼ਾਂ ਨੇ। ਇੱਕ ਵਾਹਿਗੁਰੂ ਦਾ ਨਾਮ ਹੈ, ਜਿਹਨੂੰ ਬਖਸ਼ ਦੋ ਇਹ ਟੋਟ ਨਾ ਆਵੇ, ਵੱਧ ਹੋ ਜਾਈ। ਜਿਉਂ ਜਿਉਂ ਵਰਤੂਗਾ ਉਹ ਵੱਧਦਾ ਹੀ ਜਾਊਗਾ। ਬ੍ਰਹਮ ਗਿਆਨ ਦੀ ਦਾਤ ਐਸੀ ਹੈ ਗੁਰਮੁਖ ਪਿਆਰਿਓ, ਜਿਹਨੂੰ ਬ੍ਰਹਮ ਗਿਆਨ ਸਤਿਗੁਰ ਬਖਸ਼ ਦੇਣ ਉਹਨੇ ਘਟਣਾ ਥੋੜੋ ਹੈ। ਜਿਉਂ ਜਿਉਂ ਸੰਸਾਰ ਨੂੰ ਵੰਡਣਗੇ ਤਿਉਂ ਤਿਉਂ ਵੱਧਦਾ ਜਾਊਗਾ। ਐਸੇ ਤੁਸੀਂ ਮਹਾਦਾਨ ਦਾਨੀ, ਸਭ ਤੋਂ ਵੱਡੇ ਦਾਨੀ ਹੋ, ਜਿਹੜੇ ਨਾਮਦਾਨ ਤੇ ਬ੍ਰਹਮ ਗਿਆਨ ਦੀ ਦਾਤ ਬਖਸ਼ਦੇ ਹੋ। ਮਨ ਚਾਉ ਨਾ ਹਟਾ, ਇੱਕ ਹੋਰ ਗੁਣ ਹੈ ਗੁਰੂ ਅਰਜਨ ਦੇਵ ਜੀ, ਇਹ ਦਾਨ ਕਰਨ ਦਾ ਚਾਉ ਤੁਹਾਡੇ ਮਨ ਵਿੱਚੋਂ ਹਟਦਾ ਹੀ ਨਹੀਂ। ਸਾਡੇ ਥੋੜਾ ਜਿਹਾ ਹੋ ਜਾਂਦੀ ਹੈ ਕਮਜ਼ੋਰੀ, ਵੀ ਕੱਲ ਦੇ ਕਰਾਈ ਤੀ, ਹੁਣ ਪਰਸੋਂ ਨੂੰ ਫੇਰ ਕਰਾਉਣੀ ਹੈ, ਕਾਹਨੂੰ ਮਹੀਨੇ ਬਾਅਦ ਕਰਾ ਦੇਂਗੇ। ਸਾਡੇ ਤਾਂ ਚਾਉ ਹਟ ਜਾਂਦਾ, ਭਾਂਡੇ ਮਾਂਜਣ ਦਾ ਚਾਉ ਹਟ ਜਾਂਦਾ, ਦਾਨ ਦੇਣ ਦਾ, ਕਿਸੇ ਦਾ ਭਲਾ ਕਰਨ ਦਾ ਥੋੜਾ ਚਿਰ ਚਾਉ ਚੜ੍ਹਦਾ। ਬਰਾਗ ਕਈ ਤਰ੍ਹਾਂ ਦੇ ਲਿਖੇ ਹੈ, ਪੰਜਾਬੀ ਦੀਆਂ ਗੱਲਾਂ ਉਹ ਸ਼ਾਸਤਰ ਨੂੰ ਜੇ ਪੜ੍ਹੀਏ ਪਤਾ ਲੱਗਦਾ। ਮਨ ਚਾਉ ਨਾ ਹੁਟੈ, ਕੋਈ ਉਹ ਪ੍ਰੇਮੀ ਹੁੰਦਾ ਹੈ
ਜਿਹਦੇ ਚੌਏ ਚੜਿਆ ਰਵੇ, ਚੌ ਹਟੇ ਨਾ ਸੇਵਾ ਕਰਨ ਦਾ, ਭਲਾ ਕਰਨ ਦਾ, ਨਾਮ ਜਪਣ ਦਾ। ਨਹੀਂ ਤਾਂ ਬਹੁਤ ਛੇਤੀ ਬਰਾਗ ਆਉਂਦਾ, ਤਿਰ ਤੀਬੇ ਤੀਬਰ ਬਰਾਗ ਆਦਿਕ ਲਿਖੇ ਨੇ ਗੁਰਸਿੱਖ ਪਿਆਰਿਓ। ਇੱਕ ਬਰਾਗ ਤੁਹਾਡੇ ਪੰਜਾਬੀ ਦਾ ਸ਼ਬਦ ਹੈ ਗਧਾ ਬਰਾਗ, ਖਰ ਬਰਾਗ। ਖਰ ਗਧੇ ਤਾਂ ਦੇਖੀਆਂ ਤੁਸੀਂ, 24 ਘੰਟੇ ਦੇਖਦੇ ਰਹੇ ਆਪਾਂ। ਇੱਕ ਉਹ ਬਰਾਗ ਹੁੰਦਾ। ਉਹ ਬਰਾਗ ਪਤਾ ਕਹਿ ਜਾਂਦਾ, ਯਾਦ ਕਰੋ ਆਪਣੇ ਪਿੰਡਾਂ ਨੂੰ। ਜਿਸ ਪਿੰਡਾਂ ਵਿੱਚ ਗਧੇ ਹੋਣ ਨਾ, ਇੱਕ ਤਾਂ ਖੜਾ ਹੋਵੇ ਫਲੌਰ ਕੰਨੀ ਤੇ ਇੱਕ ਖੜਾ ਹੋਵੇ ਜਲੰਧਰ ਕੰਨੀ, ਲੁਧਿਆਣੇ ਲਾਡੂਵਾਲ। ਤੇ ਗੁਰਮੁਖ ਪਿਆਰਿਓ, ਜਦ ਇੱਕ ਪਾਸੇ ਗਧਾ ਬੋਲੂਗਾ ਨਾ, ਉਹ ਆਪਣੇ ਭਾਈ ਦੀ ਉਹਨੇ ਆਵਾਜ਼ ਸੁਣ ਕੇ ਨਾ 100 ਕਿਲੋਮੀਟਰ ਤੇ ਨੱਠਣਾ ਵੀ ਮੇਰਾ ਭਾਈ ਮਿਲੇ, ਖੜਾ ਉਹਨੂੰ ਮਿਲਾਂ ਜਾ ਕੇ। ਪਾਥੀਆਂ ਢਾ ਦੇਣਗੇ, ਖਲਵਾੜਿਆਂ ਦੇ ਉੱਪਰ ਨੂੰ ਨੱਠੂਗਾ ਕਿ ਭਾਈ ਨੂੰ ਮਿਲਣਾ ਜਾ ਕੇ। ਇੰਨਾ ਇਹ ਖਰਬੈਰਾਗ ਹੈ। ਨੱਠਿਆ ਤਾਂ 100 ਕਿਲੋਮੀਟਰ ਤੇ ਮਿਲਣ ਨੂੰ, ਪਰ ਜਦ ਦੋਏ ਇਕੱਠੇ ਹੋਏ ਲਤਮ ਲਤੀ ਕੋ ਸਾਤਨ ਜਾਂਦੇ ਨਹੀਂ, ਉਹਦੇ ਜੜਤੀਆਂ ਉਹਨੇ ਦੋ ਉਹਦੇ ਕੰਨਾਂ ਪਰ ਜੜਤੀਆਂ। ਇਹ ਹੁੰਦਾ ਤੀਬਰ ਬਰਾਗ। ਤੁਹਾਡੇ ਚ ਵੀ ਮੇਰੇ ਵਰਗਿਆਂ ਚ ਵੀ ਬਹੁਤ ਹੁੰਦਾ। ਬਾਬਾ ਜੀ ਬੜੇ ਬ੍ਰਹਮ ਗਿਆਨੀ ਹੈ, ਬਾਬਾ ਜੀ ਤਾਂ ਰੱਬ ਦੇ ਰੂਪ ਹੈ। ਦੂਈ ਵਾਰ ਨੂੰ ਪਾਣੀ ਵੀ ਨਹੀਂ ਪੁੱਛਣਾ। ਇਹ ਖਰ ਤੀਬਰੇ ਖਰਾ ਕਹਿੰਦੇ ਹੁਣ ਇਹ ਜੇ ਬਹੁਤ ਫਿਰਦੇ ਆ। ਇਹ ਖਰ ਬਰਾਗ ਹੁੰਦਾ ਗੁਰਸਿੱਖ, ਚਾਓ ਨਾ ਉੱਟੇ। ਕੋਈ ਪ੍ਰੇਮੀ ਹੁੰਦੇ ਨੇ ਤਾਂ ਹੀ ਉਹ ਵਿਦਵਾਨਾਂ ਨੇ ਲਿਖਿਆ, ਗਿਆਨੀ ਕੋ ਗਿਆਨੀ ਮਿਲੇ ਕਰੇ ਗਿਆਨ ਕੀ ਬਾਤ। ਉਹਨਾਂ ਦੋਹਾਂ ਚ ਬਰਾਗ ਹੁੰਦਾ। ਗਿਆਨੀ ਨੂੰ ਗਿਆਨੀ ਮਿਲਣ ਦੀ ਇੱਛਾ ਹੁੰਦੀ ਹੈ, ਕੋਈ ਗਿਆਨਵਾਨ ਮੈਨੂੰ ਮਿਲੇ। ਉਹ ਮਿਲਦੇ ਸਾਰ ਹੀ ਗਿਆਨ ਦੀ ਚਰਚਾ ਕਰਨਗੇ, ਸ਼ਬਦ ਦੀ ਚਰਚਾ ਕਰਨਗੇ। ਗਿਆਨੀ ਕੋ ਗਿਆਨੀ ਮਿਲੇ करे ज्ञान की बात, खोते को खोता मिले दोनों लत मलात। क्योंकि उन्होंने जेड़ा बराग है वह खर बराग है। बस चाओ हट गया मिंट च। गुरसिख प्यारे 4 दिन गुरुद्वारे आए, 5वें दिन बंद, 6 दिन आए, 7वें दिन बंद, 4 दिन बाणी पढ़ ली, बस पढ़ ली। हुण कहंदे बथेरी है। पुछीदा भी नितनेम करदा हुंदा, कहंदा कदे कदे। जपजी साहब पढ़दे हुंदे, घरां जाके पुछीदा तुहाडे, कहंदे जी कदे कदे। फिर पुछीदा भी रोटी कद खाना, कहंदा रोज 3 बार। जपजी साहब कदे कदे, परौंठे 4 बार। देखो कहते फिर सानू सुख मिल जाए, शांति हो जाए। हे गुरु अर्जन पातशाह जी, तुसी ऐसे सतगुर हो। ये महादान परोपकार पर पीर निवारण, दुखां नू निवारदे हो दुनिया दे होरां दे, पराए दी पीर नू निवारना। ये जेड़े चाओ ने कदे हटदे ही नहीं तुहाडे मन विचों। मन चाओ ना हुटे, चाओ चढ़िया रहना सेवा करन दा, परोपकार करन दा, किसे दा भला करन दा। ये बहुत गुरु दी बख्शिश है। सतवंत हर नाम मंत्र। हे सतगुरु जी, सतवंत, सतवंत दा अर्थ हुंदा है जो वचन कर देना वो सत नू निभा देना, ओनू पूरा कर देना। वो गुरमुख प्यारे अर्ज गुरु अर्जन देव जी ने दी उपमा चल रही है। यह जा सतवंत थानू कौन लभूगा? तत्ती तवी ते बैठ के भी वचन पका देते, रेत पवा के भी वचन पका देते, देगे विचों वाला खा लिया। केड़ा वचन पकाया? गुरमत दा, गुरसिखी दा। गुरसिख प्यारे संगत ने वचन करता सी एदा रिश्ता नहीं लेना। इहने वचन कीता संगत नू छोटी ते आप वड्डा बने। एदा रिश्ता महाराज हरगोबिंद साहब नू रिश्ता आया सी ना पुत्र चंदू दा। संगत ने कहता महाराज हंकारी है कि चबारे दी इट मोरी नू लाया तू। ये वचन कीता सी चंदू ने। चंदू सवाईया वजीर सी, ओदी धी दा रिश्ता कर गए सी पंडित गुरु हरगोबिंद साहब जी नू। ते गुरसिख प्यारे उन्हें गुरु घर नू नीवा ते अपने आप नू वड्डा। संगत दा वचन अपने सत करके निभाता। फिर जहांगीर ने पिछे इको वचन आख्या सी गुरु अर्जन देव जी नू कि 1.25 लाख रुपया तुहाडे ते जुर्माना। 3 चीजां महाराज नू कहियां सी जहांगीर ने। 1.25 लाख जुर्माना क्योंकि तुसी खुसरो नू रोटी खिलाई है, मेरे विरोधी नू टिक्का लाया, उन्होंने तिलक दिता है, 1.25 लाख जुर्माना भरो। नंबर 2, दीन कबूल कर लो, फिर थोड़ा 1.25 लाख जुर्माना भी समाप्त, तुसी मुसलमान सरा विच आ जाओ। एक ने आखिरी शर्त कही सी, वो कहड़ी कि गुरु ग्रंथ साहब विच मुहम्मद साहब दा नाम लिख दो। तुसीं सियाणे बैठे हो, गुरु ग्रंथ साहब दा पाठ करते हो, ਇਹਦੇ ਵਿੱਚ ਸਾਰੇ ਗੁਰੂ ਪੀਰ ਦੇवी देवतियां ਦਾ नाम है जिन्ने भी अवतार आए हैं, पर गुरु ग्रंथ साहब विच मुहम्मद साहब ਦਾ नाम नहीं है। जो इस्लाम धर्म ਦੇ ਸਭ ਤੋਂ ਵੱਡੇ ਮੁਹੰਮਦ ਹਜ਼ਰਤ ਹੋਏ ਨੇ ਉਹਨਾਂ ਦਾ ਨਾਮ ਨਹੀਂ ਕੱਢੋਗੇ ਤੁਸੀਂ। राम कृष्ण ब्रह्मा विष्णु अवतार जिन्ने भी आए 24 अवतार सारे ਦਾ ਨਾਮ ਕੱਢ ਲਓ। देवी देवतियां ਦਾ ਨਾਮ ਕੱਢ ਲਓ ਇਹਦੇ ਵਿੱਚੋਂ। ਬੋਧੀਆਂ ਦਾ ਨਾਮ ਹੈਗਾ, ਜੈਨੀਆਂ ਦਾ ਨਾਮ ਹੈਗਾ, ਗੁਰਮੁਖ ਪਿਆਰਿਓ, ਪਰ ਇੱਕ ਨਾਮ ਨਹੀਂ ਮੁਹੰਮਦ ਸਾਹਿਬ ਦਾ ਵਿੱਚ ਨਹੀਂ ਲਿਖਿਆ ਮਹਾਰਾਜ ਨੇ। ਇਹ ਕਾਜ਼ੀਆਂ ਨੇ ਚੱਕਿਆ ਸੀ ਕਿ ਮੁਸਲਮਾਨਾਂ ਦੇ ਸਭ ਤੋਂ ਵੱਡੇ ਪੀਰ ਮੁਹੰਮਦ ਸਾਹਿਬ ਨੂੰ ਬਾਹਰ ਰੱਖਿਆ। ਉਹ ਕਹਿੰਦੇ ਸਾਂਝਾ ਗ੍ਰੰਥ ਹੈ। ਇਸ ਚੱਕ ਵਿੱਚ ਉਹਨੇ ਸ਼ਰਤ ਆਖਰੀ ਇਹ ਰੱਖੀ, ਸਤਵੰਤ
ਜਹਾਂਗੀਰ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਮੁਹੰਮਦ ਸਾਹਿਬ ਦਾ ਨਾਮ ਲਿਖ ਦਿਓ, ਉਹਦੀ ਸਿਫਤ ਲਿਖ ਦਿਓ, ਤੁਹਾਡਾ 1.25 ਲੱਖ ਜੁਰਮਾਨਾ ਵੀ ਮਾਫ, ਤੁਹਾਡੀ ਸਜ਼ਾਏ ਮੌਤ ਵੀ ਮਾਫ। ਜਾਓ। ਪਰ ਸਤਵੰਤ ਸੀ ਜਿਹੜਾ ਬਚਨ ਕਰਤਾ। ਗੁਰੂ ਅਰਜਨ ਕਹਿੰਦੇ ਤਵੀਆਂ ਤੇ ਬੈਠਣਾ ਕਬੂਲ, ਰੇਤ ਦੇਗੇ ਦੇ ਉਬਾਲੇ ਸ਼ਹੀਦ ਹੋਣਾ ਕਬੂਲ। ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਹੈ ਉਹਦੇ ਵਿੱਚ ਫਰਕ ਨਹੀਂ ਪਾਇਆ ਜਾਊਗਾ, ਉਹਦੇ ਮਾਣ ਸਤਕਾਰ ਵਿੱਚ ਇਹਨੂੰ ਕਹਿੰਦੇ ਸਤਵੰਤ ਗੁਰਮੁਖੋ। ਸਤ ਹੋਣਾ, ਜੋ ਬੰਤ ਬਚਨ ਕਰ ਦਿੱਤਾ ਉਹਨੂੰ ਪਗਾ ਦੇਣਾ, ਉਹ ਤੇ ਦ੍ਰਿੜ ਰਹਿਣਾ। ਇਹ ਗੁਰੂ ਅਰਜਨ ਪਾਤਸ਼ਾਹ ਦੀ ਨਹੀਂ। ਕੀ ਗੱਲ ਸੀ ਕਿ ਤੁਕ ਲਿਖ ਦਿੰਦੇ? ਆ ਵੇਖੋ ਸਾਡੇ ਹੁਣ ਪ੍ਰਚਾਰਕ ਰਾਗੀ ਢਾਡੀ ਗਿਆਨੀ ਇੱਕ ਤੁਕ ਗੁਰੂ ਗ੍ਰੰਥ ਸਾਹਿਬ ਦੀ 6 ਤੁਕਾਂ ਵਿੱਚ ਆਪਣੀਆਂ ਲੜਾਈ ਜਾਂਦੇ। ਅਰਥ ਕਰਨ ਵਾਲੇ ਤਾਂ ਪੱਟੀ ਮੇਸੇ ਕਰਤੀ ਸਿੱਖੀ ਦੀ। ਗੁਰਸਿੱਖ ਪਿਆਰਿਓ, ਬਾਣੀ ਦੇ ਅਰਥ ਉਲਟ, ਬਾਣੀ ਦਾ ਉਚਾਰਨ ਉਲਟ, ਬਾਣੀ ਦਾ ਸਭ ਕੁਝ। ਇਹ ਹੁਣ ਕਾਹ ਤੋਂ ਸ਼ਰਧਾ ਤੋੜ ਰਹੇ ਨੇ ਸੰਗਤ ਦੀ ਕਿ ਗੁਰੂ ਗ੍ਰੰਥ ਸਾਹਿਬ ਤੋਂ ਸ਼ਰਧਾ ਟੁੱਟੇ। ਸ਼ਰਧਾ ਕੱਟ ਟੁੱਟਦੀ ਹੈ ਤੁਹਾਡੀ, ਵਿਸ਼ਵਾਸ ਕੱਟ ਟੁੱਟਦਾ ਹੈ। ਇੱਕ ਚੀਜ਼ 2-3 ਰੂਪਾਂ ਵਿੱਚ ਤੁਹਾਡੇ ਸਾਹਮਣੇ ਆ ਜਾਵੇ, ਨੋਟ ਇਸ ਨੁਕਤੇ ਨੂੰ ਨੋਟ ਕਰਿਓ। ਇੱਕ ਚੀਜ਼ ਉਹਦੇ ਰੂਪ 3 ਦਿਖਣ ਲੱਗ ਜਾਣ, ਸ਼ਰਧਾ ਗਈ ਇਹ ਸੱਚੀ ਨਹੀਂ ਹੈ। ਅੱਜ ਕੇ ਆਖੋ ਸਤਨਾਮ। ਇੱਕ ਚੀਜ਼ ਇੱਕੋ ਰੂਪ ਵਿੱਚ ਸਦਾ ਦਿਖੇ ਉਹ ਸੱਚੀ, ਉਹ ਤੇ ਸ਼ਰਧਾ ਟਿਕਦੀ ਹੁੰਦੀ ਹੈ ਗੁਰਮੁਖੋ। ਜਿਹੜੀ ਇੱਕੋ ਚੀਜ਼ ਕਈ ਰੂਪਾਂ ਵਿੱਚ ਦਿਖਣ ਲੱਗ ਜਾਵੇ ਤੁਹਾਨੂੰ, ਉਹ ਤੇ ਸ਼ਰਧਾ ਗਈ, ਵਿਸ਼ਵਾਸ ਇਹਦਾ ਪਤਾ ਹੀ ਨਹੀਂ ਹੈ ਕਿਆ ਹੈ। ਇਹੀ ਚੀਜ਼ ਹੁਣ ਟੈਕਨੀਕ ਸਾਡੇ ਵਿਰੋਧੀ ਕਰ ਰਹੇ ਨੇ ਕਿ ਬਾਣੀ ਦੇ ਰੂਪ ਬਦਲ ਕੇ ਇਸ ਦੁਨੀਆ ਦੇ ਸਾਹਮਣੇ ਕਹੋ ਤਾਂ ਕਿ ਇਹ ਸੱਚੀ ਨਾ ਰਵੇ, ਇਹ ਤੇ ਭਰੋਸਾ ਨਾ ਰਵੇ। ਕੋਈ ਸਟੇਜਾਂ ਤੇ ਕੁਝ ਬੋਲਦਾ ਹੈ, ਕੋਈ ਕੁਝ ਬੋਲਦਾ, ਕਿੱਥੇ ਸ਼ਰਧਾ ਟਿਕੂਗੀ ਤੁਹਾਡੀ? ਕਿਹਦੇ ਨਾਲ ਲੱਗੋਗੇ ਤੁਸੀਂ ਗੁਰਸਿੱਖ ਪਿਆਰਿਓ? ਸਤਵੰਤ ਜੋ ਗੁਰੂ ਅਰਜਨ ਪਾਤਸ਼ਾਹ ਨੇ ਬਚਨ ਕਰਤਾ ਉਹਨੂੰ ਸੱਚ ਕਹਿ ਕੇ ਪੁਗਾਤਾ। ਨਹੀਂ ਸ਼ਹੀਦੀ ਕਬੂਲ ਕਰ ਲਈ, ਰੇਤਾ ਪਾਉਣਾ ਕਬੂਲ ਕਰ ਲਿਆ, ਤਸੀਹੇ ਸਹਿ ਲਏ, ਸਭ ਕੁਝ ਬਰਬਾਦ ਕਰਨੋਂ, ਪਰ ਸਤਿਗੁਰਾਂ ਤੇ ਸ਼ਰਧਾ ਨਹੀਂ ਤੋੜੀ। ਜੋ ਮਹਾਰਾਜ ਦੀ ਮਰਜ਼ਾਦਾ ਹੈ ਉਹਦੇ ਵਿੱਚ ਇੱਕ ਅੱਖਰ ਕਿਹਾ ਲਗ ਮਾਤਰ ਦਾ ਵੀ ਫਰਕ ਨਹੀਂ ਪਾਇਆ ਜਾਊਗਾ। ਐਸੇ ਸਤਵੰਤ ਗੁਰੂ ਅਰਜਨ ਦੇਵ ਮਹਾਰਾਜ। ਹਰ ਨਾਮ ਮੰਤਰ ਨਵ ਨਿਧ ਨਾਨਕ ਖੁੱਟੈ। ਤੁਸੀਂ ਕਿਸ ਚੀਜ਼ ਦਾ ਮੰਤਰ ਹੈ? ਤੁਹਾਨੂੰ ਕਿੱਥੋਂ ਮਿਲੀ ਸ਼ਕਤੀ? ਜੋ 9 ਨਿਧਾਂ ਦਾ ਖਜ਼ਾਨਾ ਵਾਹਿਗੁਰੂ ਦਾ ਨਾਮ ਹੈ, ਉਹ ਤੋਂ ਸ਼ਕਤੀ। ਦੇਖੋ ਸ਼ਕਤੀਆਂ ਮਿਲਦੀਆਂ ਨੇ ਗੁਰਮੁਖੋ, ਮਾਇਆ ਤੋਂ ਸ਼ਕਤੀ ਮਿਲਦੀ ਹੈ ਬੰਦੇ ਨੂੰ, ਪਰ ਘਟਣਹਾਰ ਹੈ। ਪਦਾਰਥ ਤੋਂ ਸ਼ਕਤੀ ਹੁਣ ਕਿੰਨੇ ਭੋਜਨ ਆਪਾਂ ਜਵਾਨੀ ਚ ਖਾਂਦੇ ਹਾਂ। ਬੱਚੇ ਨੂੰ ਦੁੱਧ ਤੋਂ ਸ਼ਕਤੀ ਮਿਲਦੀ ਹੈ, ਪਰੌਂਠਿਆਂ ਤੋਂ ਮਿਲਦੀ ਹੈ। ਇਹ ਵੀ ਆਪਣਾ ਦਿਨ ਇੱਕ ਦਿਨ ਇਹ ਜਾ ਆਉਣਾ, ਘਰ ਪਰੌਂਠੇ ਬਣਨਗੇ ਗੋਭੀ ਦੇ, ਆਲੂਆਂ ਦੇ, ਦੇਸੀ ਘੀ ਦੇ, ਤੇ ਨਿਆਣੇ ਕਹਿਣਗੇ ਬਾਪੂ ਖਾ ਲੈ, ਬਾਪੂ ਹੱਥ ਬੰਨੂਗਾ, ਹੁਣ ਹਜਮ ਨਹੀਂ ਹੁੰਦੇ। ਅਵਸਥਾ ਆ ਜਾਣੀ ਹੈ, ਪਰਾਏ ਦੇ ਬਸ ਹੋ ਜਾਣਾ। ਇਹ ਸਭ ਸ਼ਕਤੀਆਂ ਮਿੱਤਰਾਂ ਸੱਜਣ ਮਿੱਤਰਾਂ ਦੀ ਸ਼ਕਤੀ ਇਹ ਵੀ ਘਟਦੀ ਹੈ। ਕੁਰਸੀ ਦੀ ਸ਼ਕਤੀ ਤਾਕਤ ਦੀ ਇਹ ਵੀ ਘਟਦੀ ਹੈ। ਜਿੰਨਾ ਚਿਰ ਬੈਠੇ ਦੂਏ ਦਿਨ ਚਪੜਾਸੀ ਨੇ ਵੀ ਨਹੀਂ ਪੁੱਛਣਾ ਤੈਨੂੰ। ਇੱਕ ਨਵ ਨਿਧ ਨਿਖੁੱਟੈ, ਨਾ ਖਟਣ ਵਾਲੀ ਨਾ ਮੁੱਕਣ ਵਾਲੀ ਸ਼ਕਤੀ ਉਹ ਵਾਹਿਗੁਰੂ ਦੇ ਨਾਮ ਦੀ ਹੈ। ਉਹਨੇ ਮੁੱਕਣਾ ਤਾਂ ਕੀ ਹੈ? ਦਿਨ ਦਿਨ ਨਿਤ ਨਿਤ ਚੜ੍ਹੇ ਸਵਾਈ, ਉਹ ਤਾਂ ਦੂਣੀ ਚੌਣੀ ਹੁੰਦੀ ਜਾਂਦੀ ਹੈ। ਉਹ ਵਾਹਿਗੁਰੂ ਦੇ ਨਾਮ ਤੋਂ ਤੁਹਾਨੂੰ ਇਹ ਸ਼ਕਤੀਆਂ ਪ੍ਰਾਪਤ ਹੋਈਆਂ। ਉਹੀ ਨਾਮ ਦੀਆਂ ਸ਼ਕਤੀਆਂ ਤੁਸੀਂ ਸੰਗਤ ਨੂੰ ਵਰਤਾ ਰਹੇ ਹੋ। ਗੁਰ ਰਾਮਦਾਸ ਤਨ ਸਰਬ ਮੈਂ ਸਹਿ ਚੰਦੋਆ ਤਾਣਿਓ। ਇਹ ਤਾਨੇ ਗੁਰੂ ਰਾਮਦਾਸ ਜੀ ਦੇ ਸੁਪੁੱਤਰ, ਤੁਸੀਂ ਸਾਰਿਆਂ ਖਾਤਰ ਸਰਬ ਮੈਂ, ਤੁਸੀਂ ਸਾਰਿਆਂ ਨੂੰ ਇੱਕ ਸਾਰ, ਸਾਰਿਆਂ ਵਿੱਚ ਵਿਆਪਕ ਹਰੀ ਦਾ ਰੂਪ, ਤੁਸੀਂ ਸਹਿਜ ਪ੍ਰਕਾਸ਼ ਰੂਪੀ, ਗਿਆਨ ਰੂਪੀ, ਧੀਰਜ ਰੂਪੀ ਚੰਦੋਆ ਤਾਣ ਦੇਣਾ। ਜਾਂ ਚੰਦੋਆ ਤਾਣਦੀ ਹੈ ਤਾਂ ਸਾਰੇ ਆ ਕੇ ਹੇਠ ਬਹਿ ਜਾਏ, ਸਾਰਿਆਂ ਨੂੰ ਛਾਂ ਮਿਲ ਜਾਂਦੀ ਹੈ, ਸਾਰਿਆਂ ਨੂੰ ਜਗ੍ਹਾ ਮਿਲ ਜਾਂਦੀ ਹੈ। ਤੁਸੀਂ ਸਾਰੇ ਸੰਸਾਰ ਖਾਤਰ ਗੁਰੂ ਨਾਨਕ ਦੇ ਦਰ ਦਾ ਸਹਿਜ ਗਿਆਨ, ਸ਼ਾਂਤੀ, ਪ੍ਰਕਾਸ਼, ਚਾਨਣੇ ਰੂਪ ਗਿਆਨ ਸਰੂਪ ਦਾ ਚੰਦੋਆ ਤਾਣ ਦਿੱਤਾ। ਗੁਰ ਅਰਜਨ ਕਲਚਰੈ। ਗੁਰੂ ਅਰਜਨ ਜੀ ਮਹਾਰਾਜ ਦੀ ਉਪਮਾ ਕਲ ਜੀ ਭੱਟ ਉਚਾਰਨ ਕਰਦੇ ਹਨ। ਤੈ ਰਾਜ ਜੋਗ ਰਸ ਜਾਣਿਓ। ਰਾਜ ਜੋਗ ਰਸ ਜਾਣਿਓ। ਰਾਜ ਜੋਗ, ਤੁਸੀਂ ਘਰ-ਬਾਰ ਵਿੱਚ ਰਹਿ ਕੇ ਜੋਗ ਦਾ ਰਸ ਆਨੰਦ ਮਾਣਿਆ। ਇਹ ਵੀ ਥੋੜੀ ਜਿਹੀ ਸਮਝਣ ਵਾਲੀ ਗੱਲ ਹੈ ਗੁਰਮੁਖੋ, ਲੱਗਦੀ ਔਖੀ ਹੈ, ਪਰ ਜੇ ਸਭ ਕੁਝ ਹੁੰਦੇ ਆ ਉਹ ਤੋਂ ਨਿਰਲੇਪ ਹੋ ਜਾਓ ਨਾ, ਉੱਥੇ ਇੱਕ ਰਸ ਬਣਨਾ ਹੈ, ਆਨੰਦ ਬਣਨਾ ਹੈ। ਸਭ ਕੁਝ ਹੁੰਦੇ ਆ ਨਾ ਸਮਝਣਾ, ਉਹਦੇ ਵਿੱਚੋਂ ਇੱਕ ਰਸ ਪੈਦਾ ਹੋਣਾ। ਤੇ ਇਹਨੂੰ ਦੂਜੇ ਪਾਸੇ ਸਮਝੋ ਜਰਾ, ਸਭ ਕੁਝ ਹੁੰਦੇ ਆ ਸਮਝਣਾ ਕਿ ਹੈਗਾ, ਇਹ ਵੀ ਤਾਂ ਇੱਕ ਰਸ ਹੈ ਨਾ। ਬੱਸ ਵਿੱਚ ਬੈਠਿਆਂ ਨੂੰ ਵੀ ਯਾਦ ਆਉਂਦਾ ਹੈ 50,000 ਦੀ FD ਹੈਗੀ, ਇਹ ਵੀ ਇੱਕ ਰਸ ਬਣਿਆ ਹੋਇਆ।
ਕੱਪੜਿਆਂ ਦਾ ਰਸ ਬਣਿਆ ਵਾ ਵੀ ਸੂਟ ਪਾਇਆ ਵਾ 5000 ਪਾਉਂਡ ਦਾ। ਇਹ ਵੀ ਇੱਕ ਹੁੰਦੀ ਚੀਜ਼ ਨੂੰ ਯਾਦ ਰੱਖਣਾ, ਉਹ ਵੀ ਇੱਕ ਰਸ ਦਿੰਦਾ ਹੈ। ਇਹੀ ਤਾਂ ਉਵੇਂ ਦਾ ਰਸ ਹੈ। ਪੁੱਤਰ ਧੀਆਂ ਹੈਗੇ, ਪ੍ਰਾਪਰਟੀ ਹੈਗੇ, ਇੱਕ ਰਸ ਬਣਿਆ ਵਾ ਆਪਾਂ ਨੂੰ ਤਾਂ ਹੀ ਯਾਦ ਲੈਣੇ ਆ। ਜੇ ਰਸ ਨਾ ਬਣੇ ਤੇ ਕਿੱਥੇ ਹੰਕਾਰ ਕਰੀਏ ਅਸੀਂ। ਇਹ ਤੋਂ ਉਲਟ ਜਿਹੜੀ ਗੱਲ ਹੈ, ਕਿਤੇ ਤੁਸੀਂ ਹੁੰਦਿਆਂ ਹੋਇਆਂ ਭੁੱਲ ਜਾਓ ਵੀ ਕੁਝ ਨਹੀਂ ਹੈ, ਉਥੋਂ ਵੀ ਇੱਕ ਰਸ ਬਣਨਾ ਹੈ। ਪਰ ਇਹ ਭੁੱਲਣਾ ਹੀ ਔਖਾ ਹੈ। ਅੱਜ ਕਹੇ ਆਖੋ ਸਤਨਾਮ, ਰਸਤਾ ਤਾਂ ਬਣੇ। ਯਾਦ ਰੱਖਣਾ ਬਹੁਤ ਸਿਖਾਣਾ ਹੈ, ਬਹੁਤ ਸਿਖਾਣਾ ਹੈ। ਮੇਰਾ ਕੁਝ ਇੰਨਾ ਕੁਝ ਹੈਗਾ, ਮੈਂ ਇੰਨਾ ਕੁਝ ਕਰਨ ਜੋਗਾ, ਮੈਂ ਇੰਨਾ ਪੜ੍ਹਿਆ ਹੋਇਆ। ਇਹ ਰਸ ਯਾਦ ਰੱਖਣਾ ਬੜਾ ਸਿਖਾਣਾ ਹੈ। 24 ਘੰਟੇ ਸਾਡੇ ਯਾਦ ਹੈ, ਪੁੱਤਰ ਧੀਆਂ, ਪ੍ਰਾਪਰਟੀ, ਫੈਕਟਰੀ, ਸਭ ਕੁਝ ਯਾਦ ਹੈ। ਪਰ ਇਹ ਸਭ ਕੁਝ ਹੁੰਦਿਆਂ ਇਹ ਯਾਦ ਰੱਖਣਾ ਕਿ ਮੇਰਾ ਨਹੀਂ ਹੈ। ਹੁੰਦਿਆਂ ਯਾਦ ਰੱਖਣਾ, ਹੁੰਦੇ ਮਾਣ ਜੋ ਹੋਏ ਨਿਮਾਣਾ, ਹੁੰਦੇ ਤਾਣ ਜੋ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਉਹ ਰਸ ਜਿਨ੍ਹਾਂ ਨੂੰ ਆਉਣਾ ਹੈ ਨਾ ਗੁਰਮੁਖੋ, ਸਭ ਕੁਝ ਹੁੰਦਿਆਂ ਹੋਇਆਂ ਕਹਿਣਾ ਮੇਰਾ ਨਹੀਂ ਹੈ, ਉਥੋਂ ਇੱਕ ਰਸ ਪੈਦਾ ਹੋਣਾ। ਸਭ ਕੁਝ ਹੁੰਦਿਆਂ ਹੋਇਆਂ ਕਹਿਣਾ ਮੇਰਾ ਹੈ, ਉਥੋਂ ਜਿਹੜਾ ਰਸ ਪੈਦਾ ਹੋਣਾ, ਉਸ ਰਸ ਦਾ ਨਾਮ ਹੈ ਹਉ ਮੈਂ। ਸਭ ਕੁਝ ਹੁੰਦਿਆਂ ਹੋਇਆਂ ਕਹਿਣਾ ਮੇਰਾ ਹੈ ਨਹੀਂ, ਉਸ ਰਸ ਦਾ ਨਾਮ ਹੈ ਪ੍ਰੇਮ। ਅੱਜ ਕੇ ਆਖੋ ਸਤਨਾਮ, ਉਹ ਹੈ ਪ੍ਰੇਮ ਰਸ। ਮੈਂ ਜਿਨ੍ਹਾਂ ਨੂੰ ਇਹ ਰਸ ਆ ਗਿਆ, ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆ ਗਏ। ਉਹ ਐਸੇ ਰੱਜ ਗਏ, ਮੁੜ ਕੇ ਭੁੱਖ ਲੱਗੀਓ ਨਹੀਂ। ਉਹ ਰੱਜੇ ਹੀ ਰਹੇ, ਤ੍ਰਿਪਤ ਰਹੇ। ਮਹਾਰਾਜ ਕਹਿੰਦੇ, ਹੇ ਗੁਰੂ ਅਰਜਨ ਪਾਤਸ਼ਾਹ ਜੀ, ਛਤਰ ਝੁਲਦੇ ਨੇ, ਦੁਨੀਆ ਮੱਥੇ ਟੇਕਦੀ ਹੈ, ਤੇਰੀ ਜੈ ਜੈਕਾਰ ਹੋ ਰਹੀ ਹੈ, ਜਗਤਰ ਵਿੱਚ ਤੇਰਾ ਜਸ ਫੈਲਿਆ ਹੋਇਆ ਹੈ, ਗਿਆਨ ਦਾ ਚੰਦੋਆ ਤਾਣ ਦਿੱਤਾ ਤੂੰ, ਐਡੀ ਵਡਿਆਈ। ਗੁਰੂ ਅਰਜਨ ਪ੍ਰਤੱਖ ਰੱਬ ਕਰਕੇ ਤੈਨੂੰ ਪੂਜ ਰਹੇ ਨੇ। ਪਰ ਜਿਹੜਾ ਤੂੰ ਰਸ ਮਾਣਿਆ, ਸਭ ਕੁਝ ਹੁੰਦਿਆਂ ਹੋਇਆਂ, ਇਹ ਤੋਂ ਨਿਰਲੇਪ ਹੋ। ਇਹ ਰਾਜ ਜੋਗ ਦਾ ਰਸ, ਇਹੀ ਗੁਰਸਿੱਖਾਂ ਨੂੰ ਗੁਰੂ ਨਾਨਕ ਨੇ ਵਰਤਾਇਆ ਸੀ। ਘਰ ਵਾਰੀ ਹੋਏ ਵਰਤਿਆ, ਘਰ ਵਾਰੀ ਸਿੱਖ ਪੈਰੀ ਪਾਏ। ਵੇਖੋ ਕੈਸੀ ਭਾਈ ਗੁਰਦਾਸ ਜੀ ਦੀ ਤੁਕ ਹੈ। ਇੱਕ ਇੱਕ ਤੁਕ ਵਿੱਚ ਮਹੀਨੇ ਮਹੀਨੇ ਦੀ ਕਥਾ ਲਿਖ ਦਿੱਤੀ ਭਾਈ ਗੁਰਦਾਸ ਜੀ ਨੇ। ਇਹ ਜਿਹੜੇ ਸਾਡੇ ਸਤਿਗੁਰ ਨੇ, ਇਹ ਘਰ ਵਾਰੀ ਹੋਏ ਵਰਤਿਆ। ਘਰ ਵਾਰੀ ਗ੍ਰਸਤੀ ਸਾਰੇ ਸਾਡੇ ਸਤਿਗੁਰ, ਬਾਲ ਬੱਚੇ ਸਭ ਕੁਝ ਗ੍ਰਸਤ ਵਿੱਚ ਰਹਿਣਾ, ਘਰ ਵਾਰੀ ਹੋਏ ਵਰਤਿਆ। ਤੇ ਘਰ ਵਾਰੀ ਸਿੱਖ ਪੈਰੀ ਪਾਏ। ਜਿਹੜੇ ਸਿੱਖ ਆਏ ਚਰਨਾਂ 'ਚ, ਉਹਨਾਂ ਨੂੰ ਨਹੀਂ ਕਿਹਾ ਜੰਗਲਾਂ ਵਿੱਚ ਜਾਓ, ਜੱਟਾਂ ਵਧਾਓ, ਨੰਗੇ ਫਿਰੋ, ਧੂਣੇ ਤਾਪੋ। ਉਹਨਾਂ ਨੂੰ ਵੀ ਕਿਹਾ ਗ੍ਰਸਤ ਵਿੱਚ ਰਹੋ, ਘਰ ਵਾਰੀ ਬਣੋ, ਕਿਰਤ ਕਰੋ, ਬਾਲ ਬੱਚਿਆਂ ਵਿੱਚ ਰਹੋ, ਜਗ ਨਾਲ ਜੁੜ ਕੇ ਰਹੋ। ਆਪ ਸਾਡੇ ਸਤਿਗੁਰ ਘਰ ਵਾਰੀ ਹੋਏ ਵਰਤਿਆ ਤੇ ਸਿੱਖਾਂ ਨੂੰ ਘਰ ਵਾਰੀ ਸਿੱਖ ਪੈਰੀ ਪਾਏ। ਐਵੇਂ ਜੋਗੀਆਂ ਦੇ ਟੋਲੇ ਨਹੀਂ ਬਣਾਏ ਸਾਡੇ ਸਤਿਗੁਰਾਂ ਨੇ, ਸੰਨਿਆਸੀਆਂ ਬਰਾਗੀਆਂ ਦੇ ਟੋਲੇ ਨਹੀਂ ਆਪਣੇ ਚੇਲੇ ਬਣਾਏ ਸਤਿਗੁਰਾਂ ਨੇ। ਗ੍ਰਸਤੀ ਸਿੱਖਾਂ ਨੂੰ ਆਪਣੇ ਚਰਨਾਂ ਨਾਲ ਜੋੜਿਆ। ਦੇਖੋ ਭਾਈ ਗੁਰਦਾਸ ਜੀ ਕਿੰਨੀ ਉੱਚੀ ਵਾਰ ਦੀ ਤੁਕ ਲਿਖਦੇ ਨੇ। ਨਹੀਂ ਤਾਂ ਬਥੇਰੇ ਹੁਣ ਸਾਡੇ ਲਾਣੇ ਨੂੰ ਪਤਾ ਨਹੀਂ ਕੀ ਵਹਿਮ ਹੋਇਆ, ਚੋਲੇ ਵਾਲੇ ਬਾਬਿਆਂ ਨੂੰ ਘਰ-ਬਾਰ ਛਡਾਤਾ ਚੰਗੇ ਭਲੇ ਮੁੰਡਿਆਂ ਦਾ। ਦੇਖਿਆ ਨਹੀਂ, ਇੱਕ 250-250 ਲਈ ਫਿਰਦਾ। ਲੋਕ ਕਹਿੰਦੇ ਇਹ ਤਿਆਗੀ ਹੈ। ਉਹ ਤੂੰ 2 ਮੁੰਡੇ ਛੱਡ ਕੇ 250 ਲੋਕਾਂ ਦੇ ਪੱਟ ਤੇ ਅੱਜ ਕੇ ਆਖੋ ਸਤਨਾਮ। ਤੇਰੇ 2 ਮੁੰਡੇ ਛੱਡਣ ਦਾ ਕੀ ਫਾਇਦਾ ਹੋਇਆ? ਕਈ ਡੇਰਿਆਂ 'ਚ ਮੈਂ ਤੇ ਦੁੱਖ ਨਾਲ ਕਹਿਣਾ ਪੈਂਦਾ, ਕਲੰਕ ਲੱਗਦਾ ਸਿੱਖੀ ਨੂੰ। ਇਹਨੂੰ ਕੋਈ ਨਿਦੇ ਨਾ ਸਮਝਿਓ। ਕਈ ਡੇਰਿਆਂ ਵਿੱਚ ਬਾਬੇ ਨੇ 150-150 ਬੀਬੀਆਂ ਰੱਖੀਆਂ ਵੀ ਹੈ, 50-50 67 ਬੀਬੀਆਂ ਧੀਆਂ ਭੈਣਾਂ ਰੱਖੀਆਂ ਨੇ। ਉਹ ਤੂੰ ਇੱਕ ਛੱਡ ਕੇ ਆਇਆ ਤੇ 250 ਆ ਕੇ ਇਕੱਠੀ ਕਰ ਲਈ। ਇਹ ਕਿੱਥੇ ਦੀ ਗੁਰਮਤ ਹੈ? ਇਹਨੂੰ ਸਮਝਿਓ। ਤੁਕ ਨੂੰ ਪੱਟ ਐਵੇਂ ਨਹੀਂ ਲਿਖ ਲੈਂਦੇ। ਸਤਿਗੁਰ ਪਾਤਸ਼ਾਹ ਜੀ, ਤੂੰ ਆਪ ਘਰ ਵਾਰੀ, ਤੈਂ ਨਹੀਂ ਘਰ ਤੋਂ ਕੰਮ ਕਾਰ ਛਡਾਏ ਲੋਕਾਂ ਦੇ, ਤੇ ਜੋਗੀ ਨਹੀਂ ਬਣਾਇਆ ਸਿੱਖਾਂ ਨੂੰ, ਤੇ ਚੋਲੇ ਪਾ ਕੇ ਨਾਲ ਨਹੀਂ ਤੋਰੇ, ਤੇ ਘਰ ਵਾਰੀ ਸਿੱਖ ਪੈਰੀ ਪਾਏ। ਭਾਈ ਗੁਰਦਾਸ ਜੀ ਕਹਿੰਦੇ ਤੂੰ ਉਹਨਾਂ ਨੂੰ ਇਹ ਚਰਨੀ ਲਾਇਆ ਜਿਹੜੇ ਗ੍ਰਸਤ ਵਿੱਚ ਰਾਜ ਜੋਗ ਕਮਾਉਂਦੇ ਸੀ, ਜਿਹੜੇ ਦਸਾਂ ਨਵੇਂ ਦੀ ਕਿਰਤ ਕਰਕੇ ਬਾਲ ਬੱਚਿਆਂ ਨੂੰ ਪਾਲਦੇ ਸੀ, ਵੰਡ ਕੇ ਛਕਦੇ ਸੀ। ਉਹ ਰਾਜ ਜੋਗ ਦਿੱਤਾ ਭਾਈ। ਹੁਣ ਅਸੀਂ ਚੇਲੇ ਤਾਂ ਬਣਾ ਲੈਂਦੇ ਹਾਂ, ਜਾਂ ਇੱਥੇ ਵੀ ਬਥੇਰੇ ਆਉਣੇ ਤੁਹਾਡੇ ਕੋਲ 15-15 ਇੱਕ 7 ਦੇ ਨਾਲ ਜਥਾ ਹੁੰਦਾ। ਉਹ ਜ਼ਿਆਦਾ ਤਾਂ ਸਾਨੂੰ ਧਿਆਨ ਲਿਆਉਣੇ ਪੈਣੇ ਹੈ, ਕਿਉਂਕਿ 2-3 ਆਈ ਵਾਰੀ ਛੱਡ ਕੇ ਜਾਣੇ ਪੈਣੇ ਆ। ਅੱਜ ਕੇ ਆਖੋ ਸਤਨਾਮ। ਇਹ ਸੋਹਣਾ ਬਿਜਨਸ ਹੈ। 15-15 ਲੱਖ ਇੱਕ ਬੰਦੇ ਦਾ ਮਿਲਦਾ ਸਾਨੂੰ ਇੱਥੇ ਆਉਣ ਦਾ। ਪਿਚੋਲਾ ਪਵਾ ਕੇ ਨਾਲ ਲੈ ਜਾਓ ਤੇ 15 ਲੱਖ ਲੈ ਲਿਓ। ਤੁਹਾਡੀ ਸੰਗਤ ਦੀ ਕਿਰਪਾ ਹੋ ਗਈ, ਮੈਨੂੰ ਤੁਸੀਂ ਬਚਾ ਲਿਆ।
ਕਿ ਜਥਾ ਕਦੇ ਲੈ ਕੇ ਆਉਣਾ ਹੀ ਨਹੀਂ, ਅੱਜ ਕੇ ਹਕੋ ਸਤਨਾਮ ਯਾਦ ਆਉਣਾ, ਕੱਲਿਆ ਨਹੀਂ ਆਉਣਾ। ਮੈਨੂੰ ਪਤਾ ਸੀ, ਮੈਂ ਦੇਖ ਲਿਆ ਸੀ ਹਾਲ ਚਾਲ, ਨਹੀਂ ਤਾਂ ਤੁਸੀਂ ਉਹ ਦੁਖੀ ਕਰ ਦੇਣਾ ਤਾਂ ਔਖੇ ਨਾ ਹੋਏ ਮੇਰੇ ਕਹੇ ਤੇ। ਤੁਸੀਂ ਉਹ ਕਹਿਣਾ ਤਾਂ ਜੀ ਆਉਂਦੀ ਵਾਰੀ ਜਥੇ 'ਚ ਮੇਰੇ ਭਤੀਜੇ ਨੂੰ ਪਾ ਕੇ ਲਿਆਇਓ, ਅੱਜ ਕੇ ਹਕੋ ਸਤਨਾਮ, ਹੋ ਜਾਣੀ ਸੀ ਗੜਬੜ। ਫੇਰ ਹੋ ਰਿਹਾ ਤੁਹਾਡੇ ਸਾਹਮਣੇ, ਮੈਂ ਤੇ ਕਾਹਨੂੰ ਕਹੋਨੇ। ਇਹ ਗੁਰਸਿੱਖੀ ਦੀ ਧਰਮ ਨਹੀਂ। ਉਹ ਨਵੀਂ ਘਰ-ਬਾਰ ਛਡਾਤਾ, ਮੁੰਡਿਆਂ ਤੇ ਨਾਲ ਲੈ ਲੈ, ਡੇਰਿਆਂ 'ਚ ਇਕੱਠੇ ਕਰ ਲਏ ਸਾਡੇ ਮੁੰਡੇ। ਉਹਨਾਂ ਦਾ ਬਣਿਆ ਕੀ? ਪੰਜਾਬੀ ਸੁਣਾਵਾਂ ਤੁਮ, ਧੋਬੀ ਦਾ ਕੁੱਤਾ ਘਰ ਦਾ ਨਾ ਘਾਟਦਾ। ਸੰਤ ਉਹਨਾਂ ਤੇ ਬਣਨੀ ਹੋਣਾ, ਮੁੜ ਕੇ ਘਰ ਦਾ ਕੰਮ ਹੋਣਾ ਨਹੀਂ। ਅੱਜ ਕੇ ਹਕੋ ਸਤਨਾਮ, ਜਿਹੜਾ ਇੱਕ ਵਾਰ ਚੋਲਾ ਪਾ ਕੇ ਤੁਰ ਗਿਆ ਉਹ ਦਾਤੀ ਖਰੂਪਾ ਕਿੱਥੇ ਚੱਕੂਗਾ? ਤੇ ਸੰਤ ਬਣਨੀ ਹੋਣਾ, ਸੰਤ ਬਣਨਾ ਸਿਖਾਇਆ ਨਹੀਂ, ਕਿਤੇ ਚੋਲੇ ਪਾ ਕੇ ਸੰਤ ਬਣਨੇ। ਧੰਨ ਗੁਰੂ ਅਰਜਨ ਪਾਤਸ਼ਾਹ ਦੀ ਮਹਿਮਾ ਕਹਿ ਰਹੇ ਨੇ ਸਤਿਗੁਰ, ਤੁਸੀਂ ਘਰ ਵਾਰੀ ਆਪ ਘਰ ਵਿੱਚ ਰਹਿ ਕੇ ਉਹ ਆਨੰਦ ਮਾਣਿਆ ਤੁਸੀਂ ਗ੍ਰਸਤ ਵਿੱਚ, ਤੇ ਉਹੀ ਆਨੰਦ ਆਪਣੇ ਸਿੱਖਾਂ ਨੂੰ ਬਖਸ਼ਿਆ ਹੈ ਘਰ ਵਿੱਚ ਰਹਿ ਕੇ। ਭਾਈ ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚੇ ਗਤ ਪਾਈ। ਬਾਹਰ ਨਿਕਲ ਕੇ ਨਹੀਂ, ਘਰ ਵਿੱਚ ਗ੍ਰਸਤ ਵਿੱਚ ਰਹਿ ਕੇ ਹੀ ਰਾਜ ਜੋਗ ਦਾ ਰਸ ਮਾਨਣਾ। ਪੈ ਨਿਰਭਉ ਮਾਣਿਓ, ਤੇ ਭੈ ਇੱਥੇ ਨਾਮ ਹੈ ਭਾਵ ਸੰਸਾਰ ਦਾ। ਭੈ ਇੱਥੇ ਕਿਉਂ ਨਿਰਭਉ ਦੋ ਵਾਰ ਸ਼ਬਦ ਆ ਗਿਆ ਨਾ, ਇੱਥੇ ਭਾਏ ਕਹੀਏ ਭਾਵ, ਭਾਵ ਹੈ ਸੰਸਾਰ ਡਰ ਰੂਪੀ। 24 ਘੰਟੇ ਡਰੇ ਡਰੇ, ਜਨਮ ਮਰਨ ਵਿੱਚ ਦੁੱਖ ਸਵਾਇਆ, ਮਹਾਰਾਜ ਦੀ ਬਾਣੀ ਨੇ ਕਹਿਤੀ। ਜਨਮ ਸਮੇਂ ਵੀ ਡਰ ਹੈ ਆਪਾਂ ਨੂੰ। ਵੇਖੋ ਆਪਾਂ ਗ੍ਰਸਤੀ ਬੈਠੇ ਹਾਂ ਧੀਆਂ ਭੈਣਾਂ ਵਾਲੇ, ਜਦ ਬੱਚੇ ਨੇ ਪੈਦਾ ਹੋਣਾ ਸਾਰੇ ਪਰਿਵਾਰ ਨੂੰ ਡਰ ਹੁੰਦਾ ਸੁਖ ਸ਼ਾਂਤੀ ਨਾਲ ਬੱਚਾ ਪੈਦਾ ਹੋ ਜਾਵੇ। ਦੇਖੋ ਜਨਮ ਦਾ ਕਿੰਨਾ ਪੈ ਲੱਗਿਆ ਗੁਰੂ ਪਿਆਰੇ। ਅਰਦਾਸਾਂ ਕਰਦੇ ਆ ਮਹਾਰਾਜ ਡਿਲੀਵਰੀ ਜਿਹੜਾ ਪ੍ਰਸੂਤ ਦਾ ਸਮੇਂ ਸੁੱਖ ਨਾਲ ਕੱਟਦੀ, ਤੇ ਮੌਤ ਦਾ ਤਾਂ ਪੈ ਦੇਖ ਲਓ 24 ਘੰਟੇ ਲੱਗਿਆ ਹੋਇਆ। ਫਿਰ ਜਿਹੜਾ ਗੱਭੇ ਹੈ, ਹੁਣ ਇਹਨੂੰ ਸਮਝ ਲਿਓ ਸਿਆਣੇ ਬੈਠੇ ਹੋ, ਜਾਂ ਜਨਮ ਦਾ ਡਰ ਹੈ, ਤੈਨੂੰ ਮਰਨ ਦਾ ਵੀ ਡਰ ਹੈ। ਇਹ ਦੋ ਹੋ ਗਏ ਤੇਰੇ ਆਦ ਅੰਤ। ਫਿਰ ਤੂੰ ਗੱਭੇ ਨੂੰ ਡਰ ਤੋਂ ਬਿਨਾਂ ਕਿਵੇਂ ਰੱਖ ਲੇਗਾ? ਤੇਰਾ ਆਦ ਡਰ ਤੋਂ ਆਰੰਭ ਹੋਇਆ ਜਨਮ ਤੋਂ, ਤੇ ਅੰਤ ਤੇਰਾ ਮੌਤ ਡਰ ਹੈ। ਤੇ ਗੱਭੇ ਗੱਭੇ ਕੂੰ ਕਹਿੰਦੇ ਮੈਨੂੰ ਡਰ ਨਾ ਲੱਗੇ ਤਾਂ ਕਦੇ ਹੋ ਹੀ ਨਹੀਂ ਸਕਦਾ ਗੁਰਸਿੱਖ ਪਿਆਰਿਆ। ਇਹ ਤਾਂ ਇਹ ਗੱਲ ਹੋ ਗਈ ਵੀ ਤੁਸੀਂ ਘਰ ਤੋਂ ਤੁਰੇ ਬਰਫ਼ ਪੈਂਦੀ ਤੀ, ਗੁਰਦੁਆਰੇ ਵੀ ਬਰਫ਼ ਸਨੋ ਪੈ ਰਹੀ ਹੈ। ਗੱਭੇ ਗੱਭੇ ਕਹਿੰਦੇ ਧੁੱਪ ਨਿਕਲ ਆਵੇ, ਅੱਜ ਕੇ ਆਖੋ ਸਤਨਾਮ। ਉਹ ਗੱਲ ਕਿਵੇਂ ਹੋ ਜੂਗੀ ਗੁਰਸਿੱਖ? ਇਹ ਅਸੀਂ ਸੋਚੀ ਬੈਠੇ। ਤੇਰਾ ਜਨਮ ਦਾ ਪਹਿ ਨਿਰਭਉ, ਪਰ ਗੁਰੂ ਅਰਜਨ ਪਾਤਸ਼ਾਹ ਜੀ ਤੁਸੀਂ ਐਸੇ ਹੋ, ਇਹ ਸੰਸਾਰ ਦਾ ਭਉ ਤੁਸੀਂ ਕੱਟ ਲਿਆ ਗੁਰੂ ਰਾਮਦਾਸ ਦੇ ਚਰਨੀ ਲਾ ਕੇ। ਤੇ ਤੁਹਾਡੇ ਚਰਨੀ ਜਿਹੜੇ ਗੁਰਸਿੱਖ ਲੱਗੇ ਨੇ, ਤੁਸੀਂ ਉਹਨਾਂ ਦਾ ਵੀ ਸੰਸਾਰ ਦਾ ਡਰ ਚੁੱਕ ਦਿੱਤਾ ਹੈ। ਲੱਖ ਮੈਂ ਲਖ ਲਖਾਇਓ, ਇਹ ਜੋ ਨਾਂ ਲਖਣ ਵਾਲਾ, ਆ ਲੱਖ ਤੇ ਲੱਖ, ਲੱਖ ਨਾਮ ਹੈ ਸੰਸਕ੍ਰਿਤ ਵਿੱਚ ਲਕਸ਼ਣ ਦਾ। ਲਕਸ਼ਣ ਹੁੰਦਾ ਪ੍ਰਤੀਕ, ਦਿਖਾਵਾ। ਲਕਸ਼ਣ ਤੋਂ ਹੀ ਪਤਾ ਲੱਗਦਾ ਨਾ ਕੌਣ ਹੈ ਉਹ। ਸਾਡੇ ਲਕਸ਼ਣ ਤੋਂ ਪਤਾ ਲੱਗਦਾ ਸਿੱਖ ਹੈ, ਲਕਸ਼ਣ ਤੋਂ ਹੀ ਪਤਾ ਲੱਗੂ ਮੁਸਲਮਾਨ ਹੈ, ਲਕਸ਼ਣ ਤੋਂ ਹੀ ਪਤਾ ਲੱਗੂ ਤਿਲਕ ਲਾਇਆ ਵਾ, ਬੋਦੀ ਛੱਡੀ ਵੀ ਹੈ, ਜਨੇਊ ਪਾਇਆ ਵਾ, ਇਹ ਹਿੰਦੂ ਹੈ। ਲਕਸ਼ਣ ਤੋਂ ਹੀ ਪਤਾ ਲੱਗੂ ਮੂੰਹ ਪਰ ਪੱਟੀ ਬਣੀ ਵੀ ਹੈ, ਜੈਨੀ ਹੈ। ਉਹ ਲਕਸ਼ਣ ਤੋਂ ਹੀ ਪਤਾ ਲੱਗੂ ਤੁਹਾਡੇ ਦੋ ਨਿਸ਼ਾਨ ਸਾਹਿਬ ਝੂਲਦੇ ਹੈ, ਇਹ ਲਕਸ਼ਣ ਹੈ। ਇਹ ਦੱਸ ਰਹੇ ਗੁਰਦੁਆਰੇ ਲਕਸ਼ਣ ਹੀ ਦੱਸੂਗਾ। ਝੰਡਾ ਉੱਪਰ ਲੱਗਿਆ ਪਰ ਉੱਪਰ ਚੰਦਰਮਾ ਦਾ ਨਿਸ਼ਾਨ ਹੈ, ਉਹ ਚੰਦਰਮਾ ਦੱਸ ਦੂਗਾ ਇਹ ਮਸੀਤ ਹੈ। ਲਕਸ਼ਣ ਹੀ ਦੱਸੂਗਾ ਉੱਪਰ ਝੰਡਾ ਲੱਗਿਆ ਪਰ ਚੌਰਸ ਕ੍ਰੋਸ ਹੈ, ਉਹ ਕ੍ਰੋਸ ਦੱਸਦਾ ਹੈ ਇਹ ਗਿਰਜਾ ਹੈ। ਇਹ ਲਕਸ਼ਣ। ਝੰਡਾ ਲੱਗਿਆ ਵਾ ਉੱਪਰ ਲਾਲ ਸੂਹੇ ਰੰਗ ਦਾ ਗੁਰਮੁਖ ਪਿਆਰਿਓ ਝੰਡਾ ਹੈ, ਕੱਪੜਾ ਝੂਲੇ ਜਦੇ ਪਤਾ ਲੱਗ ਜੂ ਦੇਵੀ ਦਾ ਮੰਦਿਰ ਹੈ। ਇਹ ਲਕਸ਼ਣ, ਪਰ ਵਾਹਿਗੁਰੂ ਦਾ ਲਕਸ਼ਣ ਕੋਈ ਨਹੀਂ। ਉਹ ਚੱਕਰ ਚੇਨਰ ਵਰਨ ਜਾਤ ਉਹਦਾ ਹੈ ਨਹੀਂ ਕੋਈ। हे ਅਕਾਲ ਪੁਰਖ ਦੇ ਰੂਪ ਗੁਰੂ ਅਰਜਨ ਦੇਵ ਜੀ, ਜੋ ਅਲਖ ਵਾਹਿਗੁਰੂ ਨਹੀਂ ਜਿਹਦੇ ਲਕਸ਼ਣਾਂ ਦਾ ਪਤਾ ਸੀ ਕਿਸੇ ਨੂੰ ਵੀ, ਉਹ ਲਾਖ ਮੈਂ ਅਲਖ ਲਿਖਾਇਓ। ਤੁਸੀਂ ਆਪਣੇ ਉਪਦੇਸ਼ ਦੁਆਰਾ, ਤੁਸੀਂ ਆਪਣੇ ਗਿਆਨ ਦੁਆਰਾ, ਤੁਸੀਂ ਆਪਣੇ ਦਰਸ਼ਨਾਂ ਦੁਆਰਾ ਨਾ ਲਿਖਣ ਵਾਲਾ ਵਾਹਿਗੁਰੂ, ਨਾ ਪਾਉਣ ਵਾਲਾ ਵਾਹਿਗੁਰੂ, ਉਹ ਵੀ ਸੰਸਾਰ ਨੂੰ ਪ੍ਰਗਟ ਕਰਕੇ ਦਿਖਾਤਾ। ਉਹ ਰਾਤ ਤੁਸੀਂ ਕਥਾ ਸੁਣੀਓ ਹੈ ਕਿਵੇਂ ਪ੍ਰਗਟ ਹੋਣਾ ਉਹਨੇ। ਜੋ ਦੀਸੈ ਸੋ ਤੇਰਾ ਰੂਪ। ਸਤਿਗੁਰਾਂ ਦੇ ਸਿੱਖ ਐਸੇ ਸੀ ਜਿਹੜੇ ਵੀ ਦਿਖਦੇ ਸੀ ਵੈਰੀਆਂ ਨੂੰ ਵੀ ਮਿੱਤਰ ਸਮਝਣਾ, ਦੋਖੀਆਂ ਨਾਲ ਵੀ ਭਲਾ ਕਰਨਾ। ਇਹ ਸਤਿਗੁਰ ਪਾਤਸ਼ਾਹ ਨੇ ਸਿਖਾਇਆ ਹੈ, ਇਹ ਸਾਨੂੰ ਲਿਖਾ ਦਿੱਤਾ ਹੈ, ਲਕਸ਼ਣ ਸਮਝਾ ਦਿੱਤਾ ਹੈ। ਅਗਮ ਅਗੋਚਰ ਗਤ ਗੰਭੀਰ, ਤੁਸੀਂ ਗਮਤਾ ਤੋਂ ਰਹਿਤ ਹੋ, ਤੁਸੀਂ ਇੰਦਰੀਆਂ ਦੀ ਪਹੁੰਚ ਤੋਂ ਰਹਿਤ ਹੋ, ਤੁਸੀਂ ਗੰਭੀਰ ਬਹੁਤ ਭਾਰੇ ਡੂੰਘੇ ਹੋ ਜਿੱਥੇ ਹਰ ਇੱਕ ਦੀ ਪਹੁੰਚ ਨਹੀਂ। ਸਤਿਗੁਰ ਪਰਚਾਇਓ, ਇਹ ਸ਼ਬਦ ਪਰਚਾਇਓ, ਪਰਚਾ ਪਾਉਣਾ। ਸਤਿਗੁਰ ਨਾਨਕ ਨੇ ਸ਼ਬਦ ਦੇ ਪਰਚੇ ਦੁਆਰਾ ਜੋ ਅਗਮ ਅਗੋਚਰ ਗੰਭੀਰ ਵਾਹਿਗੁਰੂ ਹੈ
ਉਹਦੇ ਤੱਕ ਪਹੁੰਚ ਕਰ ਦਿੱਤੀ ਸਾਡੀ ਗੁਰਸਿੱਖਾਂ ਦੀ ਸ਼ਬਦ ਦੁਆਰਾ, ਸ਼ਬਦ ਦੇ ਗਿਆਨ ਦੁਆਰਾ। ਗੁਰ ਪਰਚੈ ਪ੍ਰਵਾਨ। हे ਗੁਰੂ ਅਰਜਨ ਦੇਵ ਜੀ, ਪ੍ਰਮਾਣ ਕਹੀਏ ਬਰਾਬਰ, ਗੁਰ ਕਹੀਏ ਰਾਮਦਾਸ। ਤੁਸੀਂ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਮਾਣ ਕਹੀਏ ਸਦਰਸ਼ ਬਰਾਬਰ। ਉਸ ਸ਼ਬਦ ਦੇ ਪਰਚੇ ਨੂੰ ਪਾ ਕੇ ਸ਼ਬਦ ਦੇ ਲੜ ਲੱਗੇ, ਤੁਸੀਂ ਵੀ ਗੁਰੂ ਰਾਮਦਾਸ ਦੇ ਬਰਾਬਰ ਹੋ ਗਏ, ਉਹਨਾਂ ਦੇ ਸਮ ਹੋ ਗਏ ਹੋ। ਰਾਜ ਮੈਂ ਜੋਗ ਕਮਾਇਓ। ਕਿਉਂਕਿ ਤੁਸੀਂ ਰਾਜ ਕਰਦੇ ਆ, ਇੰਨੀਆਂ ਖੁਸ਼ੀਆਂ, ਇੰਨੀਆਂ ਦਾਤਾਂ, ਇੰਨੀ ਵਡਿਆਈ, ਰਾਜੇ ਕੋਲ ਕੀ ਹੁੰਦਾ? ਸ਼ੋਭਾ ਹੁੰਦੀ ਹੈ, ਲੋਕ ਝੂਠੀ ਕਰਦੇ ਨੇ, ਮੱਥੇ ਟੇਕਦੇ ਨੇ, ਮਨ ਕਰਕੇ ਕੋਈ ਮੱਥਾ ਨਹੀਂ ਟੇਕਦਾ ਹੁੰਦਾ ਰਾਜੇ ਨੂੰ, ਐਵੇਂ ਖੁਸ਼ਾਮਦ ਹੁੰਦੀ ਹੈ। ਤੇ ਗੁਰਮੁਖ ਪਿਆਰੇ ਉਹਦੇ ਕੋਲ ਪਦਾਰਥ ਹੁੰਨੇ, ਸਿਵਨਾ ਚਾਂਦੀ ਧਨ ਅਦਾਲਤ ਭਰੇ ਵੇ ਹੁੰਨੇ। ਉਹ ਵੀ ਸਾਧ ਸੰਗਤ ਆਪਣੇ ਨਹੀਂ ਹੁੰਦੇ, ਉਹ ਵੀ ਟੈਕਸ ਲਾ ਕੇ ਮਜਬੂਰੀ ਲੋਕਾਂ ਤੋਂ ਇਕੱਠੇ ਕਰੇ ਵੇ ਹੁੰਨੇ। ਆ ਦੇਖ ਲਓ ਕਿਵੇਂ ਟੈਕਸਾਂ ਤੋਂ ਡਰਦੇ ਫਿਰਦੇ ਹੋ ਤੁਸੀਂ। ਇਹ ਸਰਕਾਰ ਦਾ ਜਿਹੜਾ ਖਜ਼ਾਨਾ ਹੈ ਆਪਣਾ ਨਹੀਂ, ਕਿਤੇ ਕਵੇ ਸਰਕਾਰ, ਇਹ ਲੋਕਾਂ ਤੋਂ ਇਕੱਠਾ ਕਰਿਆ ਵਾ। ਆ ਤੁਹਾਡੇ ਕਮੈਂਟਰੀ ਦਾ ਤਾਂ ਇਤਿਹਾਸ ਹੈ, ਬੀਬੀ ਉਸਰਾਣੀ ਦੀ ਫੋਟੋ ਦੇਖਦੇ ਹੀ ਹੋ ਤੁਸੀਂ, ਕਿਵੇਂ ਦੁਖੀ ਕੀਤਾ ਸੀ ਗਰੀਬਾਂ ਨੂੰ ਟੈਕਸ ਲਾ ਕੇ। ਉਹਨੇ ਆਵਾਜ਼ ਬੁਲੰਦ ਕੀਤੀ, ਤੁਹਾਡੇ ਸਦਾ ਅਮਰ ਰਹੂਗੀ ਉਹਦੀ ਆਵਾਜ਼। ਇਹ ਜਿਹੜੇ ਰਾਜਿਆਂ ਦੇ ਖਜ਼ਾਨੇ ਹੈ, ਇਹ ਟੈਕਸ ਲੈ ਕੇ ਭਰੇ ਵੇ ਹੁੰਨੇ। ਗੁਰਸਿੱਖ ਪਿਆਰਿਓ, ਇੱਕ ਗੁਰੂ ਅਰਜਨ ਪਾਤਸ਼ਾਹ ਜੀ ਤੇਰੇ ਦਰ ਦਾ ਖਜ਼ਾਨਾ ਹੈ, ਉਹ ਕਾਹਦੇ ਨਾਲ ਭਰਿਆ? ਉਸੇ ਨੂੰ ਗੁਰੂ ਅਮਰਦਾਸ ਦਾ ਸ਼ਬਦ ਪੜ੍ਹ ਲਿਆ ਕਰੋ ਤਨਾਸਰੀ ਵਿੱਚ, ਹਮ ਭੀਖਕ ਭੇਖਾਰੀ ਤੇਰੇ, ਤੂੰ ਨੀਜ ਪਤ ਹੈ ਦਾਤਾ। ਨੀਜ ਪਤ, ਆਪਾਂ ਕਿਸੇ ਤੋਂ ਦਾਨ ਲਵਾਂਗੇ ਨਾ, ਦੇ ਤਾਂ ਦਊਗਾ ਆਪਾਂ ਨੂੰ, ਪਰ ਜੋ ਕੁਛ ਉਹਨੇ ਦਿੱਤਾ ਉਹਦਾ ਆਪਣਾ ਤਾਂ ਨਹੀਂ, ਉਹ ਵੀ ਕਿਸੇ ਤੋਂ ਮੰਗ ਕੇ ਲਿਆ। ਉਹ ਮੰਗਤਾ ਮੰਗਤੇ ਨੂੰ ਦਿੰਦਾ ਹੈ। ਜਦ ਤੁਸੀਂ ਦਾਨ ਪੁੰਨ ਕਰਦੇ ਹੋ, ਕਦੇ ਵੀ ਨਾ ਕਹੋ ਕਿ ਮੈਂ ਕਰਦਾ, ਆਪਾਂ ਨੂੰ ਵੀ ਕਿਸੇ ਨੇ ਦਿੱਤਾ ਹੈ ਤਾਂ ਕਰਦੇ। ਜੇ ਕੋ ਹੋਏ ਵਹਿ ਦਾਤਾਰ, ਤਿਸ ਦੇਣ ਹਾਰ ਜਾਣੇਗਾ ਬਾਦ। ਮਹਾਰਾਜ ਕਹਿੰਦੇ ਤੂੰ ਨਿਤ ਦਾ ਵੀ ਦਾਨੀ ਬਣ ਜਾਵੇ ਨਾ, ਨਿਤ ਦਾ, ਤਾਂ ਵੀ ਕਦੇ ਨਾ ਕਹੀਂ ਮੈਂ ਕੁਝ ਦਿੱਤਾ ਹੈ। ਇਹ ਯਾਦ ਰੱਖੀ ਵੀ ਮੈਨੂੰ ਵੀ ਕਿਸੇ ਨੇ ਦਿੱਤਾ ਹੈ। ਤਿਸ ਦੇਣ ਹਾਰ, ਜਿਹਨੇ ਤੈਨੂੰ ਦਿੱਤਾ ਉਹਨੂੰ ਯਾਦ ਕਰ। ਤੂੰ ਯਾਦ ਕਰਦਾ ਮੈਂ ਫਲਾਣੇ ਨੂੰ ਦਿੱਤਾ, ਨਹੀਂ ਨਹੀਂ। ਨਿਜ ਪਤ, ਇਹ ਸਤਿਗੁਰ ਅਰਜਨ ਦੇਵ ਜੀ, ਤੁਸੀਂ ਜਿਹੜਾ ਦਾਨ ਵੰਡ ਰਹੇ ਹੋ, ਗਿਆਨ ਦਾ, ਨਾਮ ਦਾ, ਵਾਹਿਗੁਰੂ ਦੇ ਸਰੂਪ ਦਾ, ਲਕਸ਼ਣ ਦਾ, ਇਹ ਤੁਸੀਂ ਕਿਸੇ ਤੋਂ ਉਧਾਰਾ ਨਹੀਂ, ਇਹ ਤੁਹਾਡੇ ਕੋਲ ਆਪਣੀ ਚੀਜ਼ ਹੈ। ਉਹੀ ਆਨੰਦ ਹੁੰਦੀ ਹੈ ਗੁਰਮੁਖੋ। ਕਿਸੇ ਦੀ ਚੀਜ਼ ਚੱਕ ਕੇ ਦਈਏ ਕਾਹਦਾ ਆਨੰਦ ਹੈ? ਕੋਈ ਆਪਣੇ ਵੱਲੋਂ ਅਸੀਂ ਸੰਗਤ ਜੀ ਨੋਟ ਕਰ ਲਿਓ, ਇੱਕੋ ਚੀਜ਼ ਦੇ ਸਕਦੇ ਹਾਂ। ਇਹ ਤਨ ਵੀ ਆਪਣਾ ਨਹੀਂ ਹੈ, ਇਹ ਮਨ ਵੀ ਆਪਣਾ ਨਹੀਂ ਹੈ, ਇਹ ਧਨ ਵੀ ਆਪਣਾ ਨਹੀਂ ਹੈ। ਇਹਨਾਂ ਤਿੰਨਾਂ ਚੀਜ਼ਾਂ ਨੂੰ ਜੇ ਦੇਣਾ, ਇੱਕ ਕੰਮ ਕਰਨਾ ਪਊਗਾ, ਤਾਨ ਮਾਨ ਧਨ ਸਭ ਸੌਂਪ ਗੁਰ ਕੋ। ਇਹ ਤਿੰਨੇ ਚੀਜ਼ ਜੇ ਦੇਣੀ ਹੈ ਤਾਂ ਹੁਕਮ ਮੰਨੀਏ ਪਾਈਏ, ਗੁਰੂ ਦੇ ਬਚਨ ਮੰਨ ਲੈ, ਅੱਜ ਕੇ ਆਖੋ ਸਤਨਾਮ। ਇਹ ਤੂੰ ਕੀ ਦੇਵੇਂਗਾ? ਉਹਨੇ ਤਾਂ ਤੈਨੂੰ ਦਿੱਤੇ ਨੇ। ਜੀਓ ਪਿੰਡ ਸਾਜਿਆ ਜੀ ਨੇ, ਉਹਨੇ ਹੀ ਰਚਨ ਰਚਿਆ, ਉਹੀ ਰੋਜੀ ਦੇ ਰਿਹਾ, ਉਹੀ ਸਵਾਸ ਦੇ ਰਿਹਾ, ਉਹੀ ਚਾਰ ਟੁਕੜੇ ਪੈਸੇ ਦੇ ਰਿਹਾ, ਤੇ ਤੂੰ ਦੇਣ ਵਾਲਾ ਕੌਣ? ਤੂੰ ਇੱਕੋ ਚੀਜ਼ ਦੇ ਦੇ। ਇਹ ਵਾਹਿਗੁਰੂ ਇਹ ਤੇਰੇ ਹੀ ਹੈ, ਮੇਰੇ ਨਹੀਂ ਹੈ। ਇਹ ਹੈ ਸਾਧ ਸੰਗਤ ਜੀ, ਜੇ ਦੇਣਾ ਹੈ ਉਹਨੂੰ। ਇਸੇ ਨੂੰ ਕਿਹਾ, ਸੁਣੀ ਸੁਖਮਨੀ ਸੁਣੀ ਹੈ ਤੁਸੀਂ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹ ਗੁਰੂ ਅਰਜਨ ਪਾਤਸ਼ਾਹ ਜੀ ਜੋ ਤੁਸੀਂ ਵੰਡ ਰਹੇ ਹੋ, ਇਹ ਤੁਹਾਡਾ ਆਪਣਾ ਖਜ਼ਾਨਾ ਹੈ। ਫੇਰ ਪੜਿਓ ਜੀ ਸਿੱਤੁਕ ਨੂੰ, ਰਾਜ ਮੈਂ ਜੋਗ ਕਮਾਇਓ, ਧਨ ਧਨ ਗੁਰ ਧਨ। ਇੱਥੇ 3 ਵਾਰ ਧਨ, 3 ਵਾਰ ਧਨ। ਗੁਰੂ ਨਾਨਕ ਸਾਹਿਬ ਜੀ ਧਨ, ਗੁਰੂ ਅੰਗਦ ਦੇਵ ਜੀ ਧਨ, ਗੁਰੂ ਅਮਰਦਾਸ ਮਹਾਰਾਜ ਜੀ ਧਨ। ਆ ਪਰ ਸਰਸੋ ਭਰ ਭਰਾਇਓ। ਫੇਰ ਪੜਿਓ ਜੀ, ਆ ਪਰ ਸਰ ਸੋ ਪਰ ਭਰਾਇਓ। ਅਪਾਰ ਸਰ ਸੋ ਸੁਭਰ ਭਰਾਇਓ। ਤੁਸੀਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਧਨ, ਜਿਨ੍ਹਾਂ ਨੇ ਖਾਲੀ ਸਰਾਂ ਨੂੰ, ਖਾਲੀ ਤਲਾਬਾਂ ਨੂੰ ਭਰ ਦਿੱਤਾ, ਹਿਰਦੇ ਰੂਪੀ ਸਮੁੰਦਰਾਂ ਨੂੰ ਭਰ ਦਿੱਤਾ। ਸਮੁੰਦਰ ਵਾਂਗ ਭਰਤੇ ਗੁਰਸਿੱਖਾਂ ਦੇ ਹਿਰਦੇ ਰੂਪੀ ਸਰੋਵਰ ਨਾਮ ਤੇ ਗਿਆਨ ਨਾਲ। ਦੂਜਾ ਅਰਥ ਧੰਨ 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 ਗੁਰ। हे ਗੁਰੂ ਅਰਜਨ ਪਾਤਸ਼ਾਹ ਜੀ, ਧੰਨ ਹਨ ਤੁਹਾਡੀ ਮਾਤਾ ਜੀ, ਮਾਤਾ ਭਾਨੀ ਸਾਹਿਬ ਜੀ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ। ਧੰਨ ਹਨ ਤੁਹਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦੇ ਘਰ ਬਾਬਾ ਸੋਢੀਆਂ ਦੇ ਘਰ ਤੁਸੀਂ ਅਵਤਾਰ ਧਾਰਨ ਕੀਤਾ। ਧੰਨ ਹਨ ਗੁਰੂ ਅਰਜਨ ਪਾਤਸ਼ਾਹ ਜੀ ਆਪ। ਇਹਨੂੰ ਪੜ੍ਹਨਾ ਬਾਣੀ ਵਿੱਚ, ਧੰਨ ਜਨ ਨੀ ਜਿਨ ਜਾਇਆ, ਧੰਨ ਪਿਤਾ ਪਰਵਾਨ। ਉਹ ਸ਼ਬਦ ਲਿਖ ਦਿੱਤੇ ਨੇ ਬਾਣੀ ਵਿੱਚ,
ਤੁਹਾਡੀ ਮਾਤਾ ਜੀ ਵੀ ਧਨ ਹਨ। ਉਹ ਤਾਂ ਗੁਰਬਾਣੀ ਨੇ ਵੀ ਲਿਖਿਆ, ਭਾਈ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ। ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਸੇਵਾ ਸਿਮਰਨ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਦੀ ਮਾਂ ਨੂੰ ਵੀ ਧਨ ਲਿਖਿਆ। ਉਹਨਾਂ ਦੀ ਮਾਂ ਧਨ ਹੈ ਜਿਨ੍ਹਾਂ ਨੇ ਉਹਨਾਂ ਨੂੰ ਪੈਦਾ ਕੀਤਾ, ਜੋ ਸੇਵਾ ਸਿਮਰਨ ਕਰਦੇ ਨੇ। ਤੁਹਾਡੇ ਮਾਤਾ ਬੀਬੀ ਭਾਨੀ ਜੀ ਧਨ ਹੈ, ਤੁਹਾਡੇ ਗੁਰੂ ਰਾਮਦਾਸ ਮਹਾਰਾਜ ਜੀ ਧਨ। ਗੁਰਗਮ ਪ੍ਰਮਾਣ ਆਜਰ ਜਰਿਓ। ਤੁਸੀਂ ਗੁਰਗਮ, ਦੇਖੋ ਗਮ ਸ਼ਬਦ ਬਣੇ ਹੈ ਜਿੱਥੋਂ ਤੁਸੀਂ ਅਗੰਮ ਕਹਿੰਦੇ ਹੋ। ਇਹ ਦੋਹਾਂ ਦਾ ਜੋੜ ਹੈ। ਗਮ ਦੇ ਮੂਹਰੇ ਆੜਾ ਲਾ ਲਓ, ਅਗੰਮ ਬਣ ਜਾਊਗਾ। ਅਗੰਮ ਹੁੰਦਾ ਜਿੱਥੇ ਸਾਡੀ ਪਹੁੰਚ ਨਾ ਹੋਵੇ, ਗਮ ਕਹੀਏ ਜਿੱਥੇ ਅਸੀਂ ਪੁੱਜ ਜਾਈਏ, ਪ੍ਰਾਪਤ ਕਰ ਲਈਏ। हे ਗੁਰੂ ਅਰਜਨ ਪਾਤਸ਼ਾਹ ਜੀ, ਗੁਰਗਮ ਪ੍ਰਮਾਣ, ਪ੍ਰਮਾਣ ਕਹੀਏ ਬਰਾਬਰ। ਤੁਸੀਂ ਜਿਹੜਾ ਸ਼ਬਦ ਦੀ ਕਮਾਈ ਕੀਤੀ ਹੈ, ਤੁਹਾਡੀ ਜਿਹੜੀ ਅਵਸਥਾ ਪੁੱਜੀ ਹੈ, ਇਹ ਗੁਰੂ ਰਾਮਦਾਸ ਦੇ ਬਰਾਬਰ ਪੁੱਜ ਗਈ। ਗੁਰਗਮ ਪ੍ਰਮਾਣ, ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਸ਼ਬਦ ਸਿੱਖਿਆ, ਉਪਦੇਸ਼ ਲੈ ਕੇ, ਸਰਬੱਤ ਕਾ ਭਲਾ ਸੇਵਾ ਦੀ ਕਮਾਈ ਕਰਕੇ ਉਹਨਾਂ ਦੇ ਪ੍ਰਮਾਣ, ਗੁਰਗਮ ਪ੍ਰਮਾਣ ਆਜਰ ਜਰਿਓ। ਆਜਰ ਜਰਿਓ ਬਹੁਤ ਔਖੀ ਗੱਲ ਹੈ ਗੁਰਮੁਖ ਪਿਆਰਿਓ। ਨਾ ਜਰਨ ਵਾਲੀ ਚੀਜ਼ ਨੂੰ ਜਰ ਲੈਣਾ, ਨਿੰਦਿਆ ਹੋ ਰਹੀ ਹੈ। ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਟਹਾਰ। ਇਹ ਹੁੰਦਾ ਅਜਰ ਜਰਨਾ। ਰੇਤ ਪਾ ਰਹੇ ਨੇ, ਜਰ ਲਿਆ। ਅੱਗ ਹੇਠ ਤਵੀ ਦੇ ਮਚ ਲਈ ਹੈ, ਜਰ ਲਿਆ। ਤੇ ਗੁਰਸਿੱਖ ਪਿਆਰਿਓ, ਕੋਈ ਸਖਾਲਾ ਜਰਨਾ ਨਹੀਂ ਸੀ ਇਹ। ਇੱਥੇ ਤਾਂ ਕਈ ਮਨਮਤੀਆਂ ਨੇ ਹੁਣ ਗ੍ਰੰਥ ਲਿਖੇ ਨੇ, ਪੜ੍ਹਨੇ ਪੈਣੇ ਉਹਨਾਂ ਦਾ ਜਵਾਬ ਦੇਣ ਖਾਤਰ। ਮੈਂ ਤਾਂ ਕੋਈ 100 ਗ੍ਰੰਥ ਇਹਨਾਂ ਦਾ ਦੇਹਧਾਰੀਆਂ ਦਾ ਵੀ ਪੜ੍ਹਿਆ, ਉਹਨਾਂ ਦੇ ਵਿੱਚੋਂ ਬੜਾ ਕੁਛ ਲੱਭਦਾ ਉਹਨਾਂ ਨੂੰ ਜਵਾਬ ਦੇਣ ਖਾਤਰ। ਉਹਨਾਂ ਦੀ ਗੱਲ ਵਿੱਚੋਂ ਹੀ ਉਹਨਾਂ ਦਾ ਜਵਾਬ ਦਈਏ ਤੇ ਫਿਰ ਆਨੰਦ ਆਉਂਦਾ ਹੈ। ਇਹ ਸਾਡੇ ਗਿਆਨਾਂ ਚੋਂ ਆਪਣੀ ਉਹ ਡਾਂਗ ਚੱਕੀ ਫਿਰਦੇ, ਕਹਿੰਦੇ ਆਪਣੀ ਅਕਲ ਨਾਲ ਉਹਨਾਂ ਦਾ ਜਵਾਬ ਦੇਵਾਂਗੇ। ਤੁਹਾਡੇ ਨਾਲ ਤਾਂ ਕਾਫੀ ਗਾਹਾਂ ਲੰਘ ਗਏ ਹੋ। ਤੁਸੀਂ ਤਾਂ ਪ੍ਰਾਇਮਰੀ 'ਚ ਫਿਰਦੇ ਹੋ, ਤਾਂ ਯੂਨੀਵਰਸਿਟੀ ਵੀ ਟੱਪ ਗਏ। ਤੁਸੀਂ ਕੀ ਜਵਾਬ ਦਿਓਗੇ? ਬਾਬੇ ਨਾਨਕ ਨੇ ਇੱਕੋ ਤਰੀਕਾ ਵਰਤਿਆ ਸੀ। ਮੁਸਲਮਾਨ ਨੂੰ ਬਾਬੇ ਨਾਨਕ ਨੇ ਆਪਣਾ ਗਿਆਨ ਨਹੀਂ ਦਿੱਤਾ। ਜੋ ਉਹ ਕੰਮ ਕਰਦਾ ਸੀ, ਨਿਵਾਜ਼ਾਂ ਪੜ੍ਹਦਾ ਸੀ, ਨਿਵਾਜ਼ਾਂ ਵਿੱਚੋਂ ਹੀ ਗਿਆਨ ਦਿੱਤਾ। ਪੜ੍ਹੋ ਮਹਾਰਾਜ ਦੀ ਬਾਣੀ, 5 ਨਿਵਾਜ਼ਾਂ, 5 ਵਕਤ, 5 ਪੰਜਾ ਨਾ। ਆਪਣੀ ਤਾਂ ਗੱਲ ਕਹੀਓ ਨਹੀਂ। ਜਿਹੜੀ ਤੂੰ ਗੱਲ ਕਰ ਰਹੇ ਹੈ ਉਸੇ ਵਿੱਚੋਂ ਗਿਆਨ ਲੈ, ਬਹੁਤ ਛੇਤੀ ਜੁੜ ਜੂ ਬੰਦਾ। ਚੋਰਾਂ ਨੂੰ ਗਿਆਨ ਦਿੱਤਾ, ਚੋਰੀ ਚੋਂ ਦਿੱਤਾ, ਬ੍ਰਹਮ ਗਿਆਨ ਨਹੀਂ। ਆਪ ਧਾਨਕ ਰੂਪ ਰਹਾ ਕਰਤਾਰ। ਛੋਟਾ ਹੱਥ ਵਿੱਚ ਫੜ ਕੇ ਚੋਰਾਂ ਦੇ ਟੋਲੇ ਵਿੱਚ ਜੇ ਮੱਕੇ ਦੇ ਮਜੌਰਾਂ ਨੂੰ ਗਿਆਨ ਦਿੱਤਾ, ਤਾਂ ਉੱਥੇ ਕਾਜੀ ਬਣ ਕੇ ਹੀ ਗੁਰੂ ਨਾਨਕ ਨੂੰ ਜਾਣਾ ਪਿਆ। ਨੀਲ ਬਸਤਰ, ਆਸਾ ਹੱਥ ਕਿਤਾਬ ਕੱਛ, ਨੀਲ ਬਸਤਰ ਪਹਿਰੇ ਬਨਵਾਰੀ, ਉੱਥੇ ਕਾਜੀ ਬਣ ਕੇ ਚਲੇ ਗਏ, ਮੁਸਲਮਾਨ ਬਣ ਕੇ ਚਲੇ ਗਏ। ਜੇ ਬ੍ਰਾਹਮਣਾਂ ਨੂੰ ਹਰਦੁਆਰ ਗਿਆਨ ਦਿੱਤਾ, ਉਹ ਪਾਉਂਦੇ ਸੀ ਪਾਣੀ। ਕਥਾ ਸੁਣੀਓ ਤੁਸੀਂ ਸੂਰਜ ਨੂੰ, ਕਿਉਂ ਸੂਰਜ ਦਾ ਪੁੱਤ ਧਰਮਰਾਜ ਮੈਜਿਸਟ੍ਰੇਟ ਹੈ, ਉਹ ਪਾਣੀ ਪਾਉਂਦੇ। ਤੇ ਬਾਬਾ ਨਾਨਕ ਜੇ ਕਿਤੇ ਸਿੱਧਾ ਹੀ ਜਾ ਕੇ ਉੱਥੇ ਕਹਿ ਦਿੰਦਾ ਨਾ, ਉਹ ਮੂਰਖੋ ਥੋੜਾ ਪਾਣੀ ਨਹੀਂ ਪੁੱਜਦਾ, ਉੱਥੇ ਲਓ ਡਾਂਗ ਖੜਕੀ ਪਈ ਤੀ ਅੱਜ ਕੋ ਸਤਨਾਮ। ਕਿਤੇ ਉੱਥੇ ਰੌਲਾ ਗੋਲਾ ਜਦੇ ਇੱਥੇ ਕੋਈ ਕਹਿ ਦਵੇ ਸਾਨੂੰ ਆ ਕੇ ਵੀ ਤੁਹਾਡੇ ਕੜਾ ਪ੍ਰਸ਼ਾਦ ਦਾ ਭੋਗ ਨਹੀਂ ਲੱਗਦਾ, ਐਵੇਂ ਤੁਸੀਂ ਮਖੌਲ ਬਣਾਇਆ, ਫਿਰ ਜੁੱਤੀ ਥੋੜੋ ਪਾਉਣ ਦੇਵਾਂਗੇ ਅੱਜ ਖੋ ਸਤਨਾਮ। ਫਿਰ ਤਾਂ ਜੋ ਕੁਛ ਹੋਊਗਾ ਹੋਊਗਾ। ਕਿਸੇ ਦੇ ਧਰਮ ਵਿੱਚ ਦਖਲਅੰਦਾਜ਼ੀ ਕਰਨੀ ਕਦੋਂ ਸਹਿਦਾ ਕੋਈ? ਗੁਰਮੁਖ ਪਿਆਰਿਓ, ਗੁਰੂ ਨਾਨਕ ਨੇ ਨਹੀਂ ਕਿਹਾ ਤੁਹਾਡਾ ਪਾਣੀ ਨਹੀਂ ਪੁੱਜਦਾ, ਉਹਨਾਂ ਦੇ ਕਰਮ ਵਿੱਚੋਂ ਹੀ ਸਮਝਾਇਆ। ਸੱਚੇ ਪਾਤਸ਼ਾਹ ਨੇ ਉਹਨਾਂ ਕੰਨੀ ਨੂੰ ਪਿੱਠ ਕਰ ਲਈ, ਦੂਏ ਪਾਸੇ ਨੂੰ ਪਾਣੀ ਪਾਉਣ ਲੱਗ। ਉਹ ਸਾਰੇ ਹੈਰਾਨ, ਕਹਿੰਦੇ ਕੋਈ ਅਣਜਾਣ ਸਾਧ ਆਇਆ, ਇਹ ਪੁੱਠੇ ਪਾਸੇ ਨੂੰ ਪਾਣੀ ਪਾਉਂਦਾ। ਆਪਣਾ ਧਿਆਨ ਖਿੱਚਣ ਖਾਤਰ ਮੈਂ ਤੁਹਾਨੂੰ ਬੇਨਤੀ ਕਰਾਂ, ਗੁਣ ਬਹੁਤ ਦੇਰ ਬਾਅਦ ਧਿਆਨ ਖਿੱਚਦਾ, ਔਗੁਣ ਤਾਂ 1 ਸਕਿੰਟ ਵਿੱਚ ਖਿੱਚਦਾ। ਨੋਟ ਕਰ ਲਿਓ, 1 ਸਕਿੰਟ ਵਿੱਚ। ਗਲਤ ਕੰਮ ਤੁਸੀਂ ਗੁਰਦੁਆਰੇ ਆ ਕੇ ਕਰ ਦੋ, ਬਸ 6 ਮਹੀਨੇ ਖਾਤਰ ਰਿਕਾਰਡ ਬਣ ਗਿਆ, ਥੋੜਾ ਸਾਲ ਖਾਤਰ ਸਾਰਿਆਂ ਦਾ ਧਿਆਨ ਆਉਂਦੇ ਦਾ ਉੱਠੀ ਜਾਊ ਤੇ ਸੇਵਾ ਕਰੀ ਜਾਓ। 6 ਮਹੀਨੇ ਸਾਲ ਬਹੁਤ ਘੱਟ ਧਿਆਨ ਜਾਊਗਾ। ਔਗਣ ਬਹੁਤ ਛੇਤੀ, ਦਾਗ ਲੱਗਿਆ ਬਹੁਤ ਦੂਰੋਂ ਦਿਖਦਾ। ਗੁਰਸਿੱਖ ਪਿਆਰਿਓ, ਉਹ ਮਹਾਰਾਜ ਨੇ ਜਾਣ ਕੇ ਗਲਤ ਕੰਮ ਕੀਤਾ। ਸਾਰੇ ਮੇਲੇ ਦਾ ਧਿਆਨ ਗੁਰੂ ਵੱਲ ਹੋ ਗਿਆ ਕਿ ਪੁੱਠੇ ਪਾਸੇ ਨੂੰ ਪਾਣੀ ਕਾਹਤੇ ਪਾਉਂਦੇ। ਤੇ ਬ੍ਰਾਹਮਣ ਕਹਿੰਦੇ ਮਹਾਂਪੁਰਸ਼ੋ ਪਾਣੀ ਇੱਧਰ ਨੂੰ ਪਾਈਦਾ, ਤੁਸੀਂ ਪੁੱਠੇ ਪਾਸੇ ਨੂੰ ਕਾਹਦੇ ਪਾਉਂਦੇ? ਕਹਿੰਦੇ ਮੈਂ ਤਾਂ ਭਾਈ ਪੁੱਠਾ ਸਿੱਧਾ ਦੇਖਿਆ ਨਹੀਂ, ਮੈਂ ਤਾਂ ਤੁਹਾਨੂੰ ਦੇਖ ਕੇ ਪਾਉਣ ਲੱਗ ਗਿਆ। ਕਹਿੰਦੇ ਅਸੀਂ ਤਾਂ ਸੂਰਜ ਨੂੰ ਪਾਉਂਦੇ ਆ, ਸੂਰਜ ਚੜ੍ਹਦੇ ਨੂੰ। ਸਤਿਗੁਰ ਕਹਿੰਦੇ ਤੁਸੀਂ ਸੂਰਜ ਨੂੰ ਪਾਉਂਦੇ ਆ, ਮੈਂ ਕਰਤਾਰਪੁਰ ਕਣਕ ਬੀਜ ਕੇ ਆਇਆ ਉਹਨੂੰ ਪਾਉਂਦੇ।
ਕਿਤੇ ਕਣਕ ਨਾ ਸੁੱਕ ਜਾਵੇ। ਦੇਖੋ ਧਿਆਨ ਖਿੱਚਣ ਦੀ ਉਹਨਾਂ ਦੀ ਗੱਲ ਵਿੱਚੋਂ। ਉਹ ਬ੍ਰਾਹਮਣ ਕਹਿੰਦੇ ਬਾਬੇ ਆ ਕਰਤਾਰਪੁਰ ਤਾਂ ਲਾਹੌਰ ਕੋਲ ਹੈ, ਐਡੀ ਦੂਰ ਤੇਰਾ ਹਰਿਦੁਆਰ ਦਾ ਪਾਣੀ ਕਿਵੇਂ ਪੁੱਜ ਜੂ? ਕਹਿੰਦਾ ਭਾਈ ਤੁਹਾਡੇ ਸੂਰਜ ਨਾਲੋਂ ਤਾਂ ਬਹੁਤ ਨੇੜੇ ਹੈ। ਅੱਜ ਆਖੋ ਸਤਨਾਮ, ਤੁਹਾਡਾ ਸੂਰਜ ਤੇ ਪੁੱਜਦਾ ਹੈ ਤੇ ਮੇਰਾ ਲਾਹੌਰ ਨਹੀਂ ਪੁੱਜੂ। ਦੇਖੋ ਮਨਾਉਣ ਦਾ ਤਰੀਕਾ, ਇੱਥੇ ਉਹੀ ਡਾਂਗ ਚੱਕੀ ਫਿਰਦੇ, ਕਹਿੰਦੇ ਸਾਡੀ ਗੱਲ ਮੰਨ ਲਓ ਆਪਣੀ ਛੱਡ ਦੇ। ਐਵੇਂ ਨਹੀਂ ਅਗਲਾ ਛੱਡਦਾ ਹੁੰਦਾ। ਇਹਦੀ ਇੱਕੋ ਇੱਕ ਤਰੀਕਾ ਹੈ, ਬਾਲਟੀ ਭਰੀ ਪਈ ਹੈ ਪਾਣੀ ਦੀ ਲੰਗਰ ਵਿੱਚ, ਉਹਦੇ ਵਿੱਚ ਪਾਉਣਾ ਤੁਸੀਂ ਦੁੱਧ, ਕੀਮਤੀ ਹੈ ਨਾ, ਪਊਗਾ ਤਾਂ ਹੀ ਜੇ ਪਹਿਲਾਂ ਪਾਣੀ ਕੱਢੋਗੇ। ਇਹੀ ਤਰੀਕਾ ਹੈ ਇੱਕ ਪ੍ਰਚਾਰ ਦਾ। ਜੇ ਤੁਸੀਂ ਕਹੋ ਇਹਦੇ ਵਿੱਚ ਪਾਣੀ ਵੀ ਰਹਿ ਜਾਵੇ ਤੇ ਮੇਰਾ ਦੁੱਧ ਵੀ ਪੈ ਜਾਵੇ, ਮੈਂ ਕੱਚੀ ਲੱਸੀ ਉਹ ਬਣੂਗੀ। ਆਖੋ ਸਤਨਾਮ, ਨਾ ਦੁੱਧ ਰਿਹਾ ਨਾ। ਆਹੀ ਸਾਡਾ ਪ੍ਰਚਾਰ ਹੈ, ਹੁਣ ਆਹੀ ਸਾਡਾ ਪ੍ਰਚਾਰ ਹੈ। ਪਹਿਲਾਂ ਜਿਹੜਾ ਅਗਲੇ ਦੇ ਅੰਦਰ ਸੰਸਕਾਰ ਬਣਿਆ ਵਾ ਉਹਨੂੰ ਕੱਢੋ, ਜਿਹੜਾ ਭਾਂਡਾ ਪਹਿਲਾਂ ਭਰਿਆ ਵਾ ਪਹਿਲਾਂ ਉਹਨੂੰ ਕੱਢੋ, ਉਹਦੇ ਅੰਦਰ ਜਗ੍ਹਾ ਬਣਾਓ, ਫੇਰ ਪਾਓ ਗੁਰੂ ਦਾ ਉਪਦੇਸ਼, ਫੇਰ ਟਿਕੂਗਾ। ਇਹ ਸਿਫਤ ਸਾਡੇ ਸਤਿਗੁਰਾਂ ਵਿੱਚ ਸੀ, ਕਿਸੇ ਦੀ ਨਿੰਦਿਆ ਦੁਆਇਸ਼ ਨਹੀਂ ਕੀਤੀ। ਜੋ ਕੰਮ ਉਹ ਕਰ ਰਿਹਾ ਸੀ ਉੱਥੇ ਤੋਂ ਹੀ ਗੱਲ ਸ਼ੁਰੂ ਕੀਤੀ, ਜਿਹਦੇ ਨਾਲ ਉਹ ਜੁੜਿਆ ਹੋਇਆ ਉੱਥੇ ਤੋਂ ਹੀ ਗੱਲ ਆਰੰਭ ਕੀਤੀ। ਫਿਰ ਪੜਿਓ ਜੀ, ਗੁਰਗਮ ਪ੍ਰਮਾਣ ਆਜਰ ਜਰਿਓ, ਆਜਰ ਜਰਿਓ। ਸਤਿਗੁਰ ਪਾਤਸ਼ਾਹ ਜੀ ਗੁਰੂ ਨਾਨਕ ਦੇ ਵੱਟੇ ਮਾਰੇ, ਕੁਰਾਈਆ ਕਿਹਾ, ਕਿੰਨਾ ਕੁਝ ਕਿਹਾ। ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪੁੱਤਾਂ ਨੇ ਲੱਤ ਮਾਰੀ, ਗੁਰੂ ਅਮਰਦਾਸ ਜੀ ਦੇ। ਗੁਰੂ ਰਾਮਦਾਸ ਪਾਤਸ਼ਾਹ ਨੂੰ ਇਹ ਗੱਲ ਪੁੱਛਣੀ, ਤੇਰੀ ਦਾੜੀ ਕਾਹਤੇ ਲੰਮੀ ਹੈ? ਇਹ ਪਿੰਚ ਕਰਦੀ ਹੈ ਗੱਲ, ਪਰ ਅਜਰ ਜਰ ਰਿਹਾ। ਕਹਿੰਦਾ ਮਹਾਰਾਜ ਜੀ ਤੁਹਾਡੇ ਚਰਨ ਸਾਹਿਬ ਖਾਤਰ ਬਣਾਈ ਹੈ, ਅਜਰ ਜਰਨ ਵਾਲੀ। ਰੇਤ ਪਾਉਣ ਵਾਲੇ ਨੂੰ ਕਿਹਾ ਹੀ ਨਹੀਂ ਤੇਰੇ ਪੁੱਤ ਮਰ ਜਾਣ। ਇੱਥੇ ਬੜਾ ਭਾਰੀ ਕ੍ਰਿਸ਼ੀ ਹੋਇਆ ਦਰਵਾਸ਼ਾ, ਬੜੀਆਂ ਫਿਲਮਾਂ ਬਣੀਆਂ ਵੀ ਹੈ। ਉਹ ਨਿਆਣੇ ਅਜੇ ਨੇ ਮਖੌਲ ਕਰਤਾ ਜਾ ਕੇ, ਨਿਆਣੇ ਦਾ ਤਾਂ ਸੁਭਾਅ ਹੁੰਦਾ ਮਖੌਲ ਕਰਨ। ਕਹਿੰਦੇ ਗੁਰੂ ਜੀ ਸਾਨੂੰ ਦੱਸੋ, ਇਸ ਬੱਚੇ ਨੂੰ ਪੇਟ ਤੇ ਬੰਨ ਕੇ ਲੈ ਗਏ ਸੀ ਤਸਲਾ, ਤੀਵੀਆਂ ਦੇ ਕੱਪੜੇ ਪੜਾ ਤੇ ਬੀਬੀਆਂ ਦੇ, ਕਹਿੰਦੇ ਸੀ ਬੀਬੀ ਦੇ ਕਿਆ ਜੰਮੂਗਾ। ਉਹ ਕਹਿੰਦਾ ਕੋਈ ਨਹੀਂ ਜਾਓ ਭਾਈ, ਰੱਬ ਨੂੰ ਪਤਾ। 2 ਵਾਰ ਫੇਰ ਕਹਿਤਾ, 3 ਵਾਰ ਕਹਿੰਦਾ ਉਹ ਜੰਮੂਗਾ ਜੋ ਤੁਹਾਡੀ ਕੁਲ ਦਾ ਨਾਸ਼ ਕਰੂਗਾ। ਅਜਰ ਨਹੀਂ ਜਰਿਆ ਗਿਆ। ਐਡਾ ਵੱਡਾ ਰਿਸ਼ੀ ਸ਼ਰਾਬ ਦੇ ਕੇ ਕੁਲ ਦਾ ਨਾਸ਼ ਕਰਤਾ। ਵੀ ਤੂੰ ਯਾਰ ਥੋੜੀ ਬਹੁਤੀ ਗੱਲ ਹੈ, ਜੇ ਕਹਿਤੀ ਕੋਈ ਗੱਲ, ਬੱਚੇ ਆਪੇ ਨੜ ਜਾਣਗੇ 2 ਮਿੰਟ ਨੂੰ। ਬੱਚਿਆਂ ਦਾ ਸੁਭਾਅ ਹੈ, ਪਰ ਸਤਿਗੁਰ ਪਾਤਸ਼ਾਹ ਦੇ ਉੱਤੇ ਰੇਤ ਪਾ ਰਿਹਾ, ਹੇਠ ਜਲਾਦ ਅੱਗ ਮਚਾ ਰਿਹਾ, ਉਹਨਾਂ ਨੂੰ ਵੀ ਨਹੀਂ ਕਿਹਾ ਤੁਹਾਡੀ ਕੁਲ ਦਾ ਨਾਸ਼ ਹੋ ਜਾਵੇ। ਇਹ ਅਜਰ ਜਰਿਆ ਸਤਿਗੁਰ ਅਰਜਨ ਦੇਵ ਜੀ। ਸਰ ਸੰਤੋਖ ਸਮਾਇਓ, ਤੁਸੀਂ ਤਾਂ ਸੰਤੋਖ ਦੇ ਸਮੁੰਦਰ ਹੋ, ਜਾਂ ਸੰਤੋਖ ਤੁਹਾਡੇ ਅੰਦਰ ਸਮੁੰਦਰ ਹੋ ਕੇ ਸਮਾਇਆ ਹੋਇਆ। ਦੇਖੋ ਕੈਸਾ ਬਚਨ ਹੈ, ਤੁਹਾਡੇ ਅੰਦਰ ਕੋਈ ਥੋੜਾ ਸੰਤੋਖ ਨਹੀਂ, ਜਿਵੇਂ ਸਮੁੰਦਰ ਹੀ ਕਿਤੇ ਸਮਾ ਜਾਵੇ, ਇਸ ਤਰ੍ਹਾਂ ਸੰਤੋਖ ਸਮਦਮ ਸਾਰੀਆਂ ਕਿਰਿਆਵਾਂ ਤੇ ਤੁਹਾਡਾ ਕੰਟਰੋਲ, ਇੱਛਾਵਾਂ ਤੇ ਉਹ ਸਮੁੰਦਰਵਤ ਹੋ ਆਪ। ਗੁਰ ਅਰਜਨ ਕਲ ਚਰਾ, ਕੱਲ ਜੀ ਭੱਟ ਜੀ ਉਚਾਰ ਕਰਦੇ ਨੇ ਗੁਰੂ ਅਰਜਨ ਪਾਤਸ਼ਾਹ ਦੀ ਉਪਮਾ। ਤੈ ਸਹਿਜੋਗ ਨਿਜ ਪਾਇਓ, ਤੁਸੀਂ ਘਰ ਵਿੱਚ ਰਹਿੰਦੇ ਆ, ਗ੍ਰਸਥ ਵਿੱਚ ਰਹਿੰਦੇ ਆ, ਮਾਇਆ ਪਦਾਰਥ ਵਿੱਚ ਰਹਿੰਦੇ ਆ, ਗਿਆਨ ਸਰੂਪ ਨੂੰ ਪ੍ਰਾਪਤ ਕੀਤਾ ਹੈ। ਜੋਗ ਨਾਮ ਹੈ ਮਿਲਣ ਦਾ, ਜੋਗੀ ਕਹੀਏ ਮਿਲਿਆ ਹੋਇਆ, ਜੁਗਤਾ ਕਹੀਏ ਜੁਗਤ ਦੀ, ਜੋਗੀ ਦੀ ਜੁਗਤ, ਜੋਗੀ ਜੁਗਤਾ ਜੀ ਉਹ ਪਰਮ ਤੰਤ ਮੈਂ ਜੋਗਿੰਗ ਮਹਾਰਾਜ ਦੀ ਬਾਣੀ ਵਿੱਚ ਆਉਂਦਾ ਹੈ। ਤੁਸੀਂ ਘਰ ਵਾਰੀ ਹੋ ਕੇ, ਗ੍ਰਸਥ ਵਿੱਚ ਰਹਿ ਕੇ, ਗ੍ਰਸਤੀ ਸਿੱਖਾਂ ਵਿੱਚ ਰਹਿ ਕੇ, ਸਭ ਕੁਝ ਵਿੱਚ ਮਾਇਆ ਦੇ ਰਹਿੰਦੇ ਆ। ਗਿਆਨ ਪ੍ਰਕਾਸ਼ ਪ੍ਰਾਪਤ ਕੀਤਾ ਹੈ, ਸਹਿਜ ਪ੍ਰਾਪਤ ਕੀਤਾ ਹੈ। ਉਹ ਰਾਜ ਜੋ ਗੁਰਸਿੱਖੋ ਆਪਾਂ ਨੂੰ ਬਖਸ਼ੇ ਹੈ। ਰਹੋ ਪਦਾਰਥ ਵਿੱਚ, ਰਹੋ ਵਡਿਆਈਆਂ ਵਿੱਚ, ਸਭ ਕੁਝ ਕੋਲ ਹੁੰਦੇ ਆ, ਪਰ ਇੱਕੋ ਗੱਲ ਯਾਦ ਰੱਖਿਓ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਇਹ ਸਤਿਗੁਰ ਤੁਹਾਨੂੰ ਪ੍ਰਾਪਤ ਹੋਇਆ। ਇੱਥੋਂ ਹੀ ਰਾਤ ਦੇ ਸਮੇਂ ਵਿੱਚ ਵਿਚਾਰ ਆਰੰਭ ਕਰਾਂਗੇ। ਭੁੱਲਾਂ ਤੋਂ ਖਿਮਾ ਬਖਸ਼ਣੀ, ਅੱਗੋਂ ਲਈ ਸੁਧ ਸੇਵਾ ਕਰਨ ਦਾ ਬਲ ਬਖਸ਼ਣਾ। ਤੁਹਾਡੀ ਆਈ ਮਾਇਆ ਸਤਿਗੁਰ ਜੀ ਸਫਲੀ ਕਰਨ, ਨਾਮਦਾਨ ਗੁਰਸਿੱਖੀ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੰਜੀ ਤੇਰੇ ਕੋਲ ਨੇ, ਤੁਹਾਡੇ ਹਿਰਦੇ ਵਿੱਚ ਸ਼ਬਦ ਦੀ ਧੁਨ 24 ਘੰਟੇ ਗੁਰੂ ਰਾਮਦਾਸ ਨੇ ਬੀਣਾ ਵਜਾ ਦਿੱਤੀ। ਉਹ ਸ਼ਬਦ ਕਿਹੜਾ ਜੋ ਪ੍ਰਕਿਰਤੀ ਤੋਂ ਪਰੇ ਲਿਜਾਣ ਵਾਲਾ ਹੈ, ਅਪਰਾਮ ਪਰ ਅਪਰਾਪਾਰ ਜਿਹਦੀ ਮਹਿਮਾ ਹੈ, ਉਹ ਅਕਾਲ ਪੁਰਖ ਨਾਲ ਮਿਲਾਉਣ ਵਾਲਾ। ਉਸ ਸ਼ਬਦ ਨੇ ਤੁਹਾਡੀ ਸੁੰਦਰਤਾ, ਸ਼ੁਭ ਗੁਣਾ ਦੇ ਨਾਲ ਤੁਹਾਨੂੰ ਸਜਾ ਦਿੱਤਾ ਹੈ। ਵੀਣਾ ਬਣਾਵਟ ਬਣ ਗਈ ਹੈ ਤੁਹਾਡੀ, ਕੈਸੀ? ਤੁਸੀਂ ਹੁਣ ਹੋਰਾਂ ਨੂੰ ਵੀ ਸੁੰਦਰ ਬਣਾ ਸਕਦੇ ਹੋ, ਤੁਸੀਂ ਹੋਰਾਂ ਨੂੰ ਵੀ ਉਸ ਸ਼ਬਦ ਦੇ ਨਾਲ ਜੋੜ ਰਹੇ ਹੋ। ਖੇਲ ਗੁੜੋ ਕੀਓ ਹਰ ਰਾਏ, ਹਰ ਰਾਏ ਕਹੀਏ ਵਾਹਿਗੁਰੂ ਪਰ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਬੇਸ਼ੁਮਾਰ ਅਥਾਹ ਅਗਣਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਧਾਰਨ ਗਗਨ ਨਭ ਖੰਡ ਮਹਿ ਜੋਤ ਸਵੈਰੂਪੀ ਰਹਿਓ ਭਰ ਭਾਣ ਮਥੁਰਾ ਕਿਛ ਭੇਦ ਨਹੀਂ ਗੁਰੂ ਅਰਜਨ ਪਰਤਖ ਹਰ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੈ ਮੇਰਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਮਿਓ ਰਸਨਾ ਬਦਨ ਵਰਦਾਤ ਅਲਖ ਅਪਾਰ ਗੁਰ ਸੂਰ ਸਬਦ ਹਉ ਮੈਂ ਨਿਵਾਰੋ ਪੰਚਹਰ ਨਿੰਦ ਲਿਓ ਸੁਨ ਸਹਿਜ ਨਿਜ ਘਰ ਸਹਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਸਾਧ ਸੰਗਤ ਅਕਾਲ ਪੁਰਖ ਸਤ ਚਿਤ ਆਨੰਦ ਸ੍ਰੀ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦਾ ਸਦਕਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡੀ ਦਰਬਾਰ ਦੀਆਂ ਖੁਸ਼ੀਆਂ ਆਨੰਦ ਮਾਣਨ ਦਾ ਸਮਾਂ ਪ੍ਰਾਪਤ ਹੋਇਆ ਹੈ। ਆਪ ਗੁਰੂ ਬਖਸ਼ੇ ਉਦਮ ਦੇ ਨਾਲ ਦੋਏ ਵਕਤ ਅੰਮ੍ਰਿਤ ਵੇਲੇ ਸੋਦਰ ਸੰਧਿਆ ਦੇ ਸਮੇਂ ਸਤਿਗੁਰਾਂ ਦੀ ਬਾਣੀ ਦੇ ਜਾਪ ਗੁਰੂ ਕੇ ਲੰਗਰਾਂ ਦੀ ਸੇਵਾ ਸਤ ਸੰਗਤ ਵਿੱਚ ਹਾਜ਼ਰ ਹੋ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸੇਵਾ ਸਿਮਰਨ ਦੇ ਨਾਲ ਸਤਿਗੁਰਾਂ ਦੀ ਅਗੰਮ ਗੋਚਰ ਅਥਾ ਸ਼ਬਦ ਸਰੂਪ ਬਾਣੀ ਦੀ ਵਿਚਾਰ ਆਪਾਂ ਨੂੰ ਬਖਸ਼ੀ ਹੈ ਜੋ ਕਾਫੀ ਸਮੇਂ ਤੋਂ ਭੱਟਾਂ ਦੇ ਸਵਈਆਂ ਦੀ ਵਿਚਾਰ ਚੱਲ ਰਹੀ ਹੈ। ਧੰਨ ਗੁਰੂ ਅਰਜਨ ਪਾਤਸ਼ਾਹ ਪ੍ਰਤੱਖ ਹਰੀ ਦੇ ਸਰੂਪ ਉਹਨਾਂ ਦੀ ਮਹਿਮਾ ਵਡਿਆਈ ਪੰਜਵੇਂ ਮਹੱਲੇ ਜੀ ਕੇ ਸਵਈਏ ਰੰਭ ਹਨ। ਆਓ ਜੋ ਅੱਗੇ ਸਾਨੂੰ ਉਪਦੇਸ਼ ਗੁਰੂ ਜੀ ਬਖਸ਼ਦੇ ਹਨ ਬਾਣੀ ਦੁਆਰਾ ਸ਼ਰਧਾ ਭਾਵਨਾ ਨਾਲ ਸਰਵਣ ਕਰੀਏ। ਅਮਿਓ ਰਸਨਾ ਬਦਨ ਵਰਦਾਤ। ਭੱਟ ਜੀ ਬਚਨ ਕਰਦੇ ਨੇ ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ। ਬਦਨ ਨਾਮ ਹੈ ਭਾਈ ਮੁਖ ਦਾ। ਬਦਨ ਜਿੱਥੇ ਪਾਠ ਆਵੇ ਉੱਥੇ ਮੁਖ ਨੂੰ ਕਹਿੰਦੇ ਨੇ। ਆਪ ਦੇ ਮੁਖ ਤੋਂ ਜੋ ਬਚਨ ਉਚਾਰਦੇ ਹੋ ਉਹ ਅਮਿਓ ਅੰਮ੍ਰਿਤ ਰੂਪ ਜੋ ਆਪ ਦੇ ਮੁਖ ਵਿੱਚੋਂ ਰਸਨਾ ਤੋਂ ਆਪ ਬਾਣੀ ਉਚਾਰਦੇ ਹੋ ਉਹ ਅੰਮ੍ਰਿਤ ਰੂਪ ਹੈ। ਕਿਉਂ ਅੰਮ੍ਰਿਤ ਰੂਪ ਹੈ? ਉਹ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਸੱਚੀ ਬਾਣੀ ਉਚਾਰਦੇ ਹੋ ਆਪ। ਸਤ ਵਚਨ ਸਾਧੂ ਉਪਦੇਸ਼ ਆਪ ਜੀ ਦੇ ਮੁਖ ਤੋਂ ਸੱਚ ਹੀ ਅੰਮ੍ਰਿਤ ਰੂਪ ਹੈ। ਗੁਰਮੁਖ ਪਿਆਰਿਓ ਉਹ ਸੱਚੇ ਬਚਨ ਅੰਮ੍ਰਿਤ ਰੂਪੀ ਵਾਹਿਗੁਰੂ ਦੇ ਨਾਮ ਅਕਾਲ ਪੁਰਖ ਦੀ ਉਪਮਾ ਮਹਿਮਾ ਆਪਣੇ ਮੁਖ ਤੋਂ ਰਸਨਾ ਤੋਂ ਉਚਾਰਦੇ ਹੋ। ਤੇ ਉਹਨਾਂ ਬਚਨਾਂ ਵਿੱਚ ਕੀ ਗੁਣ ਹੈ? ਬਰਦਾਤ ਬਰਾਂ ਦੇ ਦੇਣ ਵਾਲੇ ਸ਼ੁਭ ਗੁਣ ਬੜੀਆਂ ਇੱਛਾਵਾਂ ਪੂਰਨ ਕਰਨ ਵਾਲੀ ਸਤਿਗੁਰਾਂ ਦੀ ਬਾਣੀ ਹੈ ਭਾਈ। ਆਪ ਦੇ ਜੋ ਬਚਨ ਹਨ ਇਹ ਸਾਰੀਆਂ ਇੱਛਾ ਪੂਰਨ ਕਰਨ ਵਾਲੇ ਹਨ। ਜੋ ਵੀ ਕੋਈ ਮੰਗਦਾ ਆਪ ਆ ਕੇ ਆਪ ਅੰਮ੍ਰਿਤ ਰੂਪੀ ਬਚਨ ਮੁਖ ਤੋਂ ਬੋਲਦੇ ਹੋ
ਉਹੀ ਬਾਰਦਾਤ। ਬਾਰ ਨਾਮ ਸ੍ਰੇਸ਼ਟ ਦਾ ਵੀ ਹੈ, ਦਾਤ ਨਾਮ ਸਾਡੀਆਂ ਲੋੜਾਂ ਮੰਗਾਂ ਜੋ ਆਪਾਂ ਮੰਗਦੇ ਹੋ। ਇਹ ਜੋ ਬਾਣੀ ਆਪ ਮੁਖ ਤੋਂ ਸਾਨੂੰ ਬਖਸ਼ਦੇ ਹੋ, ਇਹ ਸਤਿਗੁਰੂ ਜੀ ਤੁਸੀਂ ਸੰਸਾਰ ਨੂੰ ਸ੍ਰੇਸ਼ਟ ਬਾਰ ਦੇ ਰਹੇ ਹੋ, ਬਹੁਤ ਵੱਡੀ ਦਾਤ ਬਖਸ਼ ਰਹੇ ਹੋ ਜੋ ਬਾਣੀ ਆਪਾਂ ਨੂੰ ਬਖਸ਼ੀ ਹੈ। ਅਮਿਓ ਰਸਨਾ ਬਦਨ ਬਾਰਦਾਤ, ਤੁਹਾਡੀ ਰਸਨਾ ਤੋਂ ਜਿਹੜੇ ਸ਼ੁਭ ਬਚਨ ਬਾਣੀ ਦੇ ਉਚਾਰ ਰਹੇ ਹੋ, ਇਹ ਬਾਰਦਾਤੇ ਹਨ। ਸਗਲ ਇੱਛਾ ਪੂਰਨ ਕਰਨ ਵਾਲੀ ਬਾਣੀ ਹੈ ਸਤਿਗੁਰਾਂ ਦੀ। ਗੁਰਸਿੱਖ ਪਿਆਰਿਓ, ਗੁਰੂ ਕੇ ਬਚਨ ਹਨ, ਭਰੋਸੇ ਨਾਲ ਇਹਨਾਂ ਨੂੰ ਸੁਣੀਏ, ਸ਼ਰਧਾ ਨਾਲ ਮੰਨੀਏ, ਤਾਂ ਕੋਈ ਐਸੀ ਵਸਤੂ ਨਹੀਂ ਜੇ ਗੁਰਬਾਣੀ ਵਿੱਚੋਂ ਸਾਨੂੰ ਪ੍ਰਾਪਤ ਨਾ ਹੋਵੇ। ਐਸੀ ਇੱਛਾ ਨਹੀਂ ਜਿਹੜੀ ਤਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਾਸਾ ਕਾਮ ਤੈਨਾ, ਐਸੇ ਸਾਡੇ ਸਤਿਗੁਰ ਹਨ। ਅਲਖ ਅਪਾਰ ਗੁਰ ਸੂਰ, ਤੁਹਾਡੀ ਜੋ ਮਹਿਮਾ ਹੈ ਅਲੱਖ ਹੈ, ਲਕਸ਼ਣ ਤੋਂ ਬਾਹਰ ਹੈ, ਮਾਇਆ ਦੀ ਪ੍ਰਕਿਰਤੀ ਤੋਂ ਅਪਾਰ ਭਰੇ ਹੈ, ਤੇ ਆਪ ਸੂਰਮੇ ਗੁਰੂ ਹੋ। ਸੂਰਮਾ ਕੌਣ ਹੁੰਦਾ ਹੈ? ਜੋ ਬਚਨ ਕਰ ਦੇਵੇ ਉਹਨੂੰ ਪਗਾ ਦੇਵੇ, ਉਹੀ ਸੂਰਮਾ ਹੈ। ਉਹਨੂੰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਬਚਨ ਕੀਤਾ ਹੈ। ਔਰੰਗਜ਼ੇਬ ਮਰਦ ਕੌਣ ਹੈ? ਹਮੂ ਮਰਦ ਬਾਹਿਦ ਸਬਦ ਸੁਖ ਨ ਵਰਨਾ ਕੇ ਸ਼ੀਕਮੇ ਦੀਗਰ ਦਰਦਹਾਨੇ ਦੀਗਰ। ਐ ਔਰੰਗਜ਼ੇਬ ਮਰਦ ਉਹ ਹੁੰਦਾ ਹੈ, ਹਮੂ ਮਰਦ ਬਾਹਿਦ, ਅਸੀਂ ਮਰਦ ਉਹਨੂੰ ਮੰਨਦੇ ਹਾਂ ਜੋ ਸੁਬਦ ਸੁਖ ਨਵਰ, ਆਪਣੇ ਮੂੰਹ ਤੋਂ ਕੀਤੇ ਹੋਏ ਬਚਨ ਨੂੰ ਪਗਾ ਦੇਵੇ, ਉਹ ਮਰਦ ਹੁੰਦਾ ਹੈ। ਨਾ ਕਿ ਸ਼ੀਕਮੇ ਦੀਗਰ ਦਰਦਹਾਨੇ ਦੀਗਰ। ਜ਼ਫਰਨਾਮਾ ਹੈ, ਸ਼ੀਕਮ ਨਾਮ ਫਾਰਸੀ ਵਿੱਚ ਪੇਟ ਦਾ ਹੈ ਗੁਰਮੁਖ ਪਿਆਰਿਓ, ਦਹਾਨਾ ਨਾਮ ਮੂੰਹ ਦਾ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਔਰੰਗਿਆ ਜਿਹਦੇ ਪੇਟ ਵਿੱਚ ਕੁਝ ਹੋਰ ਹੋਵੇ ਤੇ ਮੂੰਹ ਤੋਂ ਕੁਝ ਹੋਰ ਬੋਲੇ, ਉਹ ਮਰਦ ਨਹੀਂ ਹੁੰਦਾ, ਉਹ ਕੈਰ ਹੁੰਦਾ ਹੈ। ਉਹੀ ਬਚਨ ਪੇਟ ਵਿੱਚ ਹੋਵੇ, ਉਹੀ ਮੂੰਹ ਤੇ ਹੋਵੇ। ਐਸੇ ਸੂਰਮੇ ਹੋ ਸਤਿਗੁਰ, ਜੋ ਬਚਨ ਮੂੰਹ ਤੋਂ ਕੱਢਦੇ ਹੋ ਤੁਹਾਡੇ ਪੂਰੇ ਹਨ, ਉਹਨਾਂ ਨੂੰ ਤੁਸੀਂ ਪੂਰੇ ਕਰਦੇ ਹੋ। ਤਤੀਆਂ ਤਵੀਆਂ ਤੇ ਵੀ ਬੈਠ ਕੇ ਉਹਨਾਂ ਬਚਨਾਂ ਤੋਂ ਨਹੀਂ ਹਾਰੇ, ਰੇਤਾ ਪਵਾ ਲਿਆ, ਪਰ ਉਹ ਬਚਨ ਪੂਰੇ ਕੀਤੇ। ਜੋ ਕਹਿ ਰਿਹਾ ਸੀ ਜਹਾਂਗੀਰ ਕਿ ਮਹਾਰਾਜ ਦੀ ਤੁਸੀਂ ਅੰਮ੍ਰਿਤ ਵੇਲੇ ਵੀ ਕਥਾ ਸੁਣੀ ਸੀ ਕਿ ਵਿੱਚ ਸਿਫਤ ਲਿਖ ਦੋ, ਉਹਦੀ ਇੱਕੋ ਇੱਕ ਜਿੱਦ ਸੀ ਕਿ ਤੁਸੀਂ ਇਹ ਲਿਖੋ, ਮੁਹੰਮਦ ਸਾਹਿਬ ਦੀ ਸਿਫਤ ਦਾ ਭਾਵ ਇਹ ਸੀ ਕਿ ਮੁਹੰਮਦ ਸਾਹਿਬ ਨੇ ਜਿਹੜਾ ਇਸਲਾਮ ਧਰਮ ਚਲਾਇਆ ਉਹ ਠੀਕ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਜਿਵੇਂ ਸਿੱਖ ਬਣਨ ਨੂੰ ਲਿਖਿਆ ਹੈ, ਪੰਡਤ ਨੂੰ ਸਹੀ ਪੰਡਤ ਬਣਨ ਨੂੰ ਲਿਖਿਆ ਹੈ, ਇਸੇ ਤਰ੍ਹਾਂ ਤੁਸੀਂ ਇਹ ਲਿਖ ਦੋ ਕਿ ਸਾਰੇ ਸਿੱਖੋ, ਦੀਨ ਬਹੁਤ ਚੰਗਾ ਹੈ, ਮੁਸਲਮਾਨੀ ਸ਼ਰ੍ਹਾ, ਇਹਨੂੰ ਅਪਣਾਉਣਾ ਚੰਗਾ। ਇਹ ਲਿਖਾਉਣਾ ਚਾਹੁੰਦਾ ਸੀ ਉਹ, ਪਰ ਆਪ ਬਚਨ ਦੇ ਪੂਰੇ ਸੂਰਮੇ ਹੋ। ਤੁਸੀਂ ਇਹ ਸਹਿਲੇ ਸ਼ਹੀਦੀਆਂ ਪ੍ਰਾਪਤ ਕਰ ਲੀਆਂ, ਪਰ ਆਪ ਬਚਨ ਤੋਂ ਐਸੇ ਸੂਰਮੇ ਹੋ, ਆਪ ਸੂਰ। ਸ਼ਬਦ ਹਉਮੈ ਨਿਵਾਰ ਹੋ, ਤੇ ਤੁਹਾਡੇ ਜਿਹੜੇ ਸ਼ਬਦ ਨੇ ਉਹਨਾਂ ਵਿੱਚ ਵੀ ਇਹ ਸ਼ਕਤੀ ਹੈ, ਉਹਨਾਂ ਵਿੱਚ ਸੂਰ ਦੂਜਾ ਨਾਮ ਪ੍ਰਕਾਸ਼ ਗਿਆਨ ਹੈ, ਉਹਨਾਂ ਦੁਆਰਾ ਹੀ, ਕਿਉਂਕਿ ਸੂਰਮਾ ਹੀ ਸੂਰਮੇ ਨੂੰ ਮਾਰ ਸਕਦਾ ਹੈ। ਇਹ ਪੰਜ ਕਾਮ ਕ੍ਰੋਧ ਲੋਭ ਹੰਕਾਰ ਵੱਡੇ ਸੂਰਮੇ ਮੰਨੇ ਬਾਣੀ ਨੇ। ਜਿਨ ਮਿਲ ਮਾਰਿਓ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਇਹਨਾਂ ਨੂੰ ਕਿਹੜੀ ਤਲਵਾਰ ਕੱਟੂਗੀ? ਕੋਈ 47 ਗਨ ਹੈਗੀ, ਕੋਈ ਤੋਪ ਹੈਗੀ ਜਿਹੜੀ ਕੰਮ ਨੂੰ ਮਾਰ ਦੂ? ਕੋਈ ਹਥਿਆਰ ਹੈ ਹੀ ਨਹੀਂ। ਇਹਨਾਂ ਨੂੰ ਸ਼ਬਦ ਦਾ ਹੀ, ਸ਼ਬਦ ਜਿੱਤੀ ਸਿੱਧ ਮੰਡਲੀ। ਸ੍ਰੀ ਗੁਰੂ ਨਾਨਕ ਦੇਵ ਨੇ ਸ਼ਬਦ ਨਾਲੇ ਜਿੱਤੇ ਹੈ ਭਾਈ। ਇਹ ਸ਼ਬਦ ਸ਼ਾਸਤਰ ਹੈ ਜਿਹੜਾ ਸਭ ਤੋਂ ਵੱਡਾ ਹੈ। ਇੱਥੇ ਵੀ ਇੱਕ ਸ਼ਬਦ ਆਉਂਦਾ ਨਿਤ, ਸਤਿਗੁਰਾਂ ਦੇਗ ਤੇਗ ਫਤਿਹ। ਹੁਣ ਤੇਗ ਦਾ ਅਰਥ ਇਹੀ ਨਹੀਂ ਕਹਿਣਾ ਵੀ ਜੰਗ ਵਿੱਚ ਵੱਢਣਾ ਹੀ ਫਤਿਹ ਹੈ, ਲੋਕਾਂ ਨੂੰ ਮਾਰੀ ਜਾਓ। ਇੱਥੇ ਦੋਏ ਚੀਜ਼ਾਂ ਇਕੱਠੀਆਂ ਨੇ ਗੁਰਦੁਆਰੇ ਵਿੱਚ, ਦੇਗ ਔਰ ਜਿਹੜਾ ਹੇਠ ਲੰਗਰ ਚੱਲਦਾ ਹੈ, ਇਹ ਵੀ ਫਤਿਹ ਹੀ ਹੈ, 24 ਘੰਟੇ ਨਿਰੰਤਰ ਚੱਲਦਾ ਹੈ। ਇਹਨੇ ਵੀ ਜਿੱਤ ਲਿਆ ਖਾਣ ਵਾਲਿਆਂ ਨੂੰ, ਸਮਝਣਾ ਫਤਿਹ। ਫਤਿਹ ਹੁੰਦੀ ਹੈ ਜਿੱਤ, ਜਿੱਤ ਲੈਣਾ। ਇਹ ਗੁਰੂ ਕੇ ਲੰਗਰ ਨਹੀਂ ਜਿੱਤਿਆ ਖਾਣ ਵਾਲਿਆਂ ਨੂੰ, ਕਿਸੇ ਨੂੰ ਭੁੱਖਾ ਮੁੜਨੇ ਨਹੀਂ ਦਿੱਤਾ। ਅੱਜ ਕੇ ਆਖੋ ਸਤਨਾਮ। ਨਹੀਂ, ਇਹ ਭੁੱਖ ਨਹੀਂ ਜਿੱਤ ਹੋਈ ਕਿਤੇ ਰਾਜੇ ਮਹਾਰਾਜ ਤੋਂ ਨਹੀਂ ਜਿੱਤ ਹੋਈ ਗੁਰਸਿੱਖ ਪਿਆਰੇ, ਇੱਥੇ ਜਿੱਤਿਆ ਗੁਰੂ ਦੇ ਦਰ ਤੇ ਆ ਕੇ। ਇੱਥੇ ਜਿੱਤ ਲਿਆ ਲੰਗਰ ਨੇ, ਜਿੰਨਾ ਮਰਜੀ ਛਕੀ ਜਾਓ, ਅੱਧੀ ਰਾਤ ਆ ਜਾਓ, 12 ਵਜੇ ਦਿਨ ਦੇ ਆ ਜਾਓ, ਭਰੇ ਪਏ ਕੜਾਹੇ। ਇਹ ਹੈ ਦੇਗ, ਫਤਿਹ ਹੈ, ਚੜ੍ਹਦੀ ਕਲਾਈ ਹੈ, 24 ਘੰਟੇ ਪੂਰਨ ਭੰਡਾਰੇ। ਤੇ ਇੱਥੇ ਤੇਗ ਦਾ ਕੀ ਅਰਥ ਹੈ? ਤੇਗ ਦਾ ਅਰਥ ਇੱਥੇ ਤਲਵਾਰ ਨਹੀਂ ਲੈਣਾ, ਇੱਥੇ ਤੇਗ ਵੀ ਚੱਲ ਰਹੀ ਹੈ, ਦੇਗ ਵੀ ਚੱਲ ਰਹੀ ਹੈ। ਹੁਣ ਇੱਥੇ ਕਿਹੜੀ ਤੇਗ ਚੱਲਦੀ ਹੈ? ਇੱਥੇ ਸ਼ਬਦ ਦਾ ਤੀਰ ਚੱਲ ਰਿਹਾ ਹੈ, ਸ਼ਬਦ ਦੀ ਤਲਵਾਰ ਚੱਲ ਰਹੀ ਹੈ। ਜਿਵੇਂ ਉਹ ਜੰਗ ਵਿੱਚ ਲੋਹੇ ਦੀ ਤਲਵਾਰ ਦੁਸ਼ਮਣਾਂ ਨੂੰ ਕੱਟਦੀ ਹੈ, ਇੱਥੇ ਗੁਰੂ ਦੀ ਸ਼ਬਦ ਦੀ ਤਲਵਾਰ ਜਿਹੜੀ ਅਸਲ ਦੁਸ਼ਮਣ ਨੇ ਤੁਹਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਕੱਟ ਰਹੀ ਹੈ। ਇਹ ਸ਼ਬਦ ਦੀ ਇਹ ਹੈ ਤੇਗ ਚੱਲਣੀ। ਅਸੀਂ ਤਾਂ ਇੱਕੋ ਅਰਥ ਕਰਦੇ ਹਾਂ ਵੀ ਬਸ ਵੱਢ ਦੋ ਤੇ ਵੱਢ ਦੋ, ਹੋਰ ਕੋਈ ਗੱਲ ਹੀ ਨਹੀਂ। ਨਹੀਂ ਨਹੀਂ, ਉਹ ਲੰਗਰ ਚੱਲਦਾ ਹੈ, ਦੇਗ ਆ ਸ਼ਬਦ। ਇਹਨੂੰ ਇਹ ਮਹਾਰਾਜ ਨੇ ਕਿਹਾ ਨਾ, ਸ਼ਬਦ ਦਾ ਲੰਗਰ। ਲੰਗਰ ਦੌਲਤ ਵੰਡੀ ਹੈ,
ਇਹ ਸ਼ਬਦ ਦਾ ਲੰਗਰ, ਲੰਗਰ ਚੱਲੇ ਗੁਰ ਸ਼ਬਦ ਹਰ, ਗੁਰੂ ਦੇ ਸ਼ਬਦ ਦਾ ਲੰਗਰ। ਇਹ ਭਾਈ ਹਰ ਦਿੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰਾਂ ਨੂੰ ਕੱਟ ਦਿੰਦਾ ਹੈ। ਇਹ ਤੇ ਗਏ ਖਾਲਸੇ ਦੀ, ਜਿਸ ਸ਼ਬਦ ਦੇ ਹਥਿਆਰ ਦੁਆਰਾ ਸਾਰੇ ਸੰਸਾਰ ਨੂੰ ਜਿੱਤਿਆ। ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਹੋ, ਆਪ ਦੇ ਮੁਖ ਤੋਂ ਨਿਕਲੇ ਹੋਏ ਬਚਨ ਉਹ ਐਸੇ ਸ਼ਕਤੀਸ਼ਾਲੀ ਗਿਆਨ ਪ੍ਰਕਾਸ਼ ਸੂਰਜਵਤ ਹਨ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੁਸ਼ਮਣਾਂ ਨੂੰ ਖਤਮ ਕਰਦੇ ਨੇ, ਉਹਨਾਂ ਦਾ ਨਾਸ਼ ਕਰਦੇ ਨੇ। ਆਪ ਦੀ ਬਾਣੀ ਆਪਦੇ ਸ਼ਬਦ ਤੇ ਸੂਰਜ ਵਾਂਗ ਪ੍ਰਕਾਸ਼, ਜਿਵੇਂ ਸੂਰਜ ਹਨੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰਦਾ ਹੈ, ਇਸ ਤਰ੍ਹਾਂ ਗੁਰਬਾਣੀ ਪਾਈ। ਗੁਰਬਾਣੀ ਇਸ ਯੁਗ ਮੈਂ ਚਾਨਣ ਕਰਮ ਬਸੈ ਮਨਾਏ, ਸਤਿਗੁਰ ਸ਼ਬਦ ਉਜਾਰੋ ਦੀਪਾ। ਜਿਹੜਾ ਦੀਪ ਤੁਸੀਂ ਉਜਾਰਦੇ ਹੋ ਬਲਮ ਮਚਾ ਦੇਣ, ਹਨੇਰਾ ਨੱਠ ਜਾਂਦਾ ਹੈ। ਇਸ ਤਰ੍ਹਾਂ ਹੀ ਜਿਹਨਾਂ ਹਿਰਦਿਆਂ ਵਿੱਚ ਸਤਿਗੁਰ ਜੀ ਤੁਸੀਂ ਗੁਰੂ ਦੇ ਸ਼ਬਦ ਦਾ ਦੀਵਾ ਜਗਾ ਦਿੰਦੇ ਹੋ, ਅਗਿਆਨਤਾ ਜਨਮਾਂ ਮਰਨਾਂ ਦਾ ਹਨੇਰਾ ਨੱਠ ਜਾਂਦਾ ਹੈ। ਪੰਚਾਹਰ ਨਿੰਦ ਲਿਓ, ਪੰਚਾ ਹਰਨ ਦਲਿਓ, ਨੇ ਦਲਿਓ, ਪੰਚਾ ਹਰਨ ਦਲਿਓ, ਦੋ ਸ਼ਬਦ ਹਨ ਭਾਈ। ਹੁਣ ਇਹਦੇ ਅਰਥ ਤਿੰਨ ਕੀਤੇ ਨੇ ਸੰਪਰਦਾਵਾਂ ਵਿੱਚ ਮਹਾਂਪੁਰਸ਼ਾਂ ਨੇ। ਪੰਚਾ ਹਰਨ, ਜੋ ਪੰਜੇ ਦੇ ਨਾਲ ਮਾਰਦਾ ਹੈ, ਖਤਮ ਕਰਦਾ ਕਿਸੇ ਨੂੰ। ਉਹ ਪੰਜੇ ਨਾਲ ਕੌਣ ਮਾਰਦਾ? ਸ਼ੇਰ। ਸ਼ੇਰ ਪੰਜੇ ਨਾਲ ਖਿੱਚਦਾ ਨਾ ਜੋ ਕੁਛ ਵੀ ਮਾਂ ਸਾਧਕ ਫੜ ਕੇ। ਹਰਨ ਕਹੀਏ ਨਾਸ਼ ਕਰਨਾ, ਸ਼ੇਰ ਪੰਜੇ ਨਾਲ ਮਾਰਦਾ, ਨਾਸ਼ ਕਰਦਾ ਜੀਵਾਂ ਨੂੰ। ਤੇ ਸ਼ੇਰ ਕੌਣ ਹੈ? ਉਹ ਹੈ ਹਉਮੈ ਸਾਡੇ ਅੰਦਰ। ਇਹ ਸਾਡੇ ਸਾਰੇ ਜਪ ਤਪਾਂ ਨੂੰ ਨਾਸ਼ ਕਰਦਾ ਹੈ। ਤੀਰਥ ਬਰ ਤਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਹਿ ਫੁੱਲ ਜਾਤ ਹੈ ਜਿਉ ਕੁੰਚਰ ਇਸ਼ਨਾਨ। ਜਿਵੇਂ ਸ਼ੇਰ ਪੰਜੇ ਨਾਲ ਜੀਵਾਂ ਨੂੰ ਨਾਸ਼ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ, ਇਸੇ ਤਰ੍ਹਾਂ ਜਿਹੜਾ ਹਉਮੈ ਰੂਪੀ ਸ਼ੇਰ ਹੈ ਇਹ ਸਾਡੇ ਕਰਮ ਧਰਮ ਜਪ ਤਪ ਨੂੰ ਨਾਸ਼ ਕਰਦਾ ਹੈ। हे ਗੁਰੂ ਅਰਜਨ ਪਾਤਸ਼ਾਹ ਜੀ, ਉਸ ਸ਼ੇਰ ਰੂਪੀ ਹਉਮੈ ਨੂੰ ਤੁਸੀਂ ਨਾਸ਼ ਕਰ ਦਿੱਤਾ ਹੈ। ਉਹਨੂੰ ਖਤਮ ਕਰਨ ਵਿੱਚ ਆਪ ਜੀ ਦੀ ਬਾਣੀ, ਆਪ ਜੀ ਦਾ ਉਪਦੇਸ਼ ਸਮਰੱਥ ਹੈ। ਦੂਜਾ ਪੰਚਾ ਹਰਨ, ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਇਹਨਾਂ ਨੂੰ ਹਰਨ ਨਾਸ਼ ਕਰਨ ਵਿੱਚ ਨਿਦਲਿਓ ਹੁੰਦਾ ਗੁਰਮੁਖ ਪਿਆਰਿਓ, ਦਲ ਹੁੰਦਾ ਫੌਜ। ਨਿਦਲਿਓ ਨਿਹੱਥਾ ਕਰ ਦੇਣਾ, ਜਿੱਤ ਲੈਣਾ, ਉਹਨੂੰ ਖਤਮ ਕਰ ਦੇਣਾ। ਤੁਹਾਡਾ ਜਿਹੜਾ ਸਰੂਪ ਹੈ ਉਹਦੇ ਦਰਸ਼ਨ, ਤੁਹਾਡਾ ਗਿਆਨ ਹੈ ਬਾਣੀ ਦਾ, ਇਹ ਉਹਨਾਂ ਪੰਜਾਂ ਕਾਮ ਕ੍ਰੋਧ ਹੰਕਾਰ ਜੋ ਬੜੇ ਬਲੀ ਫੌਜ ਹਨ, ਇਹਨਾਂ ਨੂੰ ਬਲੀ ਕਿਹਾ। ਬਲੀ ਫੌਜ ਜਰਨੈਲ ਹਨ, ਇਹ ਬੜੀ ਹਠੈਲੀ ਫੌਜ ਹੈ ਇਹਨਾਂ ਦੀ। ਇਹਨਾਂ ਨੂੰ ਤੁਸੀਂ ਨਾਸ਼ ਕਰਨ ਵਿੱਚ ਸਮਰੱਥ ਹੋ। ਤੀਜਾ ਅਰਥ ਹੈ ਭਾਈ ਪੰਚਾ ਹਰਨ। ਪੰਜ ਸਾਡੀਆਂ ਕਰਮ ਗਿਆਨ ਇੰਦਰੀਆਂ ਹਨ, ਜਿਹੜੀਆਂ 24 ਘੰਟੇ ਹਿਰਨੀਆਂ। ਹਿਰਨੀ ਤੁਸੀਂ ਵੇਖੀ ਹੈ, ਹਮੇਸ਼ਾ ਟਪੂਸੀਆਂ ਹੀ ਮਾਰਨੀਆਂ। ਹਰਿਆਵਲ ਵੱਲ ਜਾਣਾ, ਉਹਨੇ ਟੱਪਣਾ ਕੁੱਦਣਾ। ਇਸੇ ਤਰ੍ਹਾਂ ਸਾਡੀਆਂ ਇੰਦਰੀਆਂ ਟੱਪਦੀਆਂ ਕੁੱਦਦੀਆਂ, 24 ਘੰਟੇ ਛਾਲਾਂ ਮਾਰ ਰਹੀਆਂ। ਅੱਖਾਂ ਕਿੱਧਰ ਨੂੰ ਛਾਲਾਂ ਮਾਰਦੀਆਂ, ਕੰਨ ਕਿੱਧਰ ਨੂੰ, ਜੀਭ ਕਿੱਧਰ ਨੂੰ, ਵਰਸ਼ ਚਮੜੀ ਕਿੱਧਰ ਨੂੰ ਛਾਲਾਂ। ਇਹ ਹਰਨੀਆਂ ਨੇ, ਪੰਜ ਹਰਨ। ਇਹ ਪੰਜਾਂ ਦੀਆਂ ਜਿਹੜੀਆਂ ਟਪੂਸੀਆਂ ਨੇ ਵਿਕਾਰਾਂ ਵੱਲ ਨੱਠ ਦੌੜ, ਉਹਨਾਂ ਸਾਰਿਆਂ ਨੂੰ ਤੁਹਾਡਾ ਉਪਦੇਸ਼ ਹਰਨ ਨਾਸ਼ ਕਰਨ ਦਾ। ਭਾਵੇਂ ਇੰਦਰੀਆਂ ਵੀ ਵਸ ਵਿੱਚ ਆ ਜਾਂਦੀਆਂ ਨੇ, ਉਹਨਾਂ ਨੂੰ ਇਹ ਸਮਦਮ ਕਿਹਾ ਜੋਗੀਆਂ ਨੇ, ਸੰਜਮ ਦਾ ਜੀਵਨ ਆ ਜਾਣਾ। ਆਪ ਪੰਚਾ ਹਰਨ ਦਲਿਓ, ਬੜੇ ਬੜੇ ਦਲਾਂ ਨੂੰ, ਕਾਮ ਕ੍ਰੋਧ ਲੋਭ ਹੰਕਾਰ ਦੇ ਕਰਮ ਧਰਮ ਦੇ ਜਿਹੜੇ ਨਿੰਦਰੇ ਹਨ ਸਾਡੇ, ਇਹ ਦਲ ਚਿੰਬੜੇ ਨੇ ਭਾਈ। ਸਾਨੂੰ ਵਿਸ਼ੇ ਵਿਕਾਰਾਂ ਨਿੰਦ ਕੀਰਖਾ ਦਵੈਸ਼ ਦੇ, ਇਹ ਤਾਂ ਇਕੱਠੇ ਹੋ ਕੇ ਦਲ ਬਣ ਜਾਂਦੇ ਨਾ। ਇੱਕ ਹੋਵੇ ਆਪਾਂ ਲੜ ਲਈਏ, ਇਹ ਤਾਂ ਇਕੱਠੇ ਹੋ ਕੇ ਫੌਜ ਬਣਾਈ ਫਿਰਦੇ ਨੇ। ਇਹਨਾਂ ਨੂੰ ਕਿਹਾ ਪੰਜ ਬਖਾਦੀ ਇੱਕ ਗਰੀਬਾ ਰਾਖੋ ਰਾਖਣ ਹਾਰੇ। ਹੁਣ ਪੰਜ ਸੂਰਵੀਰ ਇੱਕ ਗਰੀਬ ਪਰ ਆ ਕੇ ਚੜ ਕੇ ਆ ਜਾਣ, ਉਹ ਕੀ ਕਰੂ ਕੱਲਾ ਵਿਚਾਰਾ? ਉਹ ਤਾਂ ਮਾਰਿਆ ਹੀ ਜਾਊ। ਤੇ ਚੜ ਕੇ ਵੀ ਆਉਣਾ ਨਹੀਂ ਇਹਨਾਂ ਨੇ। ਇਹ ਤਾਂ ਮਿਹਰ ਹੋਈ ਵੀ ਆਪਣੇ ਅੰਦਰੇ ਵਸਦੇ ਆ। ਅੱਜ ਕੋ ਸਤਨਾਮ ਕਿਹੜਾ ਬਾਹਰੋਂ ਆਉਣਾ ਹੈ, ਫੇਰ ਤਾਂ ਰੋਕ ਲਈਏ। ਇਹ ਪੰਜ ਬਖਾਦੀ ਇੱਕ ਗਰੀਬਾ, ਇੱਕ ਜੀਵ ਵਿਚਾਰਾ ਗਰੀਬ ਫਸਿਆ ਵੈ। ਇਹਨੂੰ ਇਹ ਕਬੀਰ ਸਾਹਿਬ ਨੇ ਵੀ ਆਖਿਆ, ਜੀਵ ਇੱਕ ਹੈ ਵਿਚਾਰਾ ਪਾਖੀ ਹੇਕੜੋ ਫਾਹੀ ਬਾਲ 50। ਫਿਰ ਇਹਨਾਂ ਦੀ ਪ੍ਰਵਿਰਤੀ ਹੈ ਪੰਜਾਂ ਦੀ ਗੁਰਸਿੱਖ ਪਿਆਰਿਓ। ਇਹ ਜੀਵ ਰੂਪ ਹਿਰਨ ਇੱਕ ਹੈ, ਸ਼ਿਕਾਰੀ 50 ਫਿਰਦੇ ਆ, ਵਿਚਾਰਾ ਕਿੱਧਰ ਨੂੰ ਲੰਘੂਗਾ? ਇਹ ਸਾਰੇ ਈਰਖਾ ਦਵੈਸ਼ ਕਾਮ ਕ੍ਰੋਧ ਇਹਨਾਂ ਦੀਆਂ ਪ੍ਰਕਿਰਤੀਆਂ ਨੇ। ਫਿਰ ਪੰਜ ਤੱਤਾਂ ਦੀਆਂ 25 ਪ੍ਰਕਿਰਤੀਆਂ ਨੇ, ਇਹ 50 ਬਣ ਜਾਂਦੇ ਨੇ ਭਾਈ। ਲੰਮਾ ਪ੍ਰਕਰਨ ਹੈ ਉਹ। ਸਾਡਾ ਜੀਵ ਰੂਪੀ ਇੱਕ ਹੈ, ਇਹ 50 ਸ਼ਿਕਾਰੀ ਆਲੇ ਦਾਲੇ ਤੀਰ ਛਿੰਨੀ ਫਿਰਦੇ ਆ। ਕਬੀਰ ਸਾਹਿਬ ਕਹਿੰਦੇ ਬਚੂਗਾ ਕਿਵੇਂ ਤੂੰ? ਉਹ ਤਾਂ ਇੱਕੋ ਇੱਕ ਸਤਿਗੁਰ ਪਾਤਸ਼ਾਹ ਜੀ ਤੁਸੀਂ ਹੋ, ਤੁਹਾਡਾ ਉਪਦੇਸ਼ ਹੈ ਜੋ ਇਹਨਾਂ ਨੂੰ ਹਰਨ ਨਾਸ਼ ਕਰਦਾ ਹੈ। ਸੁਨ ਸਹਿਜ ਨਿਜ ਘਰ ਸਹਾਰੋ। ਬਸ ਜਿੱਥੇ ਹੁਣ ਇਹਨਾਂ ਦਾ ਵਾਸਾ ਹੋਵੇ ਨਾ, ਉੱਥੇ ਕਦੇ ਸਹਿਜ ਨਹੀਂ ਆ ਸਕਦਾ।
ਕਾਮੀ ਪੁਰਖ ਨੂੰ ਕਦੇ ਟਿਕਾ ਹੁੰਦਾ? ਨਿੰਦਕ ਪੁਰਸ਼ ਨੂੰ ਕਦੇ ਟਿਕਾ ਹੁੰਦਾ? ਅੱਖਾਂ ਵਿੱਚ ਜਿਹਨੇ ਸਰੂਪੇ ਦੇਖਣੇ ਕਦੇ ਟਿਕਾ ਹੋਊ? ਫਿਰਦੇ ਨੇ ਸਾਡੇ ਨੌਜਵਾਨ, ਕੀ ਵੱਡੇ ਵੱਡੇ ਵੀ ਫਿਰਦੇ ਨੇ ਵੀਡੀਓ ਦੀ ਦੁਕਾਨਾਂ ਤੇ, ਕਿਹੜੀ ਵੀਡੀਓ ਨਵੀਂ ਆਈ ਹੈ? ਕਦੇ ਇਹ ਨਹੀਂ ਪੁੱਛਣਾ ਕੋਈ ਜਪਜੀ ਸਾਹਿਬ ਦਾ ਟੀਕਾ ਨਵਾਂ ਆਇਆ, ਕੋਈ ਸਹਿਰਾਜ ਸਾਹਿਬ ਦੀ ਬਾਣੀ ਦਾ ਟੀਕਾ ਨਵਾਂ ਆਇਆ? ਨਹੀਂ ਨਹੀਂ, ਗੰਦੀਆਂ ਫਿਲਮਾਂ ਅੱਖਾਂ ਨਚਾਈ ਫਿਰਦੀਆਂ ਤੁਹਾਨੂੰ ਰੂਪ ਦੇ ਦ੍ਰਿਸ਼ਟੀ ਦੇਖਣ ਵਾਸਤੇ, ਇਹ ਕੰਨ ਨਚਾਈ ਫਿਰਦੇ, ਕਿੱਥੇ ਗਾਉਣ ਮਿਲਣ, ਕਿੱਥੇ ਸਾਨੂੰ ਕਦੇ ਕੱਚੀਆਂ ਬਾਣੀਆਂ ਮਿਲਣ। ਇਹ ਗੁਰਸਿੱਖ ਪਿਆਰਿਓ, ਇਹਨਾਂ 'ਚ ਸੋਨਾ ਵਸਦਾ। ਇਹ ਤਾਂ ਅਸੀਂ ਅੱਗ ਵਿੱਚ ਬੈਠ ਕੇ ਠੰਡੇ ਰਹਿਣਾ ਚਾਹੁੰਦੇ। ਇਹ ਅੱਗ ਮਚਾਈ ਹੋਈ ਅੱਗ ਹੈ। ਸਤਿਗੁਰੂ ਨੂੰ ਕਹਿੰਦੇ ਆ, ਤੂੰ ਫੜ 5 ਪਾਉਂਡ ਦੀ ਦੇਗ ਤੇ ਅੱਗ ਵਿੱਚ ਬੈਠੇ ਨੂੰ ਮੈਨੂੰ ਠੰਡਾ ਰੱਖੀ। ਮੈਂ ਤਾਂ ਮਚਾਉਂ ਅੱਗ, ਤੂੰ ਬਾਲਟੀ ਲੈ ਕੇ ਪਾਣੀ ਪਾਉਂਦਾ ਫਿਰੀ। ਅੱਜ ਕੋ ਸਤਨਾਮ ਇਹ ਕੰਮ ਅਸੀਂ ਫੜਿਆ ਹੋਇਆ ਹੈ। ਇਹਨਾਂ ਵਿੱਚ ਅਸੀਂ ਟਿਕਾ ਚਾਹੁੰਦੇ ਹਾਂ। ਸਤਿਗੁਰੂ ਜੀ ਟਿਕਾ ਕਦ ਆਉਣਾ? ਜਦੋਂ ਤੁਹਾਡੇ ਮੁਖ ਤੋਂ ਬਦਨ ਰਸਨਾ ਤੋਂ ਅੰਮ੍ਰਿਤਮਈ ਬਚਨ ਉਪਦੇਸ਼ ਬਾਣੀ, ਉਹ ਫਿਰ ਇਹ ਜਦੋਂ ਟਿਕ ਗਏ ਨਾ 5, ਫਿਰ ਸਹਿਜ ਆਉਣਾ। ਸਿੱਧੀ ਗੱਲ ਹੈ। ਦੋਏ ਪਾਸੇ ਗੁਆਂਢੀ ਵੈਰੀ ਨੇ, ਗੱਬੇ ਤੁਹਾਡਾ ਘਰ ਹੈ, ਪਿਛਲੇ ਪਾਸੇ ਗੁਆਂਢੀ ਉਹ ਵੀ ਵੈਰੀ ਹੈ, ਜਿਹਨੂੰ ਮੱਥਾ ਲੱਗਦਾ ਉਹ ਵੀ ਵੈਰੀ ਹੈ। ਨੀਂਦ ਆ ਜੂਗੀ? ਚਲਾ ਲਓ ਏਸੀ, ਲਾ ਲਓ ਟੀਵੀ, ਰੱਖ ਲਓ ਫਰਿੱਜ, ਲਾ ਲਓ ਕੋਠੀ ਨੂੰ ਮਾਰਬਲ, ਸਿਉਨੇ ਚਾਂਦੀ ਦੇ ਪਾ ਲਓ ਗਹਿਣੇ। ਉਹ 4 ਸਵੇਰੇ ਤੇਰੇ ਦੁਸ਼ਮਣ ਵੱਜਦੇ ਐ, ਫਿਰ ਤਾਂ ਟੀਕੇ ਹੀ ਲਵਾ ਕੇ ਆਊਗੀ। ਅੱਜ ਕੋ ਸਤਨਾ ਫੇਰ ਨਹੀਂ ਆਉਂਦੀ। ਉਹੀ ਹਾਲ ਸਾਡਾ ਹੋਇਆ। ਇਸ ਜੀਵ ਦੇ ਆਲੇ ਦੁਆਲੇ ਬਕਾਰੀ ਬੈਠੇ ਨੇ, ਤੂੰ ਸੁਖ ਸ਼ਾਂਤੀ ਚਾਹੁੰਦੇ। ਹੇ ਗੁਰੂ ਅਰਜਨ ਦੇਵ ਜੀ, ਤੁਸੀਂ ਕਿਰਪਾ ਕੀਤੀ, ਇਹਨਾਂ ਨੂੰ ਹਰਨ ਨਿਦਲਿਓ ਬਣਾਤਾ, ਇਹਨਾਂ ਦੇ ਦਲ ਨੂੰ ਖਤਮ ਕਰ ਦਿੱਤਾ। ਪਰ ਫੇਰ ਤੁਸੀਂ ਆਪ ਤੇ ਤੁਹਾਡੇ ਗੁਰਸਿੱਖ ਜਿਹੜੇ ਉਪਦੇਸ਼ ਸੁਣਦੇ ਨੇ, ਉਹ ਸੁਣ ਸਹਿਜ ਵਿੱਚ। ਉਹਨਾਂ ਦੇ ਦੁੱਖ ਵੀ ਆਉਣ ਤਾਂ ਵੀ ਸੁਣ। ਉਹ ਦੁੱਖ ਨੂੰ ਵੀ ਕਹਿਣਗੇ, ਜੇ ਸੁਖ ਦੇ ਤਾਂ ਇਤ ਹੀ ਰਾਜਾਂ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਉਹ ਦੁੱਖ ਨੂੰ ਵੀ ਸੁਖ ਮੰਨਣਗੇ। ਜਿਨ੍ਹਾਂ ਨੂੰ ਆਪ ਦੇ ਬਚਨ ਮਿਲ ਗਏ, ਬਾਣੀ ਮਿਲ ਗਈ, ਉਹ ਦੁੱਖ ਨੂੰ ਦੁੱਖ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ। ਕਿਹਦੀ ਗੱਲ ਹੈ? ਗੁਰ ਕਿਰਪਾ ਜੈ ਨਰਕੋ ਕੀਨੀ। ਤਾਂ ਇਹ ਜੁਗਤ ਪਛਾਨੀ। ਕੀ ਜੁਗਤ ਪਛਾਣਦੇ ਨੇ? ਉਹ ਦੁੱਖ ਨੂੰ ਸੁਖ ਕਿਉਂ ਮੰਨਦੇ ਹੈ? ਇਹ ਮੇਰਾ ਆਧਾਰ ਉਤਰ ਰਿਹਾ ਹੈ। ਜਦ ਆਪਣਾ ਆਧਾਰ ਉਤਰ ਜਾਵੇ ਨਾ, ਕਿਸੇ ਦਾ ਦੇਣਾ ਮੁੱਕ ਜਾਵੇ, ਉਦੋਂ ਬੰਦਾ ਖੁਸ਼ ਹੁੰਦਾ ਹੈ। ਇਨਸਾਨ ਜਿਹੜਾ ਹੁੰਦਾ ਨਾ, ਉਹ ਆਪਣੇ ਸਿਰ ਆਧਾਰ ਨਹੀਂ ਰੱਖਣਾ ਚਾਹੁੰਦਾ ਹੁੰਦਾ। ਉਹ ਕਹਿੰਦਾ ਬਹੁਤ ਚੰਗਾ ਪ੍ਰਮਾਤਮਾ ਤੇ ਆਧਾਰ ਤਾਰਤਾ, ਨਹੀਂ ਗਾਹਾਂ ਲੈ ਜਨਮ ਵਿੱਚ ਦੇਣਾ ਪੈਣਾ ਸੀ, ਵਧੀ ਜਾਣਾ ਸੀ, ਵਿਆਜ ਪਈ ਜਾਣਾ ਸੀ। ਇਹ ਗੁਰ ਕਿਰਪਾ ਜੇ ਨਰਕੋ ਕੀਨੀ, ਤੈ ਜੁਗਤ ਪਛਾਨੀ। ਉਹਨਾਂ ਨੂੰ ਇਹ ਗੱਲ ਹੈ, ਗੁਰੂ ਅਰਜਨ ਪਾਤਸ਼ਾਹ ਤੁਹਾਡੀ ਕਿਰਪਾ, ਉਹ ਸੁਣ ਸਹਿਜ ਅਵਸਥਾ ਵਿੱਚ ਦੁੱਖਾਂ ਸੁੱਖਾਂ ਨੂੰ ਇੱਕ ਕਰਦੇ ਨੇ। ਐਸੀ ਅਵਸਥਾ ਹੀ ਗੁਰੂ ਮਹਾਰਾਜ ਦੀ ਸੀ। ਤਵੀਆਂ ਤੇ ਬੈਠ ਕੇ ਵੀ ਦੁੱਖ ਨਹੀਂ ਮੰਨਿਆ, ਰੇਤ ਪਵਾ ਕੇ ਵੀ ਦੁੱਖ ਨਹੀਂ ਮੰਨਿਆ, ਉੱਥੇ ਵੀ ਸੁਣ ਸਹਿਜ ਦੀ ਅਵਸਥਾ ਰਹੀ। ਹਰ ਨਾਮ ਲਾਗ ਜਗ ਉਧਰ ਹੋ। ਤੁਸੀਂ ਉਧਾਰ ਦਿੱਤਾ ਵਾਹਿਗੁਰੂ ਦੇ ਨਾਮ ਨਾਲ ਲਾ ਕੇ ਸੰਸਾਰ ਨੂੰ। ਸਤਿਗੁਰ ਹਿਰਦੇ ਵਸਾਇਓ। ਤੇ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਨਾਮ ਤੁਸੀਂ ਹਿਰਦੇ ਵਿੱਚ ਵਸਾਇਆ, ਇਸ ਤਰ੍ਹਾਂ ਜਿਹੜੇ ਗੁਰਸਿੱਖ ਤੁਹਾਡੇ ਨਾਮ ਨੂੰ ਦਿੱਤੇ ਹੋਏ ਬਚਨਾਂ ਨੂੰ ਹਿਰਦੇ ਵਸਾਉਣਗੇ, ਉਹਨਾਂ ਨੂੰ ਤੁਸੀਂ ਜਹਾਜ਼ ਵਤ ਨਾਨਕ ਨਾਮ ਜਹਾਜ਼ ਬਖਸ਼ ਦਿੱਤਾ ਹੈ। ਗੁਰ ਅਰਜਨ ਕਲ ਚਰੈ। ਕਲ ਭਗਤ ਜੀ ਉਚਾਰਨ ਕਰਦੇ ਨੇ, ਭੱਟ ਜੀ ਇਹ ਗੁਰੂ ਅਰਜਨ ਦੇਵ ਜੀ। ਤੈ ਜਨ ਕੈ ਕਲਸ਼ ਦਿਪਾਇਓ। ਜੈ ਜਨਕ ਨਾਮ ਪ੍ਰਕਾਸ਼ ਦਾ, ਗਿਆਨ ਦਾ ਕਲਸ਼ ਹੁੰਦਾ। ਤੁਸੀਂ ਦੇਖਿਆ ਗੁਰਦੁਆਰਿਆਂ ਤੇ ਕਲਸ਼ ਲੱਗੇ ਹੁੰਦੇ, ਉਹ ਕਲਸ਼ ਚਮਕਦਾ ਹੁੰਦਾ। ਤੁਸੀਂ ਆਪਣੇ ਸਿੱਖਾਂ ਦੇ ਸੰਸਾਰ ਦੇ ਹਿਰਦਿਆਂ ਵਿੱਚ ਗਿਆਨ ਦਾ ਕਲਸ਼, ਪਿੱਤਲ ਸਿਉਨੇ ਦਾ ਨਹੀਂ, ਉਹ ਤਾਂ ਮੱਧਮ ਪੈ ਜਾਂਦੇ ਹੈ। ਉਹਨਾਂ ਦਾ ਚੋਰ ਵੀ ਚੁੱਕ ਕੇ ਲੈ ਜਾਂਦੇ ਗੁਰਮੁਖ ਪਿਆਰਿਓ, ਉਹਨਾਂ ਤੇ ਡਾਕੇ ਵੀ ਪੈਂਦੇ ਹਨ। ਪਰ ਜਿਹੜਾ ਗਿਆਨ ਦਾ ਕਲਸ਼ ਦਪਾ ਦੇਣਾ, ਗਿਆਨ ਪ੍ਰਕਾਸ਼ ਸਿਰ ਦੇ ਵਿੱਚ ਕਰ ਦੇਣਾ, ਉਹ ਤੁਸੀਂ ਉਜਾਰਾ ਕਲਸ਼ ਰੂਪੀ ਆਪਣੇ ਸਿੱਖਾਂ ਦੇ ਕਰ ਦਿੱਤਾ। ਸੋਰਠੇ। ਇਹ ਚਾਲ ਹੈ ਭਾਈ ਛੰਦ ਦੀ। ਸੋਰਠੇ, ਦੋਹਰੇ ਤੇ ਸੋਰਠੇ ਵਿੱਚ ਥੋੜਾ ਹੀ ਫਰਕ ਹੁੰਦਾ ਹੈ। ਉਹ ਇੰਨਾ ਹੀ ਫਰਕ ਹੈ, ਸਮਝ ਲਓ। ਦੋਹਰਾ ਜਿਹੜਾ ਹੈ ਉਹਦੀ ਪਿਛਲੀ ਪਦ ਮਿਲਦੀ ਹੁੰਦੀ ਆਪਸ ਵਿੱਚ। ਜਿਵੇਂ ਸਗਲ ਦੁਆਰ ਕੋ ਛੱਡ ਕੇ ਗਏ, ਉਹ ਤੋਂ ਹਰੋ ਦੁਆਰ ਆਇਆ ਨਾ, ਦੁਆਰ ਬਾਹੇ ਗਏ ਕਿ ਲਾਜਸ ਗੋਬਿੰਦ ਦਾਸ ਤੁਮਾਰ, ਫੇਰ ਰਾਰਾ ਪਿੱਛੇ ਆ ਗਿਆ। ਪਰ ਜਿਹੜਾ ਸੋਠਾ ਹੁੰਦਾ ਹੈ, ਉਹਦਾ ਗਬਲਾ ਪਦ ਮਿਲਦਾ ਹੁੰਦਾ। ਸਗਲ ਦੁਆਰ ਕੋ ਛੱਡ ਕੇ, ਇਹਦੀ ਜਗ੍ਹਾ ਇਹਨੂੰ ਏਦਾਂ ਪੜ੍ਹ ਲਓ ਜੇ ਸੋਠਾ ਪੜ੍ਹਨਾ ਹੈ। ਗਇਓ ਤੁਹਾਰੋ ਦੁਆਰ, ਸਗਲ ਦੁਆਰ ਕੋ ਛੱਡ ਕੇ, ਇਹ ਸੋਠਾ ਬਣ ਗਿਆ ਭਾਈ ਦੋਹਰੇ ਦਾ, ਇਹ ਪਿੰਗਲ ਦੀ। ਹੁਣ ਬਾਹੇ ਗਏ ਕਿ ਲਾਜਸ, ਇਹਨੂੰ ਪਹਿਲਾਂ ਲਿਖਿਆ ਨਾ,
ਨਾਨਕ ਦਾਸ ਤੁਮਾਰ ਬਹਿ ਗਏ ਕੀ ਲਾਜਿਆਸ। ਇਹ ਭਾਈ ਦੋਹਰੇ ਦਾ ਸੋਰਠਾ ਬਣ ਗਿਆ। ਦੋਹਰੇ ਦੀ ਪਿਛਲਾ ਪਦ ਮਿਲਦਾ ਹੁੰਦਾ, ਸੋਰਠੇ ਦਾ ਗਬਲਾ ਮਿਲਦਾ ਹੁੰਦਾ। ਉਹਨਾਂ ਰਚਨਾ ਵਿੱਚ ਹੁਣ ਬਾਣੀ ਉਚਾਰਦੇ ਨੇ ਭੱਟ। ਗੁਰ ਅਰਜਨ ਪੁਰਖ ਪਰਮਾਨ। ਪੁਰਖ ਪਰਮਾਨ ਬਹੁਤ ਵਾਰ ਪਾਠ ਤੁਸੀਂ ਪੜ੍ਹਿਆ ਸੁਣਿਆ। ਇੱਥੇ ਮਹਾਰਾਜ ਨੇ ਸਮੁੰਦਰ ਨੂੰ ਇਹ ਕੁੰਜੀ ਵਿੱਚ ਪਾਤਾ ਇਹ ਸ਼ਬਦ ਲਿਖ ਕੇ। ਇਹਦਾ ਭੇਦ ਬਹੁਤ ਔਖਾ ਖੁੱਲਦਾ ਹੈ ਗੁਰਮੁਖ ਪਿਆਰਿਓ। ਸਮਾਂ ਤਾਂ ਬਹੁਤ ਘੱਟ ਹੁੰਦਾ ਹੈ, ਤੁਸੀਂ ਸਰੋਤੇ ਬੈਠੇ ਹੋ। ਪੁਰਖ ਪਰਮਾਨ, ਪੁਰਖ ਕ੍ਰਿਸ਼ਨ ਜੀ ਦੇ ਨਾਲ ਇੱਕ ਨਰ ਅਵਤਾਰ ਹੋਇਆ ਹੈ, ਪੁਰਖ ਅਵਤਾਰ, ਜਿਹਦੀ ਕਥਾ ਮਹਾਰਾਜ ਨੇ ਆਪ ਲਿਖੀ ਹੈ। ਉਹ ਇੱਥੇ ਪ੍ਰਮਾਣ ਹੈ। ਜਿਹੜਾ ਉੱਥੇ ਤੱਕ ਨਹੀਂ ਪੁੱਜੂਗਾ ਇਸ ਤੁਕ ਦੇ ਅਰਥਾਂ ਦਾ ਉਹਨੂੰ ਪਤਾ ਨਹੀਂ ਲੱਗਣਾ। ਪੁਰਖ ਇੱਥੇ ਅਰਥ ਹੈ ਨਰ ਅਵਤਾਰ। ਉਹ ਕੌਣ ਸੀ? ਪਾਰਥ। ਪਾਰਥ ਕੌਣ ਸੀ ਗੁਰਮੁਖ ਪਿਆਰਿਓ? ਅਰਜਨ। ਇੱਥੇ ਅਰਜਨ ਆ ਗਿਆ, ਦੇਖੋ ਘੁੰਮ ਕੇ ਆਉਣਾ ਹੈ ਅਰਜਨ। ਨਰ ਅਵਤਾਰ ਹੋਇਆ ਕ੍ਰਿਸ਼ਨ ਜੀ ਦੇ ਨਾਲ ਉਹਨਾਂ ਦਾ ਸਾਥੀ ਪਾਰਥ। ਕਿਉਂ? ਪਥ ਕੋ ਰਥ ਹਾਂਕ ਦਿਓ ਜੂ, ਉਹਦਾ ਰਥ ਹੱਕਦੇ ਹੁੰਦੇ ਸੀ ਗੁਰਸਿੱਖ ਪਿਆਰਿਓ। ਉਹ ਅਰਜਨ, ਇਹ ਨਰ ਅਵਤਾਰ ਹੋਇਆ। 24 ਅਵਤਾਰਾਂ ਵਿੱਚ ਉਹਨੂੰ ਪੁਰਖ ਕਹਿ ਲੋ, ਨਰ ਕਹਿ ਲੋ। ਇਹ ਜਿਹੜਾ ਇਹੋ ਜਿਹੇ ਤੁਸੀਂ ਗੁਰੂ ਅਰਜਨ ਦੇਵ ਜੀ, ਅਰਜਨ ਪੁਰਖ ਪਰਮਾਨ, ਪਰਮਾਨ ਕਹੀਏ ਬਰਾਬਰ, ਪਰ ਇੱਥੇ ਗੱਲ ਤਾਂ ਫਿਰ ਫਬਦੀ ਨਹੀਂ ਹੈ। ਜੇ ਇਸ ਘੁੰਡੀ ਨੂੰ ਖੋਲੀਏ ਜਾਂ ਨਾ ਜਾਵੇ ਇਹ ਤਾਂ ਸਾਨੂੰ ਸ਼ੰਕੇ ਵਿੱਚ ਪੈ ਦੂਗੀ ਕਿ ਭੱਟ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਰਜਨ ਦੇ ਬਰਾਬਰ ਕਹਿ ਗਏ। ਉਹ ਤਾਂ ਕਦੇ ਹੋ ਹੀ ਨਹੀਂ ਸਕਦਾ। ਅਰਜਨ ਕਿੱਥੇ ਕ੍ਰਿਸ਼ਨ ਜੀ ਦਾ ਤੇ ਗੁਰੂ ਅਰਜਨ ਦੇਵ ਜੀ ਕਿੱਥੇ? ਅਰਜਨ ਪੁਰਖ ਪਰਮਾਨ ਇੱਥੇ ਕਹਿਤਾ ਬਰਾਬਰ। ਪਰ ਹੁਣ ਇਹ ਸਵਾਲ ਪੈਦਾ ਹੋ ਜਾਣੇ, ਕੀ ਗੁਰੂ ਅਰਜਨ ਦੇਵ ਜੀ ਅਰਜਨ ਅਵਤਾਰ ਨਰ ਅਵਤਾਰ ਦੇ ਬਰਾਬਰ ਸੀ? ਪਾਰਥੋ ਚਾਲੇ ਨਹੀਂ, ਪਾਰਥੋ ਦਾ ਨਾਂ ਆ ਗਿਆ। ਅਰਜਨ ਵਿੱਚ ਕੀ ਸਿਫਤ ਸੀ? ਉਹ ਜੰਗ ਵਿੱਚੋਂ ਹਿਲਦਾ ਨਹੀਂ ਸੀ। ਐਸੇ ਸੂਰਮੇ ਹੋਏ ਨੇ ਜਿਹੜੇ ਜੰਗ ਵਿੱਚ ਜਿੱਥੇ ਖੜ ਗਏ ਉਹਨਾਂ ਦਾ ਪੈਰ ਪਿੱਛੇ ਨਹੀਂ ਹੋਇਆ। ਪੜ੍ਹਨੀ ਹੈ ਦਸਮ ਪਾਤਸ਼ਾਹ ਦੀ ਬਾਣੀ, ਸਵਈਆਂ ਦਾ ਪਾਠ ਕਰਿਆ ਕਰੋ, ਤੁਹਾਨੂੰ ਸੂਰਮਿਆਂ ਦਾ ਪਤਾ ਲੱਗੇ ਕਹੇ ਜੇ ਹੋਏ ਐ। ਕਰ ਪਰਬਤ ਪੰਖ ਖਲੇ ਨਾ ਹਲेंगे। ਵਿਸ਼ਰਾਮ ਨੋਟ ਕਰ ਲਿਓ ਪਿਆਰਿਓ। ਕਰ ਪਰਬਤ ਪੰਖ ਹਲੇ ਨਾ ਹਲेंगे ਪਾਠ ਨਹੀਂ ਕਰਨਾ। ਕਰ ਪਰਬਤ ਪੰਖ ਹਲੇ ਨਾ ਹਲेंगे। ਹਲੇ ਜੁਦਾ ਕਰਨੇ, ਨਾ ਹਲेंगे ਜੁਦਾ ਕਰਨੇ। ਉਹ ਐਸੇ ਸੂਰਮੇ ਸੀ ਜੰਗ ਵਿੱਚ ਜਿੱਥੇ ਖੜ ਗਏ ਉਹਨਾਂ ਦੇ ਪੈਰ ਨਹੀਂ ਹਿੱਲੇ। ਪਹਾੜ ਤਾਂ ਜਗ੍ਹਾ ਤੋਂ ਹਿੱਲ ਗਏ। ਅਜ ਕਹੇ ਆਖੋ ਸਤਨਾਮ। ਕਰ ਪਰਬਤ ਪੰਖ ਹਲੇ, ਪਹਾੜ ਉਡਾ ਦਿੱਤੇ ਤੀਰ ਮਾਰ ਮਾਰ ਕੇ, ਨਾ ਹਲेंगे। ਪਰ ਉਹ ਸੂਰਮੇ ਨਹੀਂ ਹਿੱਲੇ। ਉਹਨਾਂ ਨੂੰ ਕੋਈ ਪਿੱਛੇ ਕਰਨ ਵਾਲਾ ਨਹੀਂ ਜੰਮਿਆ। ਸੂਰਮਾ ਪਿੱਛੇ ਹੁੰਦਾ ਹੀ ਨਹੀਂ ਹੁੰਦਾ, ਸ਼ਹੀਦੀ ਉਹ ਪਾਉਂਦਾ ਹੁੰਦਾ। ਜੇ ਆ ਜਿੱਤ ਪਾਉਂਦਾ ਹੁੰਦਾ ਆ ਸ਼ਹੀਦੀ, ਉਹ ਪਿੱਛੇ ਤੱਕ ਪਿੱਛੇ ਨਹੀਂ ਹਟਦਾ ਹੀ ਨਹੀਂ ਹੁੰਦਾ। ਉਹ ਸੂਰਮਾ ਹੀ ਕਾਲਾ ਜਿਹੜਾ ਪਿੱਛੇ ਹਟ ਗਿਆ। ਗੁਰਮੁਖ ਪਿਆਰੇ ਪਗ ਸਨਮੁਖ ਰਣ ਸੂਰ ਕੋ ਬਚਨ ਕਹੇ ਤੇ ਸੰਤ, ਨਿਕਸ ਨਾ ਪੀਛੇ ਹੋਤ ਹੈ ਜਿਉ ਗਜਿੰਦ ਕੋ ਦੰਤ। ਸੂਰਮੇ ਦਾ ਵਧਿਆ ਹੋਇਆ ਪੈਰ ਤੇ ਮਹਾਪੁਰਖ ਦੇ ਮੂੰਹ ਤੋਂ ਨਿਕਲਿਆ ਬਚਨ। ਸ਼ਾਸਤਰ ਦਾ ਦੋਹਰਾ ਹੈ, ਪਗ ਸਨਮੁਖ ਰਣ ਸੂਰ ਕੋ, ਜੰਗ ਵੱਲ ਵਧਿਆ ਸੂਰਮੇ ਦਾ ਕਦਮ ਤੇ ਬਚਨ ਕਹੇ ਤੇ ਸੰਤ, ਮੂੰਹ ਤੋਂ ਸਾਧੂ ਬਚਨ ਕਰ ਦੇਵੇ। ਇਹ ਦੋ ਚੀਜ਼ਾਂ ਨਿਕਸ ਨਾ ਪੀਛੇ ਹੋਤ ਹੈ, ਇਹ ਨਿਕਲੀਆਂ ਹੋਈਆਂ ਪਿੱਛੇ ਨਹੀਂ ਹਟਦੀਆਂ। ਸੂਰਮੇ ਦਾ ਨਿਕਲਿਆ ਕਦਮ, ਸਾਧੂ ਦਾ ਨਿਕਲਿਆ ਬਚਨ, ਇਹ ਦੋਏ ਕਦੇ ਮੁੜੇ ਨਹੀਂ। ਕਿਵੇਂ ਨਹੀਂ ਮੁੜਦੇ? ਜਿਉ ਗਜਿੰਦ ਕੋ ਦੰਤ। ਹਾਥੀ ਵੇਖੇ ਤੁਸੀਂ ਕਈ, ਉਹਨਾਂ ਦੇ ਦੰਦ ਮੂੰਹ ਤੋਂ ਬਾਹਰ ਆ ਜਾਂਦੇ 4-4 ਫੁੱਟ। ਹੈ ਇੰਗਲੈਂਡ ਦੀ ਸਾਇੰਸ ਨੂੰ ਕਿਹੋ ਮੋੜ ਕੇ ਦੰਦ ਮੂੰਹ ਚ ਕਰ ਦੇਣ। ਅਮਰੀਕਾ ਵਾਲਿਆਂ ਨੇ ਕਹੋ ਹਾਥੀ ਦਾ ਦੰਦ ਮੋੜ ਕੇ ਮੂੰਹ ਚ ਪਾ ਕੇ ਦਿਖਾਓ। ਉਹ ਟੁੱਟ ਸਕਦਾ ਹੈ, ਕੱਟਿਆ ਜਾ ਸਕਦਾ ਹੈ, ਵੱਢਿਆ ਜਾ ਸਕਦਾ ਹੈ। ਜਿਹੜਾ ਦੰਦ ਹਾਥੀ ਦੇ ਮੂੰਹ ਤੋਂ ਬਾਹਰ ਨਿਕਲ ਗਿਆ ਮੁੜ ਕੇ ਮੂੰਹ ਚ ਨਹੀਂ ਪਊਗਾ। ਇਸੇ ਤਰ੍ਹਾਂ ਹੀ ਸੂਰਮੇ ਦਾ ਕਦਮ ਤੇ ਰੱਬ ਦੇ ਪਿਆਰੇ ਦਾ ਕੀਤਾ ਬਚਨ, ਉਹ ਕਦੇ ਵਾਪਸ ਨਹੀਂ ਹੋ ਸਕਦਾ। ਆਖੋ ਸਤਿ। ਇਹ ਸਤਿਗੁਰ ਪਾਤਸ਼ਾਹ ਜੀ, ਉਹ ਅਰਜਨ ਤੇ ਗੁਰੂ ਅਰਜਨ ਪਾਤਸ਼ਾਹ ਪਾਰਥੋ ਚਾਲੇ ਨਹੀਂ, ਉਹ ਚਲਾਏ ਵਾ ਨਹੀਂ ਸੀ ਅਰਜਨ। ਜਿੱਥੇ ਖੜ ਜਾਂਦਾ ਸੀ ਖੜ ਗਿਆ ਬਸ। ਉਹਦੇ ਕਦੇ ਮੈਦਾਨ ਛੱਡ ਕੇ ਨਠਿਆ ਨਹੀਂ ਸੀ। ਪਰ ਗੁਰੂ ਅਰਜਨ ਪਾਤਸ਼ਾਹ ਦੀ ਹੁਣ ਸੋਭਾ ਇਹ ਟਕਸਾਲ ਚੋਂ ਮਿਲੂਗੀ ਤੁਹਾਨੂੰ ਕਿ ਇੱਥੇ ਬਰਾਬਰੀ ਨਹੀਂ ਕਰਨੀ। ਅਰਜਨ ਦੇ ਇਤਿਹਾਸ ਵਿੱਚ ਇਹ ਆਉਂਦਾ ਹੈ। ਪ੍ਰੇਮੀਓ ਪਿਆਰ ਨਾਲ ਸੁਣ ਲਿਓ। ਜਦੋਂ ਕ੍ਰਿਸ਼ਨ ਭਗਵਾਨ ਜੀ ਪ੍ਰਭਾਸ ਤੀਰਥ ਤੇ ਜਾ ਕੇ ਜੋਤੀ ਜੋਤ ਸਮਾ ਕੇ ਚੜ੍ਹਾਈ ਕਰ ਗਏ,
सब कुछ खत्म हो गया ना। फिर जो प्रवास तीर्थ ते चले गए सी, उथे पै गए सी जाके। जाए सुता प्रवास ते गोडे उपर पैर पसारे। जिवें आपां कई बार पए पए अपना पैर गोडे पर नहीं रख लेंदे, इस तरह कृष्ण जी प्रवास तीर्थ ते पए सी। बदक आया भालदा। ਉਹ ਤੁਹਾਨੂੰ ਪਤਾ ਹੈ ਪਿੱਛੇ ਸਰੋਵਰਾਂ ਦੇ ਉੱਤੇ ਹਿਰਨ ਪਾਣੀ ਪੀਣ ਆਉਂਦੇ ਹੁੰਦੇ ਸੀ। ਤੜਕੇ ਹੀ ਜਾਨਵਰ ਸਰੋਵਰਾਂ ਤੇ ਪਾਣੀ ਪੀਂਦੇ ਸੀ। ਉਹ ਸ਼ਿਕਾਰੀ ਆ ਕੇ ਬਹਿ ਜਾਂਦੇ ਸੀ ਵੀ ਇੱਥੇ ਜਾਨਵਰ ਨੇ ਪਾਣੀ ਪੀਣ ਆਉਣਾ, ਮਾਰਾਂਗੇ। ਬਦਕ ਕਹੀਏ ਸ਼ਿਕਾਰੀ ਉਹ ਭਾਲਦਾ ਸੀ ਕੋਈ ਮਿਰਗ ਆਵੇ ਮਾਰਾਂ। ਤੇ ਕ੍ਰਿਸ਼ਨ ਭਗਵਾਨ ਗੋਡੇ ਪਰ ਪੈਰ ਧਰੀ ਬੈਠੇ ਸੀ। ਉਹਨਾਂ ਦੇ ਪੈਰ ਵਿੱਚ ਕੀ ਸੀ? ਚਰਨ ਕਮਲ ਵਿੱਚ ਪਦਮ ਹੈ। ਝਿਲਮਿਲ ਚਿਲਕੇ ਵਾਂਗੀ ਤਾਰੇ। ਕ੍ਰਿਸ਼ਨ ਮਹਾਰਾਜ ਜੀ ਦੇ ਸੱਜੇ ਪੈਰ ਵਿੱਚ ਪਦਮ ਰੇਖਾ ਸੀ। ਇਹ ਦੋ ਅਵਤਾਰਾਂ ਦੇ ਹੋਈ ਹੈ ਭਾਈ। ਇਹ ਆ ਕ੍ਰਿਸ਼ਨ ਮਹਾਰਾਜ ਦੇ ਦੁਆਪਰ ਵੀ ਸੀ, ਇਹ ਆ ਗੁਰੂ ਅਮਰਦਾਸ ਮਹਾਰਾਜ ਜੀ ਦੇ ਕਲਯੁਗ ਵਿੱਚ ਸੀ। ਗੁਰੂ ਅਮਰਦਾਸ ਮਹਾਰਾਜ ਦੇ ਪੈਰ ਵਿੱਚ ਪਦਮ ਰੇਖਾ ਸੀ। ਉਸ ਰੇਖਾ ਤੋਂ ਹੀ ਆਪਣੇ ਹਰਿਦੁਆਰ ਦੇ ਪੰਡਤ ਨੇ ਪਛਾਣਿਆ ਸੀ ਉਹਨਾਂ ਨੂੰ। ਉਸੇ ਪੰਡਤ ਨੇ ਉਸ ਰੇਖਾ ਤੋਂ ਹੀ ਪਛਾਣਿਆ ਸੀ। ਉਹ ਕ੍ਰਿਸ਼ਨ ਮਹਾਰਾਜ ਦੇ ਪਦਮ ਰੇਖਾ ਪਾਦ ਮੈਂ ਪਦ ਨਾਮ ਪੈਰ ਦਾ, ਉਹ ਰੇਖਾ ਸੂਰਜਵਤ ਹੁੰਦੀ ਹੈ। ਜਿਹਦੇ ਪੈਰ ਵਿੱਚ ਹੋਊਗੀ ਸੂਰਜ ਵਾਂਗ ਚਮਕੂਗੀ, ਤਾਰੇ ਵਾਂਗ। ਉਹ ਕ੍ਰਿਸ਼ਨ ਜੀ ਦੇ ਚਮਕਦੀ ਸੀ। ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਚਿਲਕੇ ਵਾਂਗੀ ਤਾਰੇ। ਉਧਰ ਬੈਠਾ ਸੀ ਤੀਰ ਸਿੰਨੀ ਸ਼ਿਕਾਰੀ ਵੀ ਮਿਰਗ ਆਊਗਾ। ਹੁਣ ਮਿਰਗ ਦੀ ਅੱਖ ਵੀ ਰਾਤ ਨੂੰ ਚਮਕਦੀ ਹੈ, ਜੀਵਾਂ ਦੀ ਚਮਕਦੀ ਹੈ। ਉਹ ਆਇਆ ਪਏ ਸੀ ਕ੍ਰਿਸ਼ਨ ਭਗਵਾਨ ਤੇ ਉਹਨੇ ਸਮਝਿਆ ਵੀ ਮਿਰਗ ਪਾਣੀ ਪੀਣ ਆਇਆ। ਉਹ ਅੱਖ ਚਮਕਦੀ ਸੀ। ਬਦਕ ਆਇਆ ਭਾਲਦਾ, ਮਿਰਗੇ ਜਾਣ ਬਾਣ ਲੈ ਮਾਰੇ। ਮਾਰਿਆ ਖਿੱਚ ਕੇ ਤੀਰ ਕ੍ਰਿਸ਼ਨ ਜੀ ਦੇ। ਤੇ ਸ਼ਿਕਾਰੀ ਫਿਰ ਤੀਰ ਮਾਰ ਕੇ ਨੱਠਦਾ ਹੁੰਦਾ, ਪਸ਼ੂ ਚਲਿਆ ਨਾ ਜਾਵੇ, ਜਾਨਵਰ ਤੁਰ ਕੇ ਜ਼ਖਮੀ ਹੋਇਆ ਵਾ। ਜਦ ਕੋਲ ਗਿਆ ਤਾਂ ਕ੍ਰਿਸ਼ਨ ਭਗਵਾਨ ਜੀ ਦਾ ਸਰੀਰ ਪਾੜਿਆ ਪਿਆ ਤੀਰ ਨੇ। ਐਸੀ ਗੱਲ ਹੋਈ। ਤੇ ਉਦੋਂ ਫਿਰ ਗੁੱਸਾ ਨਹੀਂ ਕੀਤਾ। ਗਲ ਵਿੱਚ ਲੀਤਾ ਕ੍ਰਿਸ਼ਨ ਜੀ, ਔਗਣ ਕੀਤੇ ਖਰ ਨਾ ਚਤਾਰੇ। ਜ਼ਖਮੀ ਹੋਇਆ ਨਹੀਂ, ਗਲਬੱਕੜੀ ਵਿੱਚ ਲੈ ਲਿਆ। ਉਹਦਾ ਔਗਣ ਨਹੀਂ ਦੇਖਿਆ। ਤੇ ਕੀ ਹੈ ਇਹ ਵੀ ਸੁਣ ਲਓ, ਹੁਣ ਤੁਹਾਡੇ ਕੰਮ ਆਉਣਗੀਆਂ ਕਿਤੇ ਬਚਨ ਬਿਲਾਸ। ਬੜੇ ਔਖੇ ਪ੍ਰਾਪਤ ਹੋਣੇ ਆ ਮਹਾਂਪੁਰਸ਼ਾਂ ਤੋਂ, ਇਹ ਐਵੇਂ ਨਹੀਂ ਸੀ ਮਿਲੇ, ਤੁਹਾਡੇ ਵੀ ਕੰਮ ਆਉਣਗੇ। ਉਹ ਕੌਣ ਸੀ ਜਿਹਨੇ ਤੀਰ ਮਾਰਿਆ ਸੀ? ਇੱਥੇ ਤੱਕ ਪੁੱਜਣ ਦੀ ਲੋੜ ਹੈ। ਉਹ ਤ੍ਰੇਤੇ ਯੁੱਗ ਦਾ ਬਾਲੀ ਸੀ। ਨੋਟ ਕਰਿਓ, ਬਾਲੀ ਤੇ ਸੁਗਰੀਵ ਦੋ ਭਾਈ ਸੀ ਰਾਮਚੰਦਰ ਜੀ ਦੇ ਮੌਕੇ। ਜਿਹੜਾ ਸੁਗਰੀਵ ਸੀ ਇਹ ਰਾਮ ਜੀ ਦਾ ਸੇਵਕ ਸੀ ਅਨਨ। ਬਾਲੀ ਬੇਮੁਖ ਸੀ। ਦੋਏ ਸਖੇ ਭਰਾ ਸੀ। ਤੇ ਗੁਰਮੁਖ ਪਿਆਰਿਓ, ਬਾਲੀ ਨੇ ਕੀ ਕੀਤਾ ਨਾ, ਸੀ ਤਕੜਾ। ਬਾਲੀ ਨੇ ਕੀ ਕਰਤੂਤ ਕੀਤੀ, ਆਪਣੇ ਸਕੇ ਭਾਈ ਦੀ ਘਰ ਵਾਲੀ ਨੂੰ ਕੱਢ ਲੈ ਗਿਆ, ਜ਼ਬਰਦਸਤੀ ਚੱਕ ਲੈ ਗਿਆ ਤੇ ਪਹਾੜ ਤੇ ਜਾ ਕੇ ਛੁਪ ਗਿਆ। ਕਹਿੰਦਾ ਇੱਥੇ ਮੈਨੂੰ ਕਿਹੜਾ ਟੋਲ ਲੂਗਾ। ਸੁਗਰੀਵ ਨੇ ਰਾਮ ਜੀ ਨੂੰ ਕੀਤੀ ਬੇਨਤੀ ਕਿ ਰਾਮ ਜੀ ਮੇਰੇ ਨਾਲ ਤਾਂ ਬੜੀ ਬੇਇਨਸਾਫੀ ਹੋ ਗਈ, ਮੇਰਾ ਭਰਾ ਮੇਰੀ ਇਸਤਰੀ ਚੱਕ ਲੈ ਗਿਆ। ਆਪਣੇ ਸੇਵਕ ਦੀ ਗੱਲ ਮੰਨ ਕੇ ਰਾਮ ਜੀ ਉਸ ਪਹਾੜ ਤੇ ਗਏ ਤੇ ਲੁਕ ਕੇ ਬਹਿ ਗਏ, ਜਿਵੇਂ ਸ਼ਿਕਾਰੀ ਬੈਠਦਾ ਹੁੰਦਾ। ਜੇ ਦੇਖ ਲਿਆ ਉਹਨੇ ਮਰਨਾ ਨਹੀਂ। ਬਦਕ ਉਹ ਤੋਂ ਭਾਈ ਗੁਰਮੁਖ ਪਿਆਰਿਓ, ਰਮਾਇਣ ਵਿੱਚ ਤੁਲਸੀ ਮਹਾਰਾਜ ਬਚਨ ਕਰਦੇ ਨੇ, ਜੈ ਅਗ ਖਤਿਓ ਬਿਆਦ ਜਿਉ ਬਾਲੀ, ਸੋਈ ਸੋ ਕੰਠ ਸੋ ਕੀਨ ਕੁਚਾਲੀ, ਵਹੀ ਕਰਤੂਤ ਭੀਖਣ ਕੇਰੀ, ਸੁਪਨੇ ਹੁਣ ਰਾਮ ਹੀ ਹੇਰੀ। ਇਹ ਰਮਾਇਣ ਵਿੱਚ ਬਚਨ ਹੈ ਤੁਲਸੀ ਜੀ ਦੇ। ਉਹ ਲੁਕ ਕੇ ਬਹਿ ਗਏ ਰਾਮ ਜੀ ਨਾਲ ਸੁਗਰੀਵ ਤੇ ਬਾਲੀ ਨੂੰ ਤਾਂ ਮਾਨ ਸੀ ਇੱਥੇ ਕਿਹਨੇ ਆਉਣਾ ਮੈਨੂੰ ਮਾਰਨ ਵਾਲੇ ਨੇ। ਪਹਾੜ ਵਿੱਚ ਬੈਠ ਗਿਆ ਲੁਕ ਕੇ। ਪਰ ਜਦ ਉਹ ਨਿਕਲਿਆ ਤੇ ਬਾਰੇ ਤੀਰ ਰਾਮ ਜੀ ਨੇ। ਤੁਲਸੀ ਜੀ ਕਹਿੰਦੇ, ਹੇ ਭਗਵਾਨ, ਜਿਸ ਬਾਲੀ ਨੂੰ ਤੂੰ ਇਸ ਦੋਸ਼ ਪਿੱਛੇ ਮਾਰ ਦਿੱਤਾ ਜਾ ਕੇ ਕਿ ਦੂਜੇ ਦੀ ਘਰ ਵਾਲੀ ਕਿਉਂ ਚੁਰਾਈ ਹੈ। ਵਿਆਦ ਸ਼ਿਕਾਰੀ ਵਾਂਗ ਅੰਗ ਕਹੀਏ ਪਾਪ, ਜਿਸ ਪਾਪ ਪਿੱਛੇ ਤੂੰ ਬਾਲੀ ਨੂੰ ਮਾਰਿਆ। ਗਾਹਾਂ ਦੇਖੋ ਤੁਲਸੀ ਥਾ ਤਾ ਭਗਤ ਰਾਮ ਜੀ ਦਾ ਅਨਨ, ਪਰ ਸੱਚੀ ਗੱਲ ਲਿਖਣ ਤੋਂ ਨਹੀਂ ਹਟਿਆ। ਉਹ ਕਹਿੰਦਾ, ਹੇ ਰਾਮ, ਜਿਸ ਪਾਪ ਕਰਕੇ ਤੂੰ ਬਾਲੀ ਨੂੰ ਸ਼ਿਕਾਰੀ ਬਣ ਕੇ ਮਾਰਤਾ, ਉਹ ਤਾਂ ਮਾਰਤਾ, ਤੇ ਜਿਹਦੀ ਕੱਢ ਕੇ ਲਿਆਇਆ ਸੀ ਨਾ ਸੁਗਰੀਵ ਦੀ ਘਰ ਵਾਲੀ, ਉਹਨੂੰ ਇੰਨਾ ਗੁੱਸਾ ਚੜ ਗਿਆ ਵੀ ਹੁਣ ਆਪਣੀ ਹੋਣੀ ਲਿਜਾਣੀ, ਇਹਦੇ ਵਾਲੀ ਵੀ ਲਿਜਾਣੀ ਹੈ। ਅੱਜ ਆਖੋ ਸਤਨਾਮ। ਉਹ ਗੁੱਸਾ ਹੋ ਗਿਆ, ਕਹਿੰਦਾ ਹੁਣ ਬਦਲਾ ਵੀ ਲੈਣਾ। ਉਹ ਆਪਣੇ ਵਾਲੀ ਲੈ ਕੇ ਤੂੰ ਘਰ ਨੂੰ ਆ ਜਾ। ਉਹ ਉਹਦੇ ਵਾਲੀ ਵੀ ਖਿੱਚ ਲਿਆਇਆ। ਤੇ ਗੁਰਸਿੱਖ ਪਿਆਰਿਓ, ਅੱਜ ਕਮੇਟੀ ਵਾਲਿਆਂ ਨੂੰ ਕੋਈ ਐਮਰਜੈਂਸੀ ਹੈ, ਸੰਗਤ ਵਿੱਚੋਂ ਠਾਲ ਠਾਲ ਕੇ ਲਿਜਾਨੇ ਸੰਗਤ ਨੂੰ। ਨਹੀਂ, ਮੇਰੀ ਬੇਨਤੀ ਹੈ, ਇਹ ਕੰਮ ਠੀਕ ਨਹੀਂ। ਬਾਹਰੋਂ ਖੜਿਆਂ ਨੂੰ ਅੰਦਰ ਨੂੰ ਲਿਆਓ।
ਜਿਹੜੇ ਇੱਥੇ ਬੈਠੇ ਉਹਨਾਂ ਨੂੰ ਕਹੋ ਠਾਲ ਦੇ, ਦਫ਼ਤਰ ਦਾ ਹੀ ਕੰਮ ਹੋਊਗਾ, ਘੰਟੇ ਬਾਅਦ ਕਰ ਲਿਓ, ਕੋਈ ਐਸੀ ਐਮਰਜੈਂਸੀ ਤਾਂ ਹੋਈ ਨਹੀਂ ਵੀ ਫਾਇਰ ਬ੍ਰਿਗੇਡ ਮੰਗਾਉਣਾ ਹੈ। ਇੱਕ ਸੰਗਤ ਦਾ ਕੋਈ ਅਦਬ ਸਤਿਕਾਰ ਰੱਖੋ, ਗੁੱਸਾ ਕਰਨਗੇ ਕਰਨ, ਕੋਈ ਗੱਲ ਨਹੀਂ, ਪਰ ਸੰਗਤ ਵਿੱਚ ਬੈਠੇ ਨੂੰ ਨਾ ਬੁਲਾਓ। ਜੇ ਕੋਈ ਬਾਹਰ ਉਹਨੂੰ ਇੱਥੇ ਨੂੰ ਬੇਸ਼ੱਕ ਲਿਆਓ। ਇਹ ਤਾਂ ਮੇਰਾ ਤਾਂ ਕੁਝ ਨਹੀਂ ਵਿਗੜਨਾ, ਠਾਲਣ ਵਾਲੇ ਨੂੰ ਦੋਸ਼ ਹੋਊਗਾ। ਹਰ ਜਸ ਕਰਤੇ ਬਾਤ ਚਲਾਵੇ ਸੋ ਤਨਖਾਈਆ ਬੜਾ ਕਹਾ, ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ। ਇਹਨਾਂ ਗੱਲਾਂ ਤੋਂ ਸਾਨੂੰ ਭੈ ਕਰਨੀ ਚਾਹੀਦੀ ਹੈ। ਥੋੜੀ ਜਿਹੀ ਭੈ ਪ੍ਰਤੀਤ ਵਿੱਚ ਆਵਾਂਗੇ ਅਸੀਂ ਤਾਂ ਹੀ ਸਾਡਾ ਪਾਰ ਉਤਾਰਾ ਹੋਣਾ। ਇੱਕ ਵਾਰ ਫੇਰ ਆਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਗੁਰਸਿੱਖ ਪਿਆਰਿਓ, ਤੁਲਸੀ ਜੀ ਕਹਿੰਦੇ ਜਿਸ ਪਾਪ ਕਰਕੇ ਰਾਮ ਤੂੰ ਬਾਲੀ ਨੂੰ ਤੀਰ ਮਾਰ ਕੇ ਮਾਰ ਦਿੱਤਾ, ਉਹੀ ਪਾਪ ਫਿਰ ਸੁਗਰੀਵ ਨੇ ਕਰਿਆ। ਉਹ ਆਪਣੀ ਨੂੰ ਲਿਆਉਂਦਾ ਤੇ ਮਰੇ ਹੋਏ ਭਾਈ ਦੀ ਫਿਰ ਬਾਲੀ ਦੀ ਘਰ ਵਾਲੀ ਨੂੰ ਧੱਕੇ ਨਾਲ ਆਪਣੇ ਘਰ ਲਿਆਇਆ ਸੁਗਰੀਵ ਕਿ ਬਦਲਾ ਲੈਣਾ। ਹੁਣ ਪਾਪ ਤਾਂ ਉਹਦਾ ਜ਼ਿਆਦਾ ਹੋਇਆ, ਉਹ ਵਿਧਵਾ ਨੂੰ ਲਿਆਇਆ। ਵਿਧਵਾ ਦੀ ਰੱਖਿਆ ਕਰਨੀ ਚਾਹੀਦੀ ਸੀ। ਪਰ ਦੇਖੋ ਇੱਥੇ ਇੱਕ ਗੱਲ ਯਾਦ ਰੱਖਿਓ, ਹੁਣ ਤੁਲਸੀ ਜੀ ਕਹਿੰਦੇ ਹੇ ਰਾਮ, ਜਿਸ ਪਾਪ ਦੇ ਬਦਲੇ ਤੂੰ ਬਾਲੀ ਨੂੰ ਜਾ ਕੇ ਮਾਰਿਆ, ਉਹੀ ਪਾਪ ਤੇਰੇ ਸੁਗਰੀਵ ਨੇ ਕੀਤਾ, ਤੇਰੇ ਸੇਵਕ ਨੇ। ਇੱਕ ਹੋਰ ਪ੍ਰਵਾਨ ਸੁਣ ਲਓ, ਉਹੀ ਪਾਪ ਭਵੀਖਣ ਨੇ ਕਰਿਆ। ਲੰਮੀ ਕਥਾ ਸੇਮ। ਤੇ ਹੁਣ ਰਾਮ ਜੀ ਯਾਦ ਕਰ ਜਰਾ, ਜੈ ਅਗ ਹਤੇ ਉਹ ਬਿਆਦ ਜਿਉ ਬਾਲੀ, ਸੋਈ ਸੁਗਰੀਵ ਸੋਕੀਨ ਕੁਚਾਲੀ। ਉਹੀ ਪਾਪ ਤੇਰੇ ਸੇਵਕ ਨੇ ਕੀਤਾ। ਵਹੀ ਕਰਤੂਤ ਭਵੀਖਣ ਕੇਰੀ, ਉਹੀ ਕਰਤੂਤ ਤੇਰੇ ਸੇਵਕ ਭਵੀਖਣ ਨੇ ਕਰੀ। ਪਰ ਸੁਪਨੇ ਹੋਣਾ ਰਾਮ ਹੀ ਏ ਖੇਰੀ। ਆ ਹੈ ਨੁਕਤਾ, ਜਿਸ ਪਾਪ ਕਰਕੇ ਤੂੰ ਇੱਕ ਨੂੰ ਤੀਰ ਮਾਰ ਕੇ ਮਾਰਿਆ, ਉਹੀ ਕੰਮ ਤੇਰੇ ਦੋ ਸੇਵਕਾਂ ਨੇ ਕਰਿਆ। ਪਰ ਉਹ ਤੇਰੇ ਤੇ ਉਹਨਾਂ ਦਾ ਪਾਪ ਸੁਪਨੇ ਵੀ ਯਾਦ ਨਹੀਂ ਕਰਿਆ। ਅਜ ਕੇ ਆਖੋ ਸਤਨਾਮ। ਦੇਖੋ ਕੈਸਾ ਬਚਨ ਲਿਖੇ, ਕਿਉਂਕਿ ਉਹ ਤੇਰੇ ਬਣ ਗਏ ਸੀ। ਇਹ ਗੱਲ ਅਚਰਜ ਨਾ ਮੰਨੋ, ਤੁਸੀਂ ਨਿੱਤੇ ਕਰਦੇ ਹੋ। ਜਿਹੜਾ ਤੁਹਾਡਾ ਆਪਣਾ ਹੈ ਨਾ, ਜਿਹਦੇ ਆਪਣਾ ਬਣਾ ਲਿਆ ਤੁਸੀਂ, ਉਹ 100 ਗਲਤ ਕੰਮ ਕਮੈਂਟਰੀ ਚ ਕਰ ਦੇਵੇ। ਤੁਹਾਨੂੰ ਕੋਈ ਕਹੇ ਉਹ ਤੇਰੇ ਮਿੱਤਰ ਨੇ ਏਦਾਂ ਕਰਤਾ, ਉਹ ਇਹੀਆਂ ਜਿਹੀਆਂ ਗੱਲਾਂ ਤਾਂ ਹੁੰਦੀਆਂ ਹੀ ਰਹਿਣੀਆਂ, ਜਦੇ ਪਰਦਾ ਪਾ ਦੋਗੇ। ਕਿਆ ਗੱਲ ਹੈ, ਬਥੇਰੀਆਂ ਹੋਈਆਂ ਅੱਗੇ, ਹੋਰ ਗੱਲ ਕਰ ਕੋਈ, ਕਿਉਂਕਿ ਥੋੜਾ ਆਪਣਾ ਹੈ ਨਾ। ਅਰ ਜੇ ਕਿਤੇ ਤੁਹਾਨੂੰ ਮੇਰੇ ਵਰਗੇ ਦੀ ਗੱਲ ਲੱਭ ਪਵੇ, 100 ਦੀ ਗੱਲ ਨਹੀਂ, ਇੱਕ ਰੋਟੀ ਤੁਸੀਂ ਬਾਅਦ ਚ ਖਾਣੀ ਹੈ, ਪਹਿਲਾਂ ਕੈਨੇਡਾ ਨੂੰ ਟੈਲੀਫੋਨ ਘੁਮਾ ਦੇਣਾ। ਅੱਜ ਖੁਸ਼ ਉਹ ਹਰਦੇਵ ਸਿੰਘ ਅੱਜ ਐ ਕਹਿੰਦਾ ਥਾ, ਚੱਲਣ ਦੇ ਟੋਰਾਂਟੋ ਨੂੰ, ਚੱਲਣ ਦੇ ਵੈਨਕੂਵਰ ਨੂੰ, ਚੱਲਣ ਦੇ ਬਰਮਿੰਗਮ ਨੂੰ ਟੈਲੀਫੋਨ, ਚਾਹੇ ਬਿੱਲ 150 ਪਾਉਂਡ ਆ ਜਾਵੇ, ਤੁਸੀਂ ਨਾ ਡਾਇਲਿੰਗ ਬੰਦ ਕਰਤੀ, ਭੰਡੀ ਕੁੱਟ ਦੋਗੇ। ਇਹ ਸੁਣ ਲਓ ਉਹਨੇ ਕਿਉਂ ਕਿਹਾ ਤੁਹਾਨੂੰ ਬਚਨ। ਬਣ ਜੋ ਇਹਦੇ, ਜੇ ਬਣ ਜਾਓਗੇ ਇਹ ਵੀ ਔਗਣ ਨਹੀਂ ਦੇਖੂਗਾ। ਅੱਜ ਕੇ ਆਖੋ ਸਤ, ਜਿਹਦੇ ਬਣ ਜੀਏ, ਜਿਹਨੂੰ ਬਣਾ ਲਈਏ, ਉਹਦੇ ਔਗਣਾ ਪਰ ਮਿੱਟੀ ਪਾਈ ਦੀ ਹੈ। ਜਿਹੜਾ ਆਪਣਾ ਨਾ ਹੋਵੇ ਉਹਦੇ ਪਰਦੇ ਢੇੜ ਦੀ ਦੇ ਐਨ ਖੁੱਲ ਕੇ। ਐਸੀ ਅਵਸਥਾ। ਇਹੀ ਗੱਲ ਹੁਣ ਸੁਣਨੀ ਹੈ ਗੁਰੂ ਗ੍ਰੰਥ ਸਾਹਿਬ ਵਿੱਚੋਂ। ਤਾਂ ਟੋਡੀ ਰਾਗ ਪੜਿਓ ਭਾਈ ਅਮਰੀਕ ਸਿੰਘ ਜੀ, ਸੁਣਾਇਓ ਹੁਕਮਨਾਮਾ ਕਿਤੇ। ਮਹਾਰਾਜ ਕਹਿੰਦੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਹੁਰ ਕਿਛ ਨਾ ਵਿਚਾਰੇ। ਦੇਖੋ ਕੈਸਾ ਬਚਨ। ਜਿਹਨੂੰ ਪ੍ਰਮਾਤਮਾ ਆਪਣਾ ਬਣਾ ਲਵੇ, ਉਹਦਾ ਪਿੱਛੋਂ ਗੁਣ ਔਗਣ ਦੇਖਦਾ ਹੀ ਨਹੀਂ। ਅੱਜ ਕੇ ਆਖੋ ਸਤਿਨਾਮ। ਉਹ ਗੁਰਮੁਖ ਪਿਆਰਿਓ ਬਾਲੀ ਮਾਰਤਾ ਸੀ ਰਾਮ ਜੀ ਨੇ। ਨੋਟ ਕਰਿਓ ਹੁਣ, ਜਦੋਂ ਕ੍ਰਿਸ਼ਨ ਮਹਾਰਾਜ ਜੀ ਪਏ ਸੀ ਮਾਰਿਆ ਤੀਰ ਬੱਧਕ ਨੇ, ਉਹ ਬਾਲੀ ਨੇ ਹੀ ਜਨਮ ਲਿਆ ਸੀ। ਜਿਹੜਾ ਰਾਮਚੰਦਰ ਨੇ ਤ੍ਰੇਤੇ ਵਿੱਚ ਮਾਰਿਆ ਸੀ, ਉਹਨੇ ਸੰਕਲਪ ਕਰ ਲਿਆ ਸੀ, ਜਿਵੇਂ ਤੂੰ ਲੁਕ ਕੇ ਮੈਨੂੰ ਮਾਰਿਆ, ਤੇਰੀ ਮੌਤ ਵੀ ਕਦੇ ਏਦਾਂ ਹੀ ਹੋਊਗੀ। ਤੂੰ ਲੁਕ ਕੇ ਮਾਰਿਆ ਰਾਮ, ਤੂੰ ਸਾਹਮਣੇ ਆ ਕੇ ਮਾਰਦਾ, ਮੈਨੂੰ ਜੰਗ ਕਰਕੇ ਮਾਰਦਾ। ਉਹ ਫਿਰ ਉਹਦਾ ਸੰਕਲਪ ਪੂਰਾ ਕੀਤਾ। ਰਾਮ ਜੀ ਤ੍ਰੇਤੇ ਵਿੱਚ ਵਿਸ਼ਨੂੰ ਅਵਤਾਰ, ਉਹੀ ਦੁਆਪਰ ਵਿੱਚ ਕ੍ਰਿਸ਼ਨ ਬਣ ਕੇ ਆਏ। ਉਹੀ ਰੂਪ ਸੀ। ਸਤਜੁਗ ਤੈ ਮਾਣਿਓ ਚਲਿਓ ਬਲ ਬਾਬਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਗਵੰਸ ਕਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਉਹੀ ਬਾਲੀ ਸ਼ਿਕਾਰੀ ਬਣ ਕੇ ਆਇਆ। ਜਦ ਉਹ ਪਿੱਟਣ ਲੱਗਿਆ, ਮੇਤੇ ਪਾਪ ਹੋ ਗਿਆ, ਫਿਰ ਕ੍ਰਿਸ਼ਨ ਜੀ ਨੇ ਗਿਆਨ ਬਖਸ਼ਿਆ। ਕਹਿੰਦੇ ਯਾਦ ਕਰ, ਤੂੰ ਪਾਪ ਨਹੀਂ ਕਰਿਆ, ਤੇਰਾ ਫੁਰਨਾ ਪੂਰਾ ਹੋਇਆ।
ਮੈਂ ਰਾਮ ਦੇ ਰੂਪ ਵਿੱਚ ਤੈਨੂੰ ਤੀਰ ਮਾਰ ਕੇ ਪਹਾੜ ਤੇ ਮਾਰਿਆ ਸੀ, ਉਹ ਹੁਣ ਬਦਲਾ ਲੈ ਲਿਆ, ਕੋਈ ਤੇਰਾ ਦੋਸ਼ ਨਹੀਂ। ਔਗਣ ਕੀਤੇ ਖਰ ਨ ਚਰਾਰੇ, ਪਾਪ ਕਰਨ ਦੇ ਪਤ ਤੋਂ ਉਧਾਰੇ, ਭਾਈ ਗੁਰਦਾਸ ਜੀ ਕਹਿੰਦੇ। ਭਲੇ ਭਲੇ ਕਰ ਮੰਨੀਏ, ਬੁਰਿਆਂ ਦੇ ਹਰ ਕਾਜ ਸਵਾਰੇ, ਐਸਾ ਗੁਣ ਸਿੱਖੋ। ਉਹ ਜਦੋਂ ਕ੍ਰਿਸ਼ਨ ਜੀ ਚੜ੍ਹਾਈ ਕਰ ਗਏ ਨਾ, ਪਾਰਥੋ ਚਾਲੇ ਨਹੀਂ, ਇੰਨੇ ਸ਼ਬਦਾਂ ਦੀ ਉਹ ਵਿਆਖਿਆ। ਉਹ ਅਰਜਨ ਕੋਲ ਖੜਾ ਸੀ ਤੇ ਪੁੱਛਦੇ ਹੀ ਉਹਨੇ, ਕੋਈ ਅੰਤਮ ਇੱਛਾ ਤੁਹਾਡੀ? ਕ੍ਰਿਸ਼ਨ ਨੂੰ ਪੁੱਛਿਆ ਪਾਰਥ ਅਰਜਨ ਨੇ, ਨਰ ਅਵਤਾਰ ਸੀ, ਪੁਰਖ ਅਵਤਾਰ। ਤੇ ਗੁਰਸਿੱਖ ਪਿਆਰੇ ਕ੍ਰਿਸ਼ਨ ਮਹਾਰਾਜ ਕਹਿੰਦੇ, ਅਰਜਨ ਇੱਕ ਕੰਮ ਕਰੀ, ਜਿਹੜੀਆਂ ਮੇਰੀਆਂ ਗੋਪੀਆਂ ਨੇ ਉਹਨਾਂ ਦੀ ਤੂੰ ਸੰਭਾਲ ਕਰਨੀ ਹੈ ਪਿੱਛੋਂ। ਇਹ ਬਚਨ ਕ੍ਰਿਸ਼ਨ ਜੀ ਨੇ ਕਰਤਾ ਸੀ। ਜਿਹੜੀ ਮੈਂ ਨਗਰੀ ਵਸਾਈ ਹੈ ਨਾ ਦਵਾਰਕਾ, ਇਹਨੇ ਸਮੁੰਦਰ ਵਿੱਚ ਡੁੱਬ ਜਾਣਾ। ਡੁੱਬ ਗਈ ਸੀ ਗੁਰਮੁਖ ਪਿਆਰਿਓ, ਉੱਥੇ ਉਹਨੇ ਰਹਿਣਾ ਨਹੀਂ। ਉੱਥੇ ਜਿੰਨੀਆਂ ਮੇਰੀਆਂ ਗੋਪੀਆਂ ਨੇ ਰਣਵਾਸ ਵਿੱਚ ਰਹਿਣ ਵਾਲੀਆਂ, ਉਹਨਾਂ ਨੂੰ ਤੂੰ ਸਾਹਮਣੇ ਹਸਤਨਾਪੁਰ ਲਿਜਾ ਕੇ, ਹਸਤਨਾਪੁਰ ਇਹਨਾਂ ਦੀ ਰਾਜਧਾਨੀ ਸੀ ਪਾਂਡਵਾਂ ਦੀ, ਉੱਥੇ ਤੁਹਾਡਾ ਰਾਜ ਹੈ, ਉੱਥੇ ਪ੍ਰਵਰਸ਼ ਕਰੀ। ਅਰਜਨ ਨੇ ਉਹ ਬਚਨ ਕਰ ਲਿਆ। ਜਦੋਂ ਕ੍ਰਿਸ਼ਨ ਭਗਵਾਨ ਜੋਤੀ ਜੋਤ ਸਮਾ ਗਏ ਪ੍ਰਵਾਸ ਤੇ, ਫਿਰ ਸਾਰੀਆਂ ਰਣਵਾਸ ਗੋਪੀਆਂ ਨੂੰ ਲੈ ਕੇ ਅਰਜਨ ਤੁਰ ਪਿਆ ਹਸਤਨਾਪੁਰ ਨੂੰ। ਤੇ ਰਸਤੇ ਵਿੱਚ ਆਉਣਾ ਸੀ ਭੀਲਾਂ ਦਾ ਦੇਸ਼, ਜਿਵੇਂ ਹੁਣ ਆਪਾਂ ਨਾਗਾਲੈਂਡ ਕਹਿੰਦੇ ਆ, ਗੁਜਰਾਤ ਕਹਿੰਦੇ, ਏਦਾਂ ਹੀ ਭੀਲਾਂ ਦਾ ਭੀਲ ਵੱਸਦੇ ਸੀ। ਉਹ ਭੀਲਾਂ ਦੇ ਦੇਸ਼ ਵਿੱਚੋਂ ਜਦੋਂ ਲੰਘਣ ਲੱਗਿਆ, ਉਹਨਾਂ ਭੀਲਾਂ ਨੇ ਦੇਖਿਆ ਕਿੰਨਾ ਕਾਫਲਾ, ਇੱਕ ਬੰਦਾ ਇੰਨੀਆਂ ਗੋਪੀਆਂ ਨਾਲ। ਇੱਥੇ ਹੁਣ ਇੱਕ ਇਤਿਹਾਸ ਦਸਮ ਪਾਤਸ਼ਾਹ ਮਹਾਰਾਜ ਲਿਖਦੇ ਨੇ ਪੁਰਾਣੇ ਗ੍ਰੰਥਾਂ ਵਿੱਚ, ਇਹਨਾਂ ਦਾ ਸ਼ਾਸਤਰ ਗੁਰੂ ਸੀ ਦਰੋਣਾਚਾਰੀਆ। ਤੁਸੀਂ ਨਾਂ ਸੁਣਿਆ ਹੋਣਾ, ਕੈਰਵਾਂ ਪਾਂਡਵਾਂ ਦਾ ਸ਼ਾਸਤਰ ਵਿਦਿਆ ਸਿਖਾਉਣ ਵਾਲਾ ਦਰੋਣਾਚਾਰੀਆ ਸੀ। ਅਰਜਨ ਨੂੰ ਉਸੇ ਨੇ ਸਿਖਾਈ ਸੀ ਸ਼ਾਸਤਰ ਵਿਦਿਆ। ਜਦ ਅਰਜਨ ਦਰੋਣਾਚਾਰੀਆ ਦੇ ਕੋਲ ਵਿਦਿਆ ਸਿੱਖਦਾ ਸੀ ਨਾ ਸ਼ਾਸਤਰਾਂ ਦੀ, ਉਸ ਦਰੋਣਾਚਾਰੀਆ ਕੋਲ ਇੱਕ ਭੀਲ ਵੀ ਸਿੱਖਦਾ ਸੀ ਵਿਦਿਆ, ਭੀਲਾਂ ਦਾ ਮੁੰਡਾ, ਉਹ ਵੀ ਵਿਦਿਆ ਸਿੱਖਣ ਗਿਆ ਸੀ। ਤੇ ਅਰਜਨ ਨਾਲੋਂ ਚੰਗਾ ਸੀ ਉਹ ਬਹੁਤ ਸ਼ਾਸਤਰਾਂ ਦੇ ਵਿੱਚ। ਸਟੂਡੈਂਟ ਦੇ ਲੋ, ਕੋਈ ਜਾਤ ਨਾਲ ਥੋੜੋ ਹੈ, ਕਈ ਬਹੁਤ ਬ੍ਰਿਲੀਅੰਟ ਸਟੂਡੈਂਟ ਉਹਨੇ ਨੀਵੀਂ ਜਾਤਾਂ ਦੇ ਵੀ। ਉਹ ਭੀਲ ਬਹੁਤ ਚੰਗਾ ਸੀ ਸ਼ਾਸਤਰਾਂ ਵਿੱਚ। ਅਰਜਨ ਨੂੰ ਸ਼ੱਕ ਪੈ ਗਈ, ਮੇਰੇ ਨਾਲੋਂ ਅੱਗੇ ਨਾ ਲੰਘ ਜਾਵੇ। ਉਹਨੇ ਪਹਿਲਾਂ ਤਾਂ ਦਰੋਣਾਚਾਰੀਆਂ ਦੀਆਂ ਮਿੰਨਤਾਂ ਕਰਕੇ ਦਰੋਣਾਚਾਰੀਆ ਤੋਂ ਇੱਕ ਬਚਨ ਕਰਾ ਲਿਆ ਕਿ ਗੁਰੂ ਜੀ ਮੈਨੂੰ ਬਚਨ ਦਿਓ ਕਿ ਮੇਰੇ ਵਾਲੀ ਵਿਦਿਆ ਤੁਸੀਂ ਕਿਸੇ ਹੋਰ ਨੂੰ ਨਹੀਂ ਦੱਸੋਗੇ, ਜੋ ਮੈਨੂੰ ਪੂਰੀ ਵਿਦਿਆ ਦਓਗੇ ਕਿਸੇ ਹੋਰ ਵਿਦਿਆਰਥੀ ਨੂੰ ਨਾ ਦਿਓ। ਉਹ ਗੁਰੂ ਭਾਈ ਇਸ ਭਰਮ ਵਿੱਚ ਆ ਕੇ ਉਹਨੇ ਬਚਨ ਕਰਤਾ। ਫੇਰ ਵੀ ਜਦੋਂ ਅਰਜਨ ਨੇ ਵੇਖਿਆ ਕਿ ਇਹਨੇ ਮੈਥੋਂ ਅੱਗੇ ਲੰਘ ਜਾਣਾ, ਫਿਰ ਸਾਜ਼ਿਸ਼ ਕਰੀ। ਸਾਜ਼ਿਸ਼ ਕਰਕੇ ਉਸ ਭੀਲਾਂ ਦੇ ਮੁੰਡੇ ਨੂੰ ਸਕੂਲ ਚੋਂ ਹੀ ਕਢਾਤਾ ਕਿ ਮੇਰੇ ਨਾਲ ਅੱਗੇ ਨਾ ਲੰਘ ਜਾਵੇ, ਇਹਨੇ ਸ਼ਾਸਤਰ ਵਿਦਿਆ ਜ਼ਿਆਦਾ ਸਿੱਖ ਲੈਣੀ ਹੈ। ਉਹ ਵਿਚਾਰਾ ਆ ਗਿਆ, ਕਹਿੰਦਾ ਕੋਈ ਨਹੀਂ। ਉਹਨੇ ਰੱਖੀ ਗੁਰੂ ਦੇ ਉੱਤੇ ਸ਼ਰਧਾ ਤੇ ਆਪਣੇ ਭੀਲਾਂ ਦੀ ਵਾੜੀ ਵਿੱਚ ਆ ਕੇ ਦਰੋਣਾਚਾਰੀਆ ਦੀ ਮੂਰਤੀ ਬਣਾ ਲਈ, ਮਿੱਟੀ ਦੀ ਢੇਰੀ, ਆਲੇ ਦਾਲੇ ਲੇਪਨ ਪੋਚਨ ਕਰਤਾ, ਸ਼ਸਤਰ ਰੱਖਤੇ। ਹਰ ਰੋਜ਼ ਮੱਥਾ ਟੇਕ ਕੇ ਪਰਿਕਰਮਾ ਕਰਕੇ ਉਸ ਮੂਰਤੀ ਨੂੰ ਇਹ ਆਪਣਾ ਗੁਰੂ ਸਮਝ ਕੇ ਨਾ ਸ਼ਾਸਤਰਾਂ ਦਾ ਅਭਿਆਸ ਕਰਦਾ ਰਿਹਾ। ਇਹ ਸ਼ਰਧਾ ਨੂੰ ਫਲ ਲੱਗਦੇ ਤੰਨੇ ਨੇ 2 ਦਿਨ ਵਿੱਚ ਪੱਥਰ ਵਿੱਚੋਂ ਹੀ ਪਾ ਲਿਆ। ਆਖੋ ਸਤਿਨਾਮ, ਇਹ ਤਾਂ ਸ਼ਰਧਾ ਦੀਆਂ ਗੱਲਾਂ। ਉਹਨੇ ਇੰਨੀ ਵਿਦਿਆ ਸਿੱਖ ਲਈ ਗੁਰੂ ਤੇ ਭਰੋਸਾ ਕਰਕੇ ਕਿ ਸ਼ਾਸਤਰ ਵਿਦਿਆ ਵਿੱਚੋਂ ਭੀਲ ਨਿਪੁੰਨ ਹੋ ਗਿਆ, ਪੂਰਨ ਹੋ ਗਿਆ। ਜਦ ਉੱਥੇ ਨੂੰ ਅਰਜਨ ਗੋਪੀਆਂ ਨੂੰ ਲੈ ਕੇ ਆਇਆ, ਉਹਨੇ ਪਛਾਣ ਲਿਆ ਤੇ ਤਾਂ ਉਹੀ ਹੈ ਜਿਹਨੇ ਮੈਨੂੰ ਸਕੂਲ ਚੋਂ ਕਢਾਇਆ ਸੀ, ਮੇਰੇ ਨਾਲ ਜਿੱਦ ਕੀਤੀ, ਇਹ ਤੋਂ ਹੁਣ ਬਦਲਾ ਲੈ ਲਵਾਂ। ਉਹ ਗੋਪੀਆਂ ਲਈ ਆਵੇ, ਉਹ ਭੀਲ ਕਹਿੰਦਾ ਅਰਜਨ ਪਛਾਣ ਲਿਆ ਮੈਨੂੰ, ਮੈਂ ਉਹੀ ਵਿਦਿਆਰਥੀ ਹਾਂ ਜਿਹਨੂੰ ਕਢਾਇਆ ਤੂੰ, ਮੇਰੇ ਉੱਤੇ ਗੁਰੂ ਦੀ ਇੱਥੇ ਕਿਰਪਾ ਹੋ ਗਈ, ਆ ਹੁਣ ਜੰਗ ਕਰ, ਲੰਘਣ ਨਹੀਂ ਦਿੰਦਾ ਮੈਂ ਆਪਣੇ ਦੇਸ਼ ਵਿੱਚ ਨੂੰ। ਉੱਥੇ ਫਿਰ ਅਰਜਨ ਦਾ ਤੇ ਭੀਮ ਦਾ ਜੰਗ ਹੋਇਆ। ਭੀਲ ਦਾ ਜਿਹੜਾ ਵਿਦਿਆਰਥੀ ਕਢਾਇਆ ਸੀ, ਸਭ ਗ੍ਰੰਥਾਂ ਵਿੱਚ ਮਹਾਰਾਜ ਨੇ ਆਪੇ ਕਥਾਵਾਂ ਲਿਖੀਆਂ ਨੇ, ਤੁਹਾਨੂੰ ਹੁਣੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸੁਣਾ ਦੇਣੀ ਹੈ ਕਥਾ, ਲੱਭੀ ਹੋਣੀ ਹੋਣੀ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖੀ ਹੋਈ ਹੈ। ਆ ਜਿਹੜੇ ਮੈਂ ਬਚਨ ਕਰ ਰਿਹਾ ਬਾਹਰੋਂ ਨਹੀਂ, ਇਹ ਗੁਰੂ ਅਰਜਨ ਦੇਵ ਜੀ ਨੇ ਪ੍ਰਮਾਣ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਪੱਕੀ ਬਾਣੀ ਵਿੱਚ। ਮੈਂ ਦੁੱਖ ਨਾਲ ਤੁਹਾਨੂੰ ਕਹਿੰਨੇ, ਇਹ ਸਮੁੰਦਰ ਹੈ, ਪਰ ਸਮੁੰਦਰ ਵਿੱਚੋਂ ਡੱਡੂ ਕਛੂ ਫੜਨ ਵਾਲੇ ਵੀ ਹੁੰਦੇ, ਕੋਈ ਮੋਤੀ ਕੱਢਣ ਵਾਲਾ ਵੀ ਹੁੰਦਾ ਹੈ। ਅੱਜ ਕਹੇ ਆਖੋ ਸਤਿਨਾਮ। ਮੱਛੀਆਂ ਦੇ ਤਾਂ ਟਰੱਕ ਭਰ ਹੋਣੇ, ਮੋਤੀਓ ਬਹੁਤ ਘੱਟ ਮਿਲਦੇ ਨੇ। ਇੱਥੇ ਵੀ ਡੂੰਘਾ ਲਾਓ ਥੋੜਾ ਜਿਹਾ ਚੁੱਭਾ, ਤੁਹਾਨੂੰ ਮੋਤੀ ਲੱਭਣ, ਹੀਰੇ ਲੱਭਣ, ਭਰਿਆ ਪਿਆ ਭੰਡਾਰਾ ਹੈ। ਉਹ ਸਾਧ ਸੰਗਤ ਅਰਜਨ ਨਾਲ ਜੰਗ ਹੋਇਆ। ਅਰਜਨ ਨੂੰ ਮਾਣ ਸੀ ਕਿ ਇਹਨੂੰ ਪੂਰੀ ਵਿਦਿਆ ਦਿੱਤੀ ਨਹੀਂ, ਉਹਨੇ ਗੁਰੂ ਦੀ ਸ਼ਰਧਾ ਤੋਂ ਲੈ ਲਈ ਸੀ।
ਆਖਰ ਨੂੰ ਅਰਜਨ ਹਾਰ ਗਿਆ। ਇੱਕ ਤੀਰ ਰਹਿ ਗਿਆ ਅਰਜਨ ਦੇ ਕੋਲ, ਸਾਰੇ ਤੀਰ ਖਤਮ ਹੋ ਗਏ, ਉਹ ਭੀਲ ਜਿੱਤ ਗਿਆ। ਇੱਕ ਤੀਰ ਜਦੋਂ ਰਹਿ ਗਿਆ ਅਰਜਨ ਕਹਿੰਦਾ ਵੀ ਮੈਂ ਹਾਰਿਆ, ਹਾਰ ਮੰਨ ਲਈ। ਉਹ ਸਾਧ ਸੰਗਤ ਭੀਲਾਂ ਨੇ ਗੋਪੀਆਂ ਫੜ ਲੀਆਂ। ਇਸੇ ਨੂੰ ਤੁਸੀਂ ਸੁਣਿਆ ਹੋਣਾ, ਬਹੁਤ ਵਾਰ ਸਮੇਂ ਬਿਨਾ ਨਰ ਕਿਆ ਕਰੇ। ਦੇਖੋ ਕੈਸੇ ਬਚਨ ਨੇ, ਸਮੋ ਸਮੋ ਬਲਵਾਨ। ਉਹੀ ਕ੍ਰਿਸ਼ਨ ਦੀਆਂ ਗੋਪੀਆਂ, ਅਰਜਨ ਉਹੀ ਧਨ ਖਰਬਾਨ। ਸਾਰਿਆਂ ਹਾਰ ਗਿਆ ਗੁਰਖ ਪਿਆਰੇ। ਕਿੱਥੇ ਗਿਆ? ਉਹ ਤਾਂ ਕ੍ਰਿਸ਼ਨ ਦੇ ਨਾਲੇ ਸੀ ਬਲ। ਇਹ ਸਮਾਂ ਸਮਾਂ ਸਮਰੱਥ ਹੁੰਦਾ ਹੈ। ਉਹੀ ਧਨਖ ਕੋਲ ਸੀ, ਉਹੀ ਬਾਣ ਕੋਲ ਸੀ। ਸਮੇਂ ਗਵਾਈਆਂ ਗੋਪੀਆਂ, ਬਹੀ ਧਨ ਸ਼ਰਬਾਨ। ਇਹ ਤਾਂ ਸਮੇਂ ਦੀ ਗੱਲ ਹੁੰਦੀ ਹੈ ਗੁਰਸਿੱਖ ਪਿਆਰਿਓ। ਉਹ ਗੋਪੀਆਂ ਖੋਲੀਆਂ ਤੇ ਆਪ ਨੱਠ ਗਿਆ ਗੁਰਸਿੱਖ ਪਿਆਰਿਓ। ਪਰ ਗੋਪੀਆਂ ਸੀ ਸਤੀ, ਉਹਨਾਂ ਨੇ ਖੰਜਰਾਂ ਮਾਰ ਮਾਰ ਕੇ, ਹਥਿਆਰ ਮਾਰ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ। ਹੱਥ ਨਹੀਂ ਆਈਆਂ, ਆਪਣਾ ਸੱਚ ਕਾਇਮ ਰੱਖਿਆ। ਜਿੱਥੇ ਉਹ ਸੜੀਆਂ ਸੀ ਗੋਪੀਆਂ, ਇਹ ਸਾਰੀ ਕਥਾ ਦੀ ਹੁਣ ਇੱਕੋ ਤੁਕ ਸੁਣ ਲਿਓ, ਲੰਮੀ ਕਾਹਨੂੰ। ਕਿਨਹੀ ਤਿਲਕ ਗੋਪੀ ਚੰਦਨ ਲਾਇਆ। ਭਾਈ ਅਮਰੀਕ ਸਿੰਘ ਜੀ ਪੜ੍ਹੀ ਹੋਣੀ ਹੈ ਤੁਕ ਬਾਣੀ ਵਿੱਚ। ਕਿਨਹੀ ਤਿਲਕ ਗੋਪੀ ਚੰਦਨ ਲਾਇਆ। ਪੜ੍ਹੇ ਗੁਰੂ ਗ੍ਰੰਥ ਸਾਹਿਬ ਵਿੱਚ ਪੰਜ ਪਾਤਸ਼ਾਹ ਦਾ ਹੁਕਮ। ਉਹ ਜਿੱਥੇ ਗੋਪੀਆਂ ਮਰੀਆਂ ਸਤੀ ਹੋ ਕੇ ਆਪਣਾ ਜਤ ਸਤ ਕਾਇਮ ਰੱਖਿਆ, ਉਸ ਮਿੱਟੀ ਦਾ ਤਿਲਕ ਹੁਣ ਬ੍ਰਾਹਮਣ ਲਾਉਂਦੇ ਨੇ ਜਾ ਕੇ। ਉਹਨੂੰ ਕਹਿੰਦੇ ਗੋਪੀ ਚੰਦਨ ਤਿਲਕ। ਅਜ ਕੇ ਆਖੋ ਸਤਨਾਮ। ਉਹ ਹੈ ਬਾਣੀ ਵਿੱਚ ਪ੍ਰਮਾਣ। ਉਸ ਧਰਤੀ ਨੂੰ ਪਵਿੱਤਰ ਸਮਝ ਕੇ, ਉਸ ਧਰਤੀ ਦੀ ਜਿਹੜੀ ਮਿੱਟੀ ਦਾ ਤਿਲਕ ਹੈ, ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਗੋਪੀ ਚੰਦਨ ਤਿਲਕ ਲਾਇਆ। ਉਹਨੂੰ ਗੋਪੀ ਚੰਦਨ, ਤੁਸੀਂ ਪਾਠ ਕਰੀ ਜਾਓਗੇ ਗੋਪੀ ਚੰਦਨ ਕੀ ਹੁੰਦਾ ਹੈ। ਮੇਰੇ ਵਰਗਾ ਤਾਂ ਗਿਆਨੀ ਸੂ ਕਹਿਣਗੇ ਵੀ ਗੋਪੀ ਉਹ ਚੰਦਨ ਤੀ। ਅਜ ਕੇ ਆਖੋ ਸਤਨਾਮ। ਉੱਥੇ ਕੀ ਪਤਾ ਲੱਗੂ, ਉਹਨਾਂ ਦੀ ਮਿੱਟੀ ਹੈ ਜਿੱਥੇ ਉਹ ਸਤੀ ਹੋ ਗਈਆਂ, ਪਰ ਆਪਣਾ ਜਸ ਸਤ ਭੀਲਾਂ ਨੂੰ ਨਹੀਂ ਦਿੱਤਾ। ਉਸ ਮਿੱਟੀ ਨੂੰ ਹੁਣ ਚੰਦਨ ਸਮਝ ਕੇ, ਉਹਨਾਂ ਦੀ ਸੁਆਹ ਨੂੰ ਚੰਦਨ ਸਮਝ ਕੇ ਤਿਲਕ ਲਾਉਂਦੇ ਨੇ ਸਾਡੇ ਵੀਰ। ਤੇ ਗੁਰਸਿੱਖ ਪਿਆਰਿਓ, ਹੁਣ ਇੱਥੇ ਪ੍ਰਮਾਣ ਕੀ ਦਿੱਤਾ ਬਾਣੀ ਨੇ ਕਿ ਅਰਜਨ ਨੂੰ ਗੁਰੂ ਅਰਜਨ ਦੇ ਬਰਾਬਰ ਨਹੀਂ ਸਮਝਣਾ। ਉਹ ਤਾਂ ਹਾਰ ਗਿਆ ਬਚਨ, ਰਸਤੇ ਵਿੱਚ ਰਹਿ ਗਿਆ ਬਚਨ। ਗੋਪੀਆਂ ਫੜਾਤੀਆਂ, ਉਹ ਤਾਂ ਆਪਣੇ ਜਸ ਸਤ ਨਾਲ ਬਚ ਗਈਆਂ। ਨਹੀਂ ਭੀਲਾਂ ਨੇ ਜਸ ਸਤ ਤੋੜ ਦੇਣਾ ਸੀ, ਉਹਨਾਂ ਦਾ ਬੇਇੱਜ਼ਤ ਕਰਨਾ ਸੀ। ਉਹ ਨਹੀਂ ਬਚਨ ਪੂਰਾ ਕਰ ਸਕਿਆ। ਧੰਨ ਗੁਰੂ ਅਰਜਨ ਨੇ ਬਚਨ ਪੂਰਾ ਕੀਤਾ।